ਨਾ ਕਿਸੇ ਖਾਸ ਜੋਤ ਨਾਲ ਜੁੜਿਆ ਹੋਇਆ ਉਹ ਕੋਈ ਜਿਵੇਂ ਜੋਤਾਂ ਬਾਲਦੇ ਨੇ ਨਾ, ਆਹ ਬਾਹਰਲੀਆਂ ਜੋਤਾਂ ਦੀ ਗੱਲ ਹੈ। ਆਪੇ ਜੋਤ ਹੈ, ਜੋਤ ਇੱਕ ਦੂਜੇ ਨਾਲ ਜੁੜਦੀ ਨਹੀਂ ਹੁੰਦੀ। ਸੱਚਖੰਡ ਜਿੰਨੀਆਂ ਜੋਤਾਂ ਨੇ ਜੁੜੀ ਹੁੰਦੀ, ਇੱਕ ਦੂਜੇ ਨਾਲ ਨਹੀਂ ਜੁੜਦੀ ਹੁੰਦੀ। ਚੇਤਨਾ ਦੀ ਜੋਤ ਜੁੜਦੀ ਨਹੀਂ ਹੁੰਦੀ। ਚੇਤਨਾ ਦੀ ਜਿਹੜੀ ਜੋਤ ਹੈ ਨਾ, ਬੁੱਧੀ ਇਕੱਠੀ, ਜਿਵੇਂ ਦੂਜੀਆਂ ਲਾਈਟਾਂ ਨੇ ਆਪਣੀਆਂ ਬਾਹਰ, ਉਹ ਜਮ੍ਹਾਂ ਹੋ ਜਾਂਦੀਆਂ ਨੇ। ਮੋਮਬੱਤੀ ਦੀ ਕੈ 2 ਜਾਲ ਦੋ, ਥੋੜ੍ਹਾ ਚਾਨਣ ਵੱਧ ਜੂਗਾ। 4 ਜਾਲ ਦੋ, ਚਾਨਣ ਹੋਰ ਵੱਧ ਜੂਗਾ। 10 ਜਾਲ ਦੋ, ਚਾਨਣ ਹੋਰ ਵੱਧ ਜੂਗਾ, ਚਾਹੇ ਥੋੜ੍ਹਾ ਵਧੇ। ਪਰ ਇੱਕੋ ਲੈਵਲ ਦੀ ਜੇ ਅਕਲ ਇਕੱਠੀ ਕਰੀਏ ਉਨੀ ਹੋ ਰਹਿੰਦੀ ਹੈ। ਉਸ ਲੈਵਲ ਨੂੰ ਵੱਧ ਵਾਲੀ ਅਕਲ ਇੱਕੋ ਹੀ ਹੋਵੇ, ਸਾਰੀਆਂ ਤੈਨੂੰ ਦੱਬ ਲੈਂਦੀ ਹੈ। ਜਿਵੇਂ ਟੀਚਰ ਪੜ੍ਹਾਉਂਦਾ, ਸਟੂਡੈਂਟ ਪੜ੍ਹਦੇ ਨੇ, ਜੇ ਸਟੂਡੈਂਟ ਦੀ ਅਕਲ ਜਮ੍ਹਾਂ ਕਰਕੇ ਟੀਚਰ ਦੀ ਅਕਲ ਨੂੰ ਵੱਡੀ ਨਹੀਂ ਹੋ ਸਕਦੀ। ਉਹ ਬੜੀ ਅਕਲ ਬੜੀ ਹੋ ਰਹੂਗੀ। ਜਿਵੇਂ ਖੇਤ ਵਿੱਚ ਕੋਈ ਜੰਗਲੀ ਦਰਖਤ ਖੜੇ ਨੇ, ਜਿਹੜਾ ਦਰਖਤ ਉੱਚਾ ਉੱਚਾ ਹੀ ਆ ਉਹ, ਬਸ ਬਾਕੀ ਸਭ ਨੀਵੇਂ ਨੇ। ਐਵੇਂ ਜਿਹੜੀ ਅਕਲ ਹੈ, ਉੱਚੀ ਅਕਲ ਹੈ, ਅਕਲ ਜਮ੍ਹਾਂ ਨਹੀਂ ਹੁੰਦੀ। 2 ਜਾਣਿਆਂ ਦੀ ਅਕਲ ਜਮ੍ਹਾਂ ਨਹੀਂ ਹੋ ਸਕਦੀ। 2 ਜਾਣਿਆਂ ਦੀ ਅਕਲ ਜੇ ਆਪਸ ਵਿੱਚ ਹੀ ਵਿਚਾਰ ਕਰਦੀ ਰਹੇ, ਵੱਧ ਤਾਂ ਜਾਂਦੀ ਹੁੰਦੀ ਹੈ, ਉਹ ਗੱਲ ਅਲੱਗ ਹੈ। ਥੋੜ੍ਹੀ ਥੋੜ੍ਹੀ ਕਰਕੇ ਵੱਧ ਵੀ ਸਕਦੀ ਹੈ, ਘੱਟ ਵੀ ਸਕਦੀ ਹੈ। ਜੇ ਉਹ ਵਿਚਾਰ ਕਰਨਗੇ ਅਕਲ ਵੱਧਦੀ ਰਹੂਗੀ, ਜੇ ਉਹ ਬਹਿਸ ਕਰਨਗੇ, ਇੱਕ ਦੂਜੇ ਦਾ ਵਿਰੋਧ ਕਰਨਗੇ, ਅਕਲ ਘੱਟ ਜੂਗੀ। ਇਸੇ ਕਰਕੇ ਜਿਹੜੀ ਹੈ ਬਾਦੀ ਦੀ ਅਕਲ ਵਿਰਸ ਜਾਂਦੀ ਹੈ। ਖੋਜੀ ਉਪਜਾ, ਜਦੋਂ ਵਿਚਾਰ ਕਰਦੇ ਨੇ ਫਿਰ ਤਾਂ ਖੋਜੀ ਨੇ, ਜੋ ਬਹਿਸ ਕਰਦੇ ਨੇ ਫਿਰ ਉਹ ਬਾਦੀ ਨੇ। ਬਾਦੀਆਂ ਦੀ ਅਕਲ ਜਿਹੜੀ ਮਾੜੀ ਮੋਟੀ ਹੁੰਦੀ ਹੈ ਨਾ, ਉਹ ਵੀ ਘਟ ਜਾਂਦੀ ਹੁੰਦੀ, ਨਾਸ ਹੋ ਜਾਂਦੀ ਹੁੰਦੀ। ਵਿਦਵਾਨ ਇਹੀ ਨੇ, ਵਿਦਵਾਨ ਹੁੰਦੇ ਹੀ ਬਾਦੀ ਨੇ। ਵਿਦਵਾਨ ਬਾਦੀ ਦਾ ਨਾਮ ਹੈ, ਬਾਦੀ ਦਾ ਹੀ ਦੂਜਾ ਨਾਮ ਵਿਦਵਾਨ। ਵਿਦਿਆ ਹੈ ਹੀ ਬਖਾਦ ਦਾ ਕੰਮ। ਵਿਦਿਆ 'ਚੋਂ ਬਖਾਦ ਪੈਦਾ ਹੁੰਦੇ ਸੀ। ਉਹ ਬਖਾਦ ਤੋਂ ਖਿਲਾਫ ਹੈ ਜਿਹੜੀ ਗੱਲ ਸਾਰੀ ਚੱਲਦੀ, ਬਖਾਦ ਤੋਂ ਵਿਆਦ, ਬਖਾਦ ਤੋਂ ਖਿਲਾਫ ਹੈ ਇਹ ਤੱਤ ਗਿਆਨ। ਤੱਤ ਗਿਆਨ ਤੋਂ ਵਿਦਵਾਨ ਭੱਜਦੇ ਹੁੰਦੇ ਨੇ। ਵਿਦਵਾਨ ਤੱਤ ਗਿਆਨ ਦਾ ਵਿਰੋਧੀ ਹੁੰਦਾ। ਤੱਤ ਗਿਆਨ ਇਹਦੇ ਉੱਤੇ ਨਹੀਂ ਹੁੰਦਾ ਵਿਦਵਾਨ ਦੇ। ਵਿਦਵਾਨ ਨਹੀਂ ਚਾਹੁੰਦਾ ਮੇਰੇ ਉੱਤੇ ਦੀ ਕੁਛ ਹੋਵੇ। ਹੰਕਾਰ ਨੂੰ ਚੋਟ ਵੱਜਦੀ ਉਹਦੇ ਨੂੰ। ਵਿਦਵਾਨ ਹੰਕਾਰੀ ਹੁੰਦਾ। ਹੰਕਾਰ ਨੂੰ ਛੱਡ ਕੇ ਖੋਜੀ ਬਣਦਾ। ਖੋਜੀ ਤਾਂ ਬਣਦਾ ਵੀ ਮੇਰੀ ਅਕਲ ਥੋੜ੍ਹੀ ਹੈ, ਥੋੜ੍ਹੀ ਹੈ, ਫਿਰ ਆਪੇ ਹੰਕਾਰ ਨਹੀਂ ਰਹਿੰਦਾ। ਖੋਜੀ ਹੈ ਜਿਹੜਾ, ਉਹ ਆਪਣੇ ਆਪ ਦੀ ਅਕਲ ਨੂੰ ਥੋੜ੍ਹੀ ਮੰਨਦਾ ਹੁੰਦਾ। ਵਿਦਵਾਨ ਆਪਣੇ ਅਕਲ ਨੂੰ ਵੱਡੀ ਮੰਨਦਾ। ਇਸੇ ਕਰਕੇ ਵਿਦਵਾਨ ਜਿਹੜਾ ਹੈਗਾ, ਪੰਡਤ ਦੇ ਹਿੱਸੇ 'ਚ ਵਿਦਵਾਨ ਲਫ਼ਜ਼ ਆਇਆ ਹੈ। ਪੰਡਤ ਨੂੰ ਮੂਰਖ ਕਿਹਾ ਹੈ। ਔਰ ਲੱਭ ਲੋਭ ਹੰਕਾਰ ਨੂੰ ਛੱਡਦਾ ਨਹੀਂ ਹੁੰਦਾ ਵਿਦਵਾਨ। ਲੱਭ ਲੋਭ ਹੰਕਾਰ ਛੱਡ ਕੇ ਹੀ ਗੁਰਮੁਖ ਬਣਦਾ, ਦੀਵਾ ਹੋ ਕੇ। ਨਾ ਜੋਤ ਜੁਤਨ, ਜੋਤ ਜੁੜਿਆ ਹੋਇਆ ਨਹੀਂ ਨਾ ਕਿਸੇ ਨਾਲ, ਕਿਸੇ ਖਾਸ ਬੰਦੇ ਨਾਲ ਨਹੀਂ ਜੁੜਿਆ ਹੋਇਆ। ਉਹ ਕਿਸੇ ਤੇ ਖਾਸ, ਉਹਦਾ ਆਪਣਾ ਪਰਾਇਆ ਆਪਾਂ ਜੁੜੇ ਹੋਏ ਹੁੰਦੇ ਹਾਂ। ਆਪਣਾ ਪਰਾਇਆ ਜਦ ਮੰਨਦੇ ਹਾਂ, ਆਪਣਾ ਪਰਾਇਆ ਮੰਨਣ ਦਾ ਮਤਲਬ ਹੈ ਉਹਦੇ ਨਾਲ ਖਾਸ ਜੁੜੇ ਹੋਏ ਆ। ਆਪਣੇ ਨਾਲ ਆਪਾਂ ਉਹਦੇ ਨਾਲ ਨੇੜਤਾ ਹੈ। ਇਹੋ ਜਿਹੀ ਨੇੜਤਾ ਉਹ ਨਹੀਂ ਰੱਖਦਾ ਕਿਸੇ ਜੀਵ ਨਾਲ। ਖਾਸ ਨੇੜਤਾ ਨਹੀਂ, ਕਿਸੇ ਨਾਲ ਖਾਸ ਦੂਰੀ ਨਹੀਂ। ਜੀਵ ਕੀ ਹੈ? ਮਤਲਬ ਹੈ ਜਿਹੜਾ ਆਤਮ ਗਿਆਨੀ ਹੋ ਜਾਂਦਾ। ਪ੍ਰਭ ਆਤਮ ਗਿਆਨੀ ਦੇ ਨਾਲ ਚੱਲਦੀ ਹੈ ਗੱਲ। ਬਸ ਜਦ ਆਤਮ ਗਿਆਨੀ ਪ੍ਰਭ ਹੈ, ਜੇ ਇੱਕ ਹੈ ਜਿਹੜਾ ਪ੍ਰਭ ਹੈ, ਉਹਦਾ ਸੁਭਾਅ ਔਰ ਸੱਚਖੰਡ ਦਾ ਸੁਭਾਅ ਇੱਕ ਹੁੰਦਾ। ਉਹ ਵੀ ਕਿਸੇ ਨਾਲ ਜੁੜਿਆ ਹੋਇਆ ਨਹੀਂ ਰਹਿੰਦਾ। ਜਿਹੜਾ ਇੱਕ ਦੀ ਪ੍ਰੋਪਰਟੀ ਆਈ ਹੈ, ਗੁਰਮੁਖੀ ਜਿਹੜਾ ਸੁਭਾਅ ਹੈ, ਉਹ ਸੱਚਖੰਡ ਦਾ ਸੁਭਾਅ ਇੱਕੋ ਹੀ ਹੈ। ਬਸ ਉਹਦਾ ਵੀ ਨਾ ਕੋਈ ਬੈਰੀ ਨਾ ਹੈ ਬਗਾਨਾ। ਤੁਮ ਸੰਗ ਜੋੜਾ ਪ੍ਰਸੰਗ ਤੋੜੀ,
ਬਸ ਇੰਨਾ ਕੁ ਫਰਕ ਹੈ। ਇਹ ਇਕੱਲੇ ਨੇ ਉਹਦੇ ਨਾਲ ਜੋੜੀ ਹੋਈ ਹੈ ਸੱਚਖੰਡ ਸਾਰੇ ਨਾਲ। ਸੱਚਖੰਡ ਵਾਲੇ ਸੁਭਾਅ ਕਰਕੇ ਉਹੀ ਕੁਦਰਤੀ ਤੌਰ ਤੇ ਜੁੜੇ ਹੋਏ ਨੇ। ਸੁਭਾਅ ਜਦ ਇੱਕ ਹੈ ਤਾਂ ਕਰਕੇ ਕੁਦਰਤੀ ਤੌਰ ਤੇ ਉਹਦੀ ਸੋਚ ਇੱਕ ਹੈ। ਜਹ ਤਾਤ ਨਾ ਮਾਤ ਨਾ ਭਰਾਤ ਸੁਤੰ। ਉਹਦਾ ਤਾਤ ਮਾਤ ਕੋਈ ਨਹੀਂ। ਤਾਤ ਹੁੰਦਾ ਭੈਣ, ਬਾਪ ਨੂੰ ਵੀ ਤਾਤ ਕਹਿੰਦੇ ਨੇ, ਭਾਈ ਨੂੰ ਵੀ ਤਾਤ ਕਹਿੰਦੇ ਨੇ, ਬੜੇ ਨੂੰ। ਇੱਥੇ ਬਾਪ ਦੀ ਸੰਤ ਜਾਊ ਕੇ ਨਾਲ ਮਾਤ ਆਇਆ ਹੈ। ਤਾਤ ਨਾ ਮਾਤ ਨਾ ਬਾਪ ਹੈ ਨਾ ਮਾਂ ਹੈ, ਨਾ ਭਰਾਤ ਸੁਤੰ, ਨਾ ਕੋਈ ਭਾਈ ਹੈ ਨਾ ਕੋਈ ਬੇਟਾ ਹੈ, ਸੁਤ ਹੈ। ਜੋਤ ਦਾ ਜਨਮ ਜੇ ਤਾਂ ਹੋਵੇ ਫਿਰ ਤਾਂ ਮਾਂ ਬਾਪ ਹੋਵੇ। ਜਾਂ ਜਨਮ ਹੀ ਨਹੀਂ ਹੁੰਦਾ ਜਿਹੜੀ ਚੀਜ਼ ਦਾ ਜਨਮ ਹੀ ਨਹੀਂ ਹੁੰਦਾ, ਉਹਦਾ ਭਰਾਤ ਮਾਤ ਹੋ ਨਹੀਂ ਸਕਦਾ, ਭੈਣ ਭਾਈ ਹੋ ਨਹੀਂ ਸਕਦਾ। ਭੈਣ ਭਾਈ ਉਹਦਾ ਹੀ ਹੋਊ ਜਿਹਦਾ ਜਨਮ ਹੋਵੇ। ਜਿਹੜੇ ਭੈਣ ਭਾਈ ਵੀ ਨੇ ਕਿਸੇ ਦੇ ਵੀ ਨਹੀਂ ਹੁੰਦੇ, ਸੰਸਾਰ 'ਚ ਵੀ ਨਹੀਂ ਹੁੰਦੇ। ਉਹ ਸਰੀਰ ਕਰਕੇ ਅਸੀਂ ਮੰਨ ਲੈਂਦੇ ਹਾਂ ਜੋ ਤੁਹਾਡਾ ਖਬਰ ਕਿੱਥੋਂ ਕਿੱਥੋਂ ਆਉਂਦੀ ਹੈ। ਉਹੀ ਸੰਸਾਰ ਦੇ ਬੰਦੇ ਹੀ ਹੋਏ ਨੇ ਭੈਣ ਭਾਈ, ਸੰਸਾਰ 'ਚ ਵੀ ਨਹੀਂ ਹੁੰਦੇ, ਕਿਤੇ ਵੀ ਨਹੀਂ ਹੁੰਦੇ। ਸਰੀਰ ਕਰਕੇ ਮੰਨੇ ਹੋਏ ਨੇ। ਜੋਤ ਕਿੱਥੋਂ ਆਉਂਦੀ ਹੈ ਕਿੱਥੇ ਚਲੀ ਜਾਂਦੀ ਕਿਸੇ ਨੂੰ ਪਤਾ ਹੀ ਨਹੀਂ ਹੈ। ਜਦ ਬੋਲਦੀ ਜੋਤ ਹੈ, ਰਿਸ਼ਤੇ ਜੋਤ ਨਾਲ ਨੇ। ਸਰੀਰ ਦੇ ਤਾਂ ਰਿਸ਼ਤੇ ਮਿੱਟੀ ਦੇ ਨੇ। ਜੋਤ ਨਾਲ ਸਰੀਰ ਦਾ ਵੀ ਕੋਈ ਰਿਸ਼ਤਾ ਨਹੀਂ ਹੈ। ਉਹ ਸਰੀਰ ਜੜ ਹੈ, ਜੋਤ ਚੇਤਨ। ਕੋਈ ਕਿਸੇ ਦਾ ਰਿਸ਼ਤਾ ਹੈ ਉਹ ਨਹੀਂ। ਐਵੇਂ ਮੰਨੇ ਹੋਏ ਨੇ ਸਾਡੇ। ਇਹ ਮੰਨੀਆਂ ਹੋਈਆਂ ਚੀਜ਼ਾਂ ਨੇ। ਮੰਨੀ ਹੋਈ ਚੀਜ਼ ਨੂੰ ਮਨਮਤ ਕਹਿੰਦੇ ਅਸੀਂ। ਜੋ ਚੀਜ਼ ਸੱਚ ਹੈ ਨਹੀਂ ਅਸੀਂ ਉਹਨੂੰ ਸੱਚ ਮੰਨਿਆ ਹੋਇਆ, ਉਹੀ ਮਨਮਤ ਹੈ। ਅਸੀਂ ਜੀਵਨ ਜਗ ਦਾ ਸੱਚ ਕਰਕੇ ਮੰਨ ਲਿਆ। ਭਰਾ ਹੁੰਦਾ ਹੈ, ਭੈਣ ਹੁੰਦੀ ਹੈ, ਭਾਈ ਹੁੰਦਾ ਹੈ, ਮਾਂ ਹੁੰਦਾ ਹੈ, ਹੁੰਦਾ ਹੀ ਨਹੀਂ ਹੈ। ਇਹਨੂੰ ਸੱਚ ਮੰਨ ਲਿਆ ਵੀ ਹੁੰਦਾ। ਐਵੇਂ ਫਰਜ਼ੀ ਨਾਮ ਰੱਖੇ ਹੋਏ ਨੇ। ਜੇ ਫਰਜ਼ੀ ਨਾਮ ਸਮਝ ਆ ਜਾਂਦਾ ਰੱਸੀ ਉਧਰ ਜਾਂਦੀ ਹੈ। ਨਹੀਂ, ਡੋਰ ਲਿਪਟੀ ਹੋਈ ਹੈ। ਡੋਰ ਲਿਪਟੀ ਹੋਈ ਹੈ ਨਾ ਜਿਹੜੀ, ਉਹਨਾਂ ਜਿਹੜੇ ਲਿਪਟੀ ਹੋਈ ਹੈ ਇਹਨਾਂ ਜਿਹੜੇ ਅਸੀਂ ਸੱਚ ਮੰਨਿਆ ਹੋਇਆ। ਜਦ ਸਾਨੂੰ ਸਮਝ ਆ ਗਈ ਸੱਚ ਹੈ ਨਹੀਂ, ਡੋਰ ਆਪੇ ਉਧਰ ਜਾਂਦੀ ਹੈ, ਆਪੇ ਕੱਢਣਾ ਢਿੱਲੀਆਂ ਪੈ ਜਾਂਦੀਆਂ ਹੈ। ਜਿਹ ਰੋਗ ਨਾ ਸੋਗ ਨਾ ਭੋਗ ਭੁਅੰ। ਰੋਗ ਸੋਗ ਕੋਈ ਨਹੀਂ ਹੈ, ਬਿਮਾਰੀ ਕੋਈ ਨਹੀਂ ਹੈ। ਬਿਮਾਰੀ ਕੀ ਹੋਣੀ ਹੈ? ਔਗਣ। ਬਿਮਾਰੀ ਕੀ ਹੁੰਦੀ? ਔਗਣ। ਸੋ ਕੀ ਹੈ? ਚਿੰਤਾ। ਆਤਮਾ ਨੂੰ ਔਗਣਾਂ ਦੀ ਬਿਮਾਰੀ ਹੁੰਦੀ ਹੈ। ਉਹ ਟੀਵੀ ਤਾਂ ਆਤਮਾ ਨੂੰ ਹੁੰਦੀ ਨਹੀਂ, ਉਹਨੂੰ ਔਗਣਾਂ ਦੀ ਬਿਮਾਰੀ ਹੈ। ਔਗਣਾਂ ਦੇ ਨਾਲ ਚਿੰਤਾ ਵੀ ਹੁੰਦੀ ਹੈ। ਜਿੱਥੇ ਔਗਣ ਉੱਥੇ ਚਿੰਤਾ। ਕੋਈ ਔਗਣ ਹੈ ਨਹੀਂਗਾ, ਕੋਈ ਚਿੰਤਾ ਵੀ ਹੈ ਨਹੀਂ। ਰੋਗ ਨਾ ਸੋਗ ਨਾ ਭੋਗ ਭੁਅੰ। ਕਿਉਂਕਿ ਉਹ ਸੰਸਾਰ ਦਾ ਕੋਈ ਪਦਾਰਥ ਖਾਂਦਾ ਹੀ ਨਹੀਂ। ਸੰਸਾਰ ਦੇ ਜਿਹੜੇ ਭੋਗ ਨੇ ਉਹ ਰੋਗ ਪੈਦਾ ਕਰਦੇ ਨੇ। ਭੋਗਮ ਤੇ ਰੋਗਮ ਆਦਿ ਬਾਣੀ 'ਚ। ਜਿਹੜੇ ਅਸੀਂ ਸੰਸਾਰ ਦੇ ਪਦਾਰਥ ਖਾਂਦੇ ਹਾਂ ਨਾ, ਸਰੀਰ ਦੇ ਰੋਗ ਇਹਦੇ ਨਾਲ ਪੈਦਾ ਹੁੰਦੇ ਨੇ। ਭੋਗਮ ਤੇ ਰੋਗਮ। ਰੋਗ ਆਤਮਾ ਦੇ ਵੀ ਪੈਦਾ ਹੁੰਦੇ ਨੇ। ਖਾਣ ਲੱਗੇ ਨੂੰ ਲੱਭ ਹੋ ਜਾਂਦਾ, ਖਾਣ ਵਾਲੀਆਂ ਚੀਜ਼ਾਂ ਦਾ ਲੋਭ ਹੋ ਜਾਂਦਾ, ਚੀਜ਼ਾਂ ਦਾ ਮੋਹ ਹੋ ਜਾਂਦਾ। ਉਹ ਮਿੱਠੇ ਦਾ ਮੋਹ ਹੋ ਜਾਂਦਾ, ਹਰੇਕ ਦਾ ਉਹ ਮਿੱਠਾ ਲਾਇਆ। ਨਾ ਭੋਗ ਭੁਅੰ। ਭੋਗ ਦਾ ਮਤਲਬ ਹੈ ਸੰਸਾਰੀ ਪਦਾਰਥ ਜਿਹੜੇ ਪਿੱਥੀ ਤੋਂ ਪੈਦਾ ਹੁੰਦੇ ਨੇ, ਧਰਤੀ ਤੋਂ ਪੈਦਾ ਹੋਣ ਵਾਲੇ ਭੋਗ, ਉਹਨਾਂ ਦੀ ਗੱਲ। ਐਸਾ ਕੋਈ ਪਦਾਰਥ ਨਹੀਂ ਖਾਂਦਾ। ਜਿਵੇਂ ਫਲ ਫਰੂਟ ਪੈਦਾ ਹੁੰਦਾ ਧਰਤੀ ਚੋਂ ਪੈਦਾ ਹੁੰਦਾ, ਸਾਗ ਸਬਜ਼ੀ ਪੈਦਾ ਹੁੰਦੀ ਹੈ ਧਰਤੀ ਚੋਂ ਪੈਦਾ ਹੁੰਦੀ ਹੈ, ਅੰਨ ਵਗੈਰਾ ਪੈਦਾ ਹੁੰਦਾ ਧਰਤੀ ਖਾਂਦਾ ਦਾ। ਇਹ ਚੀਜ਼ਾਂ ਦਾ ਸਰੀਰ ਖਾਂਦਾ। ਗੱਲ ਇਹ ਸਮਝਾਈ ਆ ਵੀ ਇਹ ਤਾਂ ਸਰੀਰ ਖਾਂਦਾ। ਇਹਦਾ ਮਤਲਬ ਇਹ ਨਹੀਂ ਬ੍ਰਹਮ ਗਿਆਨੀ ਕੋਈ ਖਾਂਦਾ ਹੀ ਨਹੀਂ। ਸਰੀਰ ਕਰਕੇ ਤਾਂ ਖਾਂਦਾ, ਪਰ ਸਰੀਰ ਖਾਂਦਾ ਨਾ, ਆਤਮਾ ਨਹੀਂ ਖਾਂਦੀ। ਸਰੀਰ ਤਾਂ ਖਾਂਦਾ, ਸਰੀਰ ਤਾਂ ਇੱਥੇ ਹੀ ਬਣਿਆ, ਇੱਥੇ ਦੀਆਂ ਚੀਜ਼ਾਂ ਖਾਂਦਾ, ਇੱਥੇ ਰਹਿ ਜਾਂਦਾ। ਆਤਮਾ ਨਹੀਂ ਖਾਂਦੀ ਹੁੰਦੀ ਕੁਛ। ਆਤਮਾ ਦੀ ਖੁਰਾਕ ਗਿਆਨ। ਜਹ ਜੰਪੈ ਕਿਨਰ ਜਛ ਜੁਅੰ। ਜਿਹਨੂੰ ਜਪਦੇ ਨੇ
ਜਪਣ ਦਾ ਮਤਲਬ ਸਮਝ ਰਹੇ ਨੇ, ਜਾਣ ਰਹੇ ਨੇ। ਕਿੰਨਰ ਜਿਹੜੇ ਨੇ ਨਾ, ਜਿਹੜੇ ਗਾਉਣ ਵਾਲੇ ਨੇ, ਗਵਈਏ, ਉਹ ਵੀ ਉਹ ਸੁਣਾ ਰਹੇ ਨੇ ਜੋ ਕੁਛ ਕਰਤਾਰ ਦੀਆਂ ਹੀ ਕਹਾਣੀਆਂ ਸੁਣਾ ਰਹੇ ਨੇ ਆਪਣੀ ਜਾਣੇ ਤਾਂ ਉਹ ਉਹਨੂੰ ਜਾਣਨ ਦੀ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ। ਜੋ ਇਕੱਠੇ ਹੋ ਕੇ ਮਿਲ ਕੇ ਗਾਉਂਦੇ ਨੇ ਔਰ ਉਹਨੂੰ ਜਾਣਨ ਦੀ ਕੋਸ਼ਿਸ਼, ਚਰਚਾ ਵੀ ਕਰਦੇ ਨੇ ਉਹਦੇ ਰੰਗਾਂ ਦੀ, ਉਹਦੇ ਖੇਡ ਦੀ, ਸੰਸਾਰ ਦੀ ਜਾਣਨ ਦੀ ਕੋਸ਼ਿਸ਼ ਕਰ ਰਹੇ ਨੇ, ਜੁੜ ਕੇ। ਯੋਗ ਦਾ ਮਤਲਬ ਜੁੜ ਕੇ। ਨਰ ਨਾਰ ਨਿਪੁੰਸਕ ਜਾਹੇ ਕੀਏ। ਨਾਰ ਨਿਪੁੰਸਕ, ਦੇਖੋ ਤੀਜੀ ਕੈਟਾਗਰੀ ਲੈ ਲਈ। ਤੀਜੀ ਕੈਟਾਗਰੀ ਆਦਿ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਆਈ। ਉਹ ਤਾਂ ਨਾਲ ਦੀ ਗੱਲ ਚੱਲਦੀ ਹੈ ਜ਼ਿਆਦਾ। ਇਹਨਾਂ ਨੇ ਤੀਜੀ ਕੈਟਾਗਰੀ ਚੁੱਕਾ ਹੈ। ਨਿਪੁੰਸਕ ਕਹਿੰਦੇ ਨੇ ਜਿਹੜੇ ਨੇ ਖੁਸਰੇ ਨੇ, ਉਹਨੂੰ ਨਿਪੁੰਸਕ ਕਹਿੰਦੇ ਨੇ। ਉਹ ਵੀ ਤਾਂ ਬਣਾਏ ਨੇ। ਨਾਲ ਨਿਪੁੰਸਕ ਜਾਹੇ ਕੀ, ਇਹ ਉੱਥੇ ਨਹੀਂ ਆਈ ਹੋਈ, ਰਹਿ ਗਈ ਸੀ ਕੈਟਾਗਰੀ ਉੱਥੇ। ਪਰ ਹੈ ਤਾਂ ਉਹ ਵੀ ਵਿੱਚ ਲੈ ਲੈ। ਕੁਝ ਗੱਲਾਂ ਐਸੀਆਂ ਨੇ ਜਿਹੜੀਆਂ ਅੱਜ ਦੀਆਂ ਜਾਂ ਇੱਥੇ ਲਈਆਂ ਨੇ। ਇਹ ਤਾਂ ਜਿਹੜੇ ਵਿਦਵਾਨ ਨੇ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਕੀ ਹੈ। ਇਹ ਤਾਂ ਅਸਲ 'ਚ ਅਸੀਂ ਇੱਕ ਸਾਖੀ ਸੁਣੀ ਹੋਈ ਹੈ। ਇਹ ਜੀ ਪੱਕੀ ਬਾਣੀ ਹੈ। ਉਹ ਪੱਕੀ ਬਾਣੀ ਹੁੰਦੀ ਕੀ ਹੈ? ਇਹ ਜੀ ਇਹ 'ਚ ਉਹ ਐਂ ਕਿਹਾ ਸੀ, ਪਾਗਲ ਕਿਤੇ ਲੜਾ ਨਾ ਦੇਣ। ਇਹਨਾਂ ਨੇ ਉਹ ਲਕੀਰ ਦੇ ਫਕੀਰ ਨੇ। ਅਗਰ ਜਦ ਤੱਕ ਬਾਣੀ ਬਾਹਰ ਪਈ ਸੀ, ਪਾਰਖੂ ਨੂੰ ਤਾਂ ਪਰਖ ਸੀਗੀ ਨਾ ਉਹਦੀ। ਜਿਹੜੇ ਪਾਰਖੂ ਸੀ ਉਹਨਾਂ ਨੇ ਪਰਖ ਕਰੀ। ਕੀ ਕੋਈ ਪਾਰਖੂ ਹੁਣ ਫੇਰ ਨਹੀਂ ਪੈਦਾ ਹੋ ਸਕਦਾ? ਕੀ ਭੱਟ ਪਾਰਖੂ ਨਹੀਂ ਸੀ? ਪਾਰਖੂ ਤਾਂ ਹੁਣ ਵੀ ਪੈਦਾ ਹੋਣਗੇ। ਕੱਚੀ ਪੱਕੀ ਦਾ ਸਮਝਣ, ਜੇ ਕੱਚੀ ਪੱਕੀ ਸਮਝਣੀ ਨਹੀਂ, ਸਿੱਖੇ ਨਹੀਂ ਬਣ ਸਕਦਾ ਉਹਨਾਂ 'ਚ। ਜਿਹਨੂੰ ਕੱਚੀ ਪੱਕੀ ਬਣਦੀ ਸਮਝ ਨਹੀਂ, ਉਹ ਗੁਰਬਾਣੀ ਨੂੰ ਵੀ ਨਹੀਂ ਸਮਝ ਸਕਦਾ। ਜਿਹਨੂੰ ਸਮਝ ਆ ਗਈ ਉਹ ਜਾਈ ਹੈ। ਜਿਨ ਜਾਣਿਆ ਸੋ ਤਿਸੀ ਜਿਹਾ। ਜਿਹਨੇ ਲਿਖੀ ਹੈ ਉਹਦੇ ਵਰਗਾ ਹੀ ਹੈ ਜਿਹਨੇ ਸਮਝ ਲਈ, ਪਰ ਪੂਰੀ ਸਮਝ ਲਈ। ਫਿਰ ਕੁਝ ਜਿਨ ਜਾਣਿਆ ਸੋ ਤਿਸੀ ਜਿਹਾ। ਜਿਹਨੇ ਇੱਕ ਨੂੰ ਜਾਣ ਲਿਆ ਇੱਕ ਵਰਗਾ ਹੀ ਹੈ। ਫਿਰ ਉਹ ਪੱਕੀ ਬਾਣੀ ਹੁਣ ਕਿਤੇ ਲਿਖੀ ਨਹੀਂ ਜਾ ਸਕਦੀ, ਕਿਤੇ ਬੋਲੀ ਨਹੀਂ ਜਾ ਸਕਦੀ। ਇਹ ਤਾਂ ਹਰ ਯੁੱਗ ਭਗਤੋਂ ਪਾਇਆ, ਇਹ ਤਾਂ ਹੁੰਦਾ ਹੀ ਰਹਿਣਾ। ਜਿਹੜੇ ਮੂਰਖ ਨੇ ਉਹਨਾਂ ਦੀ ਸਮਝ ਆਉਣੀ ਉਹਦੀ ਗੱਲ, ਉਹਨਾਂ ਦੀ ਸਮਝ ਨਹੀਂ ਆਉਂਦੀ ਹੁੰਦੀ। ਉਹਨਾਂ ਦੀ ਸਮਝ ਤੇ ਪਰੇ ਰਹਿੰਦੀ ਗੱਲ, ਰਹਿਣੀ ਵੀ ਹੈ ਪਰੇ, ਹਮੇਸ਼ਾ ਰਹਿੰਦੀ ਹੁੰਦੀ ਹੈ। ਨਰ ਨਾਰ ਦਸੋਂ ਬਾਣੀ ਪੱਕੀ ਬਾਣੀ ਹੈ। ਦੱਸਾਂ ਤਾਂ ਸਹੀ ਵੀ ਕਿੱਥੋਂ ਕੱਚੀ ਹੈ। ਜਿਹੜੀ ਬਾਣੀ ਹੈ ਉਹ ਸ਼ਾਮ ਤਾਂ ਲਿਖਿਆ, ਸਾਰੀ ਉਹ ਪੱਕੀ ਨਹੀਂ ਹੈ। ਇਹ ਹਰ ਖਾਣ ਨੇ ਰੇਤ ਦੇ ਵਿੱਚ ਲਾ ਕੇ ਰੱਖੀ ਹੋਈ ਹੈ, ਤੁਸੀਂ ਚੁਗਣੀ ਹੈ। ਇਹ ਉੱਥੇ ਚੁੱਕ ਕੇ ਪਾਸੇ ਰੱਖੀ ਹੋਈ ਹੈ। ਅੱਜ ਜੇ ਪੜੋਗੇ ਤੁਸੀਂ ਸਮਝੋਗੇ। ਤੁਸੀਂ ਇੱਥੇ ਚੁੱਕ ਕੇ ਦਿਖਾਓ ਨਾ, ਹਰ ਖਾਂਡ ਰੇਤ ਵਿੱਚ ਬਿਖਰੀ। ਇੱਥੇ ਦੱਸੋ ਵੀ ਆਹ ਭਗਤੀ ਕੱਚੀ ਹੈ ਪੱਕੀ ਹੈ। ਇਸੇ ਕਰਕੇ ਸ਼ਾਮ ਵਾਲ ਰਾਮ ਵਰਤੇ ਨੇ। ਜਿਹੜੀ ਸ਼ਾਮ ਵਾਲੀ ਭਗਤੀ ਆ ਕੱਚੀ ਹੋਊਗੀ, ਜਿਹੜੀ ਰਾਮ ਵਾਲੀ ਆ ਪੱਕੀ ਹੋਊਗੀ। ਇਹ ਦੋ ਤਰ੍ਹਾਂ ਦੀ ਹੈ ਚੀਜ਼। ਇਹ ਕੱਚੀ ਵੀ ਹੈ, ਪੱਕੀ ਵੀ ਹੈ, ਸੰਸਾਰੀ ਗੱਲ ਵੀ ਹੈ। ਆਹ ਨਾਲ ਨਿਪੁੰਸਕ, ਇਹ ਸੰਸਾਰੀ ਗੱਲ ਹੈ। ਚਾਹੇ ਸੱਚ ਹੈ ਪਰ ਸੰਸਾਰੀ ਗੱਲ ਹੈ। ਉੱਥੇ ਵੀ ਹੈ ਸੰਸਾਰੀ ਗੱਲ, ਕੱਚੀ ਬਾਣੀ ਉਹ 'ਚ ਵੀ ਹੈਗੀ ਹੈ। ਜਿਵੇਂ ਸਗਲ ਬਨਸਪਤ ਮੈਂ ਬੈ ਸੰਤਰ, ਇਹ ਸੰਸਾਰੀ ਉਹ ਸੱਚ ਹੈ। ਇੰਨੀ ਭਗਤੀ ਸੰਸਾਰੀ ਉਹ ਸੱਚ ਹੈ। ਸਗਲ ਦੂਧ ਮੈਂ ਕੀਆ, ਇਹ ਸੰਸਾਰੀ ਉਹ ਸੱਚ ਹੈ। ਅਗਲੀ ਭਗਤੀ ਹੈ ਨਿਰਾਕਾਰੀ ਸੱਚ। ਤੈਸੇ ਹੀ ਹਰ ਵਸੇ ਨਿਰੰਤਰ। ਉੱਥੇ ਵੀ ਤਾਂ ਹੈਗੀ, ਅੱਧੀ ਕੱਚੀ ਅੱਧੀ ਪੱਕੀ ਹੈ। ਉੱਥੇ ਕਦੇ ਕੱਚੀ ਹੈ ਨਹੀਂ। ਸੰਸਾਰੀ ਸੱਚ ਕੱਚਾ ਹੀ ਹੁੰਦਾ। ਜੋ ਸੰਸਾਰ ਹੈ ਉਹ ਝੂਠ, ਸੰਸਾਰੀ ਸੱਚ ਵੀ ਝੂਠ ਹੈ। ਜੋ ਸੰਸਾਰੀ ਸੱਚ ਹੈ ਝੂਠ ਹੈ,
ਸੰਸਾਰੇ ਝੂਠ ਹੈ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ, ਸੰਸਾਰੀ ਸੱਚ ਵੀ ਝੂਠ ਹੁੰਦਾ। ਜਦ ਉਹ ਬੋਲਦਾ ਜੋਗੀ, ਕੱਚੀ ਗੱਲ ਕਰਦਾ ਜੋਗੀ। ਬੁੱਧਾ ਝੋਲੀ ਖਿੱਤਾ 12 ਮਾਹੇ ਇੱਕ ਸਰੇ ਉਹ ਖੜਦਾ ਇੱਕ ਪੰਥਾ। ਇਹਨੂੰ ਬਾਅਦ ਸਮਝਾਈਏ ਜੋਗੀ ਬਹੁਤ ਝੋੜ, ਸਾਰੀ ਕੱਚੀ ਗੱਲ ਹੈ, ਗੱਲ ਕੱਚੀ ਹੈ। ਉਹਨੇ ਕਹੀ, ਜੋਗੀ ਨੇ ਕਹੀ ਹੈ ਨਾ, ਪਰ ਉਹਨੂੰ ਕੱਟਿਆ, ਫਿਰ ਉਹਦੀ ਗੱਲ ਨੂੰ ਫਿਰ ਕੱਟਿਆ ਹੋਇਆ। ਉਹ 4 ਜਿਹੜੇ ਸ਼ਲੋਕ ਨੇ ਕਬੀਰ ਦੇ, 3 ਕੱਚੇ ਨੇ, ਉਹ 'ਚ 3 ਕੱਟ ਕੇ ਚੌਥਾ ਸੱਚਾ ਦੱਸਿਆ। ਰੋੜਾ ਹੋਇਆ ਵਾਟਕਾ ਤਾਜਮਾਨ ਕੱਚੀ ਹੈ ਗੱਲ, ਇਹ ਕੱਚੀ ਕੱਟੀ ਨਾ। ਰੋੜਾ ਪਿਆ ਤਾਂ ਕਿਆ ਪਿਆ। ਦੂਜੀ ਕੀਤੀ ਖੇ ਧਾਲੀ ਮੈਂ ਖੇ, ਉਹ ਵੀ ਕੱਟੀ। ਤੀਜੀ ਕੀਤੀ, ਉਹ ਵੀ ਕੱਟੀ। ਚੌਥੇ ਤੇ ਜਾ ਕੇ ਸੱਚ ਆਇਆ ਪੂਰਾ। ਉਹ ਕੱਚੀ ਪੱਕੀ ਦੀ ਪਛਾਣ ਦੱਸੀ ਹੋਈ ਹੈ ਵਿੱਚ ਕੀ ਹੁੰਦੀ ਹੈ। ਤੁਹਾਨੂੰ ਬੜਾ ਪਤਾ ਕੱਚੀ ਪੱਕੀ ਕੀ ਹੁੰਦੀ, ਪਛਾਣ ਵੀ ਇਹਦੇ ਵਿੱਚ ਹੀ ਹੈ, ਕੱਚਾ ਪੱਕਾ ਕੀ ਹੁੰਦਾ। ਇਹਨਾਂ ਨੂੰ ਕੀ ਪਤਾ, ਇਹਦਾ ਸਜ਼ਾਈ ਨੇ ਤਾਂ ਖੋਜ ਦਾ ਵਿਸ਼ਾ ਸੀ ਨਾ। ਨਰ ਨਾਰ ਨਪੁੰਸਕ ਜਾਹੇ ਕੀਏ, ਨਰ ਨਾਰ ਨਪੁੰਸਕ ਜਾਹੇ ਕੀਏ, ਸੱਚ ਵੀ ਹੈ, ਬਣਾਏ ਵੀ ਹੋਏ ਨੇ। ਨਰ ਵੀ ਬਣਾਏ ਨੇ, ਨਾਰ ਵੀ ਹੈ। ਹੁਣ ਜਿਹੜੇ ਕਹਿੰਦੇ ਨੇ, ਤਿੰਨ ਕੈਟਾਗਰੀਆਂ ਦੱਸਦੀਆਂ। ਉਹ ਤੇ ਨਾਰ ਜਿਹੜੀ ਆਦਿ ਬਣੀ ਸੀ, ਨਾਰ ਨੂੰ ਆਦਮੀ ਉਹ ਕਹਿੰਦੇ ਨੇ। ਕਿਵੇਂ ਕਹਿ ਦੇਣਗੇ? 3 ਰਸਤੇ ਤਾਂ ਹੀ 3 ਲਿਖੇ ਨੇ। ਨਾਰਾ ਨਾਰ ਨੂੰ ਇੱਕੋ ਮੰਨੀ ਜਾਂਦੇ ਸੀ। ਉਹ ਏਕਾ ਪੁਰਖ ਸਭਾਈ ਨਾਰ ਨੂੰ, ਔਰਤਾਂ ਨੂੰ ਵੀ ਨਾਰ ਬਣਾਤਾ ਸੀ ਇਹਨਾਂ ਨੇ, ਵਿਦਵਾਨਾਂ ਨੇ ਬਣਾਇਆ ਹੋਇਆ, ਮੂਰਖਾਂ ਨੇ ਦਲੀਲ ਦਿੰਦੇ ਨੇ। ਇਹ ਨਹੀਂ ਬਣਦੇ ਹੁੰਦੇ, ਏਦਾਂ ਨਹੀਂ ਬਣਦੇ ਹੁੰਦੇ। ਪੁਰਖ ਪੁਰਖੇ ਰਹਿੰਦਾ, ਨਾਰ ਨਾਰ ਹੈ। ਹਾਂ, ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ ਬੁਝੇ ਬ੍ਰਹਮ ਗਿਆਨੀ, ਉਹ ਗੱਲ ਅਲੱਗ ਹੈ। ਉਹ ਤੇ ਠੀਕ ਹੈ, ਸੰਸਾਰੀ ਸੱਚ ਵੀ ਹੈ। ਔਰਤਾਂ ਜੋ ਆਦਮੀ ਪੈਦਾ ਹੁੰਦੇ ਨੇ, ਉਹ ਗੱਲ ਸੰਸਾਰੀ ਗੱਲ ਹੈ। ਸਰੀਰ ਕਰਕੇ ਵੀ ਗੱਲ ਠੀਕ ਹੈ, ਆਤਮਾ ਕਰਕੇ ਵੀ ਠੀਕ ਹੈ। ਅਸਲ 'ਚ ਪੁਰਖ ਮੈਂ ਨਾਰ ਹੈ ਪਹਿਲਾ ਲਫ਼ਜ਼, ਪਹਿਲੀ ਪੰਕਤੀ। ਪੁਰਖ ਮੈਂ ਨਾਰ, ਦੂਈ ਪਲਟਾ ਨਾਰ ਮੈਂ ਪੁਰਖ। ਕਰਤੇ ਪੁਰਖ ਤੋਂ ਪੈਦਾ ਹੋਈ ਹੈ ਬਾਣੀ। ਜਿਹੜੀ ਹੈ ਮਤ ਨਾਰ ਹੈ, ਗੁਰਮਤਿ ਨਾਰ ਰੂਪ ਹੈ, ਤੁਰਕੀ ਬਾਣੀ ਨਾਰ ਰੂਪ ਹੈ। ਕਰਤਾ ਪੁਰਖ ਚੋਂ ਹੀ ਪੈਦਾ ਹੋਈ ਹੈ ਨਾ ਬਾਣੀ। ਪੁਰਖ ਸੀ, ਉਹਦੇ ਵਿੱਚੋਂ ਹੀ ਨਾਰ ਆਈ ਹੈ ਨਾ। ਪਾਣੀ ਚੋਂ ਹੀ ਲਹਿਰ ਉੱਠੀ ਹੈ। ਪਾਣੀ ਬੁਲੰਦ ਹੈ, ਲਹਿਰ ਇਸਤਰੀ, ਪਾਣੀ ਵਿੱਚੋਂ ਹੀ ਲਹਿਰ ਉੱਠੀ ਹੈ ਨਾ। ਲਹਿਰ ਪਾਣੀ ਦੇ ਵਿੱਚੋਂ ਪੈਦਾ ਹੋਈ ਹੈ ਨਾ। ਪਰ ਲਹਿਰ ਦੇ ਵਿੱਚ ਕੀ ਹੈ? ਪਾਣੀ। ਨਾਰਮਾ ਪੁਰਖਾ, ਨਾਰ ਕੀ ਹੈ? ਲਹਿਰ ਕੀ ਹੈ? ਪਾਣੀ ਪੁਰਖ। ਮਤ ਨਹੀਂ ਬ੍ਰਹਮ ਗਿਆਨ ਹੈ ਇਹਦੇ ਵਿੱਚ। ਬ੍ਰਹਮ ਗਿਆਨੀ ਨੇ ਮਤ ਪੈਦਾ ਕੀਤੀ ਹੈ, ਵਿੱਚ ਕੀ ਹੈ? ਬ੍ਰਹਮ ਗਿਆਨ। ਉਹੀ ਚੀਜ਼ ਨਿਕਲਣੀ ਹੈ ਜੋ ਚੀਜ਼ ਪਾਈ ਹੋਈ ਹੈ ਵਿੱਚੋਂ, ਹੋਰ ਕੀ ਨਿਕਲਣਾ। ਨਰ ਨਾਰ ਨਪੁੰਸਕ ਜਾਹੇ ਕੀਏ, ਜਾਹੇ ਕੀਏ ਜਿਹਨੇ ਬਣਾਏ ਨੇ। ਗਣ ਕਿੰਨਰ ਜਛ ਭੁਜੰਗ ਦੀਏ, ਗਣ ਕਿੰਨਰ, ਕਿੰਨਰਾਂ ਦੇ ਗਣਾਂ ਦੇ ਗਣ, ਸਮੂਹਾਂ ਦੇ ਸਮੂਹ। ਭੁਜੰਗ ਦੀਏ ਜਛ, ਜਛ ਕਿੰਨਰ ਨੇ ਦੇਵਤਿਆਂ ਦੇ, ਭੁਜੰਗ ਦੀਏ ਭੁਜੰਗ ਨੇ ਸ਼ਿਵ ਜੀ ਦੇ ਚੇਲੇ। ਸਾਡੇ ਵੀ ਭੁਜੰਗੀ ਕਹਿੰਦੇ ਨੇ ਆਪਣੇ ਨਿਹੰਗਾਂ ਸਿੰਘਾਂ 'ਚ। ਜਿਹੜੇ ਹੁੰਦੇ ਨੇ ਨਾ ਛੋਟੇ ਬੱਚੇ, ਉਹਨਾਂ ਨੂੰ ਭੁਜੰਗੀ ਕਹਿੰਦੇ ਨੇ। ਭੁਜੰਗ ਇੱਥੋਂ ਹੀ ਆਇਆ ਹੈ। ਸਾਡੀ ਜਿਹੜੀ ਭਗਤੀ ਹੈ ਦੇਵਤਿਆਂ ਨਾਲ ਘੱਟ ਮਿਲਦੀ ਹੈ, ਸ਼ਿਵ ਜੀ ਜ਼ਿਆਦਾ ਮਿਲਦੀ ਹੈ। ਤਾਂ ਹੀ ਉਹਨਾਂ ਨੂੰ ਯੋਗੀਆਂ ਨੂੰ, ਯੋਗ ਹੈ ਨਾ ਇਹ ਵੀ, ਤਾਂ ਹੀ ਯੋਗੀਆਂ ਨੂੰ ਗੁਰੂ ਨਾਨਕ ਨੇ ਕੀਤਾ ਸੀ ਨਾ ਜ਼ਿਆਦਾ ਉਪਦੇਸ਼। ਪੰਡਤਾਂ ਨੇ ਉਪਦੇਸ਼ ਕੀਤਾ। ਪੰਡਤ ਤਾਂ ਵਿਦਵਾਨ ਹੁੰਦਾ। ਪੰਡਤ ਨੇ ਜਾਣ ਬੁੱਝ ਕੇ ਬਾਟ ਪਾੜੀ ਹੋਈ ਹੈ, ਖਰਾਬ ਕੀਤਾ ਹੋਇਆ ਕੰਮ। ਉਹਨੂੰ ਕੀ ਕਹਿਣਾ ਪੰਡਤ ਨੂੰ? ਜਿਹਨੇ ਰਾਹ ਜਾਣ ਬੁੱਝ ਕੇ ਉਲਟਾ ਬਣਾਇਆ ਹੋਇਆ, ਉਹਨੂੰ ਕੀ ਸਮਝਾਉਣਾ? ਉਹਦਾ ਤਾਂ ਧਰਮ ਹੈ ਰਸਤਾ ਸਿੱਧੇ ਨੂੰ ਉਲਟਾ ਬਣਾਉਣਾ। ਜੇ ਬਣ ਜਾਵੇ ਫਿਰ ਸਿੱਧਾ ਫੇਰ ਵਿਗਾੜਨਾ, ਉਹਦਾ ਤਾਂ ਕੰਮ ਇਹ ਹੈ। ਜੇ ਕਿਤੇ ਰਾਹ ਸਿੱਧਾ ਪੈ ਬਣ ਵੀ ਗਿਆ, ਕਿਤੇ ਭਗਤਾਂ ਨੇ ਬਣਾਤਾ, ਉਹਨੇ ਫੇਰ ਢਾਹਿਆ ਉਹਨੂੰ,
ਇਹਨਾਂ ਨੇ ਇਸ ਕਹਾਣੀਆਂ ਬਣਾ ਕੇ ਆ ਸਾਰੀਆਂ ਸਾਖੀਆਂ ਡੁਪਲੀਕੇਟ ਸੰਤਾਂ ਦੀਆਂ ਬਣਾਈਆਂ ਹੋਈਆਂ ਨੇ, ਆ ਪੰਡਤ ਦੀਆਂ ਬਣਾਈਆਂ ਹੋਈਆਂ ਨੇ। ਇਹ ਵਿਸ਼ਨੂੰ ਦੇ ਸਾਰੇ ਹੀ ਹਲਦਾਲੇ ਫਿਰਨ ਵਾਲੇ ਨੇ। ਕਿਉਂਕਿ ਜਿਹੜਾ ਪੈਸੇ ਵਾਲਾ, ਦੇਖੋ ਪੈਸੇ ਨਾਲ ਜਿਹੜਾ ਪ੍ਰੇਮ ਕਰਨ ਵਾਲਾ ਸੰਤ ਹੈ ਨਾ, ਪੈਸੇ ਦੀ ਲੋੜ ਨੂੰ ਲੋੜ ਸਮਝਣ ਵਾਲਾ, ਉਹ ਵਿਸ਼ਨੂੰ ਦੇ ਨਾਲ ਅਟੈਚ ਹੈ। ਜਿਨ੍ਹਾਂ ਸੰਤਾਂ ਕੋ ਕਾਰਾਂ ਨੇ ਸਭ ਸਰਕਾਰੀ ਨੇ, ਰਾਜਨੀਤਿਕ ਨੇ ਸਾਰੇ। ਜਿਹੜੇ ਨਾਂਗੇ ਨੇ ਨੰਗੇ ਉਹ ਸਰਕਾਰ ਤੋਂ ਝੰਡਾ ਦੂਏ ਪਾਸੇ ਉਹਨਾਂ ਦਾ, ਕਹਿੰਦੇ ਅਸੀਂ ਸਰਕਾਰ ਤੇ ਕੀ ਲੈਣਾ। ਉਹ ਸਰਕਾਰ ਤੋਂ ਉੱਪਰ ਨੇ, ਇਹ ਸਰਕਾਰ ਦੇ ਅਧੀਨ। ਜੋ ਸਰਕਾਰ ਕਹਿੰਦੀ ਉਹਨਾਂ ਨੂੰ ਕਰਨਾ ਪੈਂਦਾ, ਨਹੀਂ ਤਾਂ ਅਗਲੇ ਇਹਨਾਂ ਦੀਆਂ ਕਮਜ਼ੋਰੀਆਂ ਹੁੰਦੀਆਂ ਨੇ, ਚੱਕ ਕੇ ਜੇਲ੍ਹਾਂ 'ਚ ਭੇਜ ਦਿੰਦੇ ਨੇ ਇਹਨਾਂ ਨੂੰ, ਇਹਨਾਂ ਦੀ ਰੋਟੀ ਪਾਣੀ ਬੰਦ ਕਰ ਦਿੰਦੇ ਨੇ। ਇਹਨਾਂ ਨੂੰ ਸਰਕਾਰ ਤੋਂ ਡਰ ਕੇ ਰਹਿਣਾ ਪੈਂਦਾ। ਹਰ ਪ੍ਰਕਾਰ ਦੀ ਸਰਕਾਰ ਦੀ ਸੇਵਾ ਕਰਦੇ ਨੇ, CID ਵੀ ਕਰਦੇ ਨੇ ਉਹਦੀ। ਜੋ ਕੁਝ ਕੰਮ ਦੇਣ ਜੋਗੇ ਨੇ ਸਰਕਾਰ ਨੂੰ ਕੰਮ ਦਿੰਦੇ ਨੇ, ਸਰਕਾਰ ਤੋਂ ਕੰਮ ਲੈਂਦੇ ਵੀ ਨੇ। ਇਹ ਨਹੀਂ ਵੀ ਲੈਂਦੇ ਨਹੀਂ, ਲੈਂਦੇ ਵੀ ਨੇ, ਕੰਮ ਦਿੰਦੇ ਵੀ ਨੇ। ਸਰਕਾਰ ਨਾਲ ਰਲ ਕੇ ਰਹਿੰਦੇ ਨੇ। ਉਹਨਾਂ ਦਾ ਮਾਇਆ ਤੇ ਕੋਈ ਮਤਲਬ ਹੀ ਨਹੀਂ ਹੈ। ਉਹ ਸਰਕਾਰ ਦੇ ਮਾੜੇ ਕੰਮਾਂ ਦੀ ਨਿੰਦਿਆ ਤਾਂ ਕਰ ਦਿੰਦੇ ਨੇ। ਟਿੱਪਣੀ ਦਾ ਗੁਰੂ ਨਾਨਕ ਨੇ ਕਿਸੇ ਵੀ ਰਾਜੇ ਦੀ ਉਸਤਤੀ ਨਹੀਂ ਕੀਤੀ, ਨਿੰਦਿਆ ਕੀਤੀ। ਗੁਰਬਾਣੀ ਨੇ ਕਿਸੇ ਰਾਜੇ ਦੀ ਉਸਤਤੀ ਕੀਤੀ ਹੋਵੇ, ਦੱਸੋ ਕਿੱਥੇ ਕੀਤੀ? ਸਾਡਾ ਧਰਮ ਕਿਸੇ ਰਾਜੇ ਦੀ ਉਸਤਤੀ ਨਹੀਂ ਕਰ ਸਕਦਾ। ਜਿਹੜੇ ਸੰਤ ਉਸਤਤੀ ਕਰਦੇ ਨੇ ਹੁਣ ਕਿਰਪਾਨਾਂ ਪਾ ਕੇ, ਉਹ ਸਿੱਖ ਨਹੀਂ ਹਨ। ਅਸੀਂ ਰਾਜ ਪ੍ਰਬੰਧ ਦੀ ਨਿੰਦਿਆ ਹੀ ਕਰਨੀ। ਉਸਤਤੀ ਕਰੇ ਤਾਂ ਹੋਰ ਵਿਗੜ ਜੂਗਾ। ਉਹ ਉਸਤਤੀ ਦੇ ਲਾਇਕ ਵੀ ਹੋਵੇ, ਚੁੱਪ ਕਰ ਰਹੋ। ਕੋਈ ਨਹੀਂ ਕਰਦਾ ਰਹਿਣ। ਕੋਈ ਕਦਾ ਕੰਮ ਜੇ ਚਾਰ ਚੰਗੇ ਕਰਦੇ, 1000 ਮਾੜੇ ਕੀਤੇ ਨੇੜੇ। ਉਹ ਜੋ ਇੱਕ ਦੋ ਕੰਮ ਚੰਗੇ ਕਰਤੇ ਉਹਦੀ ਸ਼ਲਾਘਾ ਨਹੀਂ ਕਰੀਦੀ। ਜਿਹੜੇ ਹੋਰ 1000 ਮਾੜੇ ਕੀਤੇ ਨੇ ਉਹ ਵੀ ਦੱਸਣੇ ਪੈਣਗੇ ਫਿਰ ਨਾਲ। ਜਦੋਂ ਕੋਈ ਬਹੁਤ ਜ਼ਿਆਦਾ ਮਾੜਾ ਕੰਮ ਕਰਦਾ ਨਾ ਸਰਕਾਰ, ਉਹ ਤੇ ਟਿੱਪਣੀ ਜ਼ਰੂਰ ਕੀਤੀ ਹੋਈ ਹੈ। ਰਾਜੇ ਸੀ ਮੁਕੱਦਮ ਕੁੱਤੇ, ਜਾਂ ਜ਼ਿਆਦਾ ਅਨਰਸ ਕਰਦਾ ਉਹ ਤੇ ਟਿੱਪਣੀ ਕੀਤੀ ਹੋਈ ਹੈ। ਛੋਟੀਆਂ ਹਰ ਗੱਲ ਛੋਟੀ ਮੋਟੀ ਤੇ ਟਿੱਪਣੀ ਵੀ ਨਹੀਂ ਕੀਤੀ। ਕੋਈ ਮਜਬੂਰੀਆਂ ਹੁੰਦੀਆਂ ਸਰਕਾਰਾਂ ਦੀਆਂ ਵੀ, ਛੋਟੀਆਂ ਮੋਟੀਆਂ ਗੱਲਾਂ ਤੇ ਟਿੱਪਣੀ ਵੀ ਨਹੀਂ ਕੀਤੀ ਹੋਈ। ਬਹੁਤ ਅਨਰਥ ਕੋਈ ਕਰੇ ਫਿਰ ਟਿੱਪਣੀ ਕਰਦੀ ਹੈ ਗੁਰਬਾਣੀ। ਉਸਤਤੀ ਨਹੀਂ ਕਰਦੀ, ਨਿੰਦਿਆ ਵੀ ਨਹੀਂ ਕਰਦੀ, ਨਿੰਦਿਆ ਵੀ ਨਹੀਂ ਕਰਦੀ, ਉਸਤਤੀ ਵੀ ਨਹੀਂ ਕਰਦੀ, ਸੱਚ ਬੋਲਦੀ ਹੈ। ਉਸਤਤ ਨਿੰਦਾ ਦੋ ਵਰਜਿਤ ਨੇ ਸਾਨੂੰ। ਨਾ ਆਦਮੀ ਦੀ ਅਸੀਂ ਉਸਤਤ ਕਰ ਸਕਦੇ, ਨਾ ਨਿੰਦਿਆ ਕਰ ਸਕਦੇ। ਸੰਤਾਂ ਦੇ ਵੀ ਟਿੱਪਣੀ ਤਾਂ ਕਰਦਾ, ਇਹਨਾਂ ਦੀ ਡਿਊਟੀ ਕੀ ਹੈ, ਕਰਦੇ ਕੀ ਨੇ। ਇਹਨਾਂ ਨੂੰ ਰਾਹ ਦੱਸਦੇ ਹਾਂ ਅਸੀਂ, ਇਹਨਾਂ ਤੇ ਕੀ ਲੈਣਾ। ਜੇ ਕੋਈ ਖੂਹ ਡਿੱਗਦਾ ਡਿੱਗੇ, ਅਸੀਂ ਕੀ ਲੈਣਾ। ਜੇ ਕੋਈ ਹੱਥ ਦੀਪ ਕੂਏ ਪੜੇ, ਜਿਵੇਂ ਕਬੀਰ ਕਹਿੰਦਾ, ਜੇ ਦੀਵਾ ਹੱਥ ਲਿਆ ਗਿਆ ਕੋਈ ਖੂਹ, ਤੇ ਕੋਈ ਸਮਝਾਈਏ ਤਾਂ ਇਹ ਤਾਂ ਲੋਕਾਂ ਨੂੰ ਸਮਝਾਉਂਦੇ ਨੇ, ਆਹ ਖੂਹ 'ਚ ਡਿੱਗਦੇ ਨੇ। ਗੱਲ ਤਾਂ ਹੀ ਨਹੀਂ ਹੋਈ ਹੈ। ਤੁਸੀਂ ਲੋਕਾਂ ਨੂੰ ਸਮਝਾਉਣ ਵਾਲੇ ਹੋ। ਤੁਸੀਂ ਤਾਂ ਕਮ ਸੇ ਕਮ ਗਲਤੀ ਕਰਨ ਦੇ ਯੋਗ ਨਹੀਂ ਨਾ। ਜੇ ਤੁਸੀਂ ਵੀ ਗਲਤੀ ਕਰੋਗੇ, ਉਹੀ ਕੰਮ ਕਰੋਗੇ, ਤਾਂ ਮਤਲਬ ਫਿਰ ਤੁਸੀਂ ਧਰਮ ਕੋ ਦੇ ਰਹੇ ਨਹੀਂ। ਧਰਮ ਦੇ ਭੇਸ ਦੇ ਵਿੱਚ ਫਰੋਡੀ ਹੋ ਤੁਸੀਂ। ਥੋਤੋਂ ਫਿਰ ਬਚਾਉਣਾ ਫਰਜ਼ ਬਣਦਾ ਹੈ ਪਬਲਿਕ ਨੂੰ। ਸਮਝਿਆ ਜੀ? ਗਜ ਬਾਜ ਰਥ ਆਦਿਕ ਪਾਂਤ ਗਣੰ। ਗਜ ਹਾਥੀ, ਬਾਜ, ਘੋੜੇ, ਰਥ ਆਦਿਕ, ਇਹਨਾਂ ਦੇ ਕਿੰਨੇ ਬਣਾਏ ਨੇ ਸਮੂਹ। ਆ ਸਾਰਾ ਕੁਝ ਕੀ ਫੌਜਾਂ ਦੇ ਵਿੱਚ ਕੀ ਬਣਦਾ? ਇਹਦੀਆਂ ਫੌਜਾਂ ਬਣਦੀਆਂ ਨੇ। ਜੇ ਪਰਮੇਸ਼ਰ ਨੇ ਬਣਾਏ ਨੇ ਤਾਂ ਹੀ ਫੌਜਾਂ ਬਣਨਗੀਆਂ। ਆ ਜਿਹੜੇ ਲਈ ਫਿਰਦੇ ਨੇ ਨਾ, ਇਹਨੇ ਟੈਂਕ ਲੋਹਾ ਕਿਹਨੇ ਬਣਾਇਆ? ਜੇ ਇੱਥੇ ਸੀਗਾ ਲੋਹਾ ਤਾਂ ਟੈਂਕ ਬਣਾ ਦੇ। ਜੇ ਰੇਤਾ ਹੀ ਹੁੰਦਾ, ਲੋਹਾ ਹੁੰਦਾ ਹੀ ਨਾ, ਫਿਰ ਕੀ ਕਰਦੇ? ਟੈਂਕ ਤਾਂ ਬਣਾ ਲੈਂਦੇ। ਸਭ ਕੁਝ ਹੈਗਾ ਉਹਦਾ ਬਣਾਇਆ ਹੋਇਆ। ਪੈਟਰੋਲ ਹੈਗਾ, ਅਸੀਂ ਤਾਂ ਚਲਾ ਲਿਆ। ਤੁਸੀਂ ਇਹ ਲੱਭ ਕੇ ਹੀ ਸ਼ੇਰ ਹੋ ਜਾਂਦੇ ਨੇ, ਅਸੀਂ ਲੱਭ ਲਿਆ।
यानी कोई चीज लभ ली ਇਹਨੂੰ बड़े बड़े सेहरे बन लेंदे ने अपने सिर ते ਇਹ ਤਾਂ ਥੋੜੇ ਤੋਂ ਪਹਿਲੇ ਇਹਨੂੰ ਕਿਉਂ ਨਹੀਂ ਲੱਭਿਆ ਬਈ ਉਹ ਤਾਂ ਬਸ ਐਸੀ ਉਹ ਖੇਡ ਹੈ ਉਹ ਆਪੇ ਹੀ ਦਿੰਦਾ ਹੈ ਸੋ ਜੀ ਬੱਚਿਆਂ ਨੂੰ ਜੰਮਦੇ ਨੂੰ ਕੀ ਪਤਾ ਦੁੱਧ ਕਿੱਥੇ ਹੈ ਜਿਹੜੇ ਜੰਗਲ 'ਚ ਪੈਦਾ ਹੁੰਦੇ ਨੇ ਜਾਨਵਰ ਉਹੀ ਦੱਸਦਾ ਹੈ ਕਿੱਥੇ ਹੈ ਇਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਉਹਨੇ ਦੱਸਿਆ ਜੀ ਭਵ ਭੂਤ ਭਵਿੱਖ ਭਵਾਨ ਤੋਂ ਤਿੰਨ ਕਾਲ ਨੇ ਭਵ ਭੂਤ ਭਾਵ ਕਹਿੰਦੇ ਨੇ ਹੁਣ ਵਾਲਾ ਪ੍ਰੈਜ਼ੈਂਟ ਨੂੰ ਭਾਵ ਕਹਿੰਦੇ ਨੇ ਜੋ ਚੱਕਰ ਚੱਲ ਰਿਹਾ ਭਾਵੇਂ ਉਹ ਜੋ ਸਾਹਮਣੇ ਚੱਲ ਰਿਹਾ ਚੱਕਰ ਕਾਲ ਦਾ ਉਹ ਭਾਵ ਹੈ ਭੂਤ ਭਵਿੱਖ ਭਵਾਨ ਭੂਤ ਹੈ ਜਿਹੜਾ ਬੀਤ ਗਿਆ ਭਵਿੱਖ ਆਉਣ ਵਾਲਾ ਇਹ ਤੂੰ ਹੀ ਹੈ ਇਹਨਾਂ ਤਿੰਨਾਂ ਕਾਲਾਂ 'ਚ ਤੇਰਾ ਹੀ ਸਭ ਕੁਝ ਕੀਤਾ ਹੋਇਆ ਜਿਹੜੇ ਉੱਤੇ ਗਣਾਏ ਨੇ ਨਾ ਹਾਥੀ ਘੋੜੇ ਆ ਸਾਰੇ ਇਹ ਤਿੰਨਾਂ ਕਾਲਾਂ ਜਿਹੜੇ ਬਣਦੇ ਚਲੇ ਆਏ ਨੇ ਤੇਰੇ ਹੀ ਕਾਰਖਾਨੇ 'ਚ ਬਣਦੇ ਨੇ ਇਹ ਤੇਰੀਆਂ ਫੈਕਟਰੀਆਂ ਚੱਲਦੀਆਂ ਨੇ ਸਾਨੂੰ ਦੀਦੀਆਂ ਨਹੀਂ ਹਨ ਬਣਾਈਆਂ ਹੋਈਆਂ ਇਹ ਸਾਰੇ ਇੰਤਜ਼ਾਮ ਤੇਰੇ ਕੀਤੇ ਹੋਏ ਨੇ ਚਾਹੇ ਉਹ ਪਹਿਲਾਂ ਹੋਲੇ ਚਾਹੇ ਹੁਣ ਚਾਹੇ ਗਾਹਾਂ ਨੂੰ ਹੋਣਗੇ ਇਹ ਸਭ ਤੇਰਾ ਕੀਤਾ ਸਭ ਕੁਝ ਹੋਵੇ ਨਹੀਂ ਕੁਝ ਅਸਾੜਾ ਜੀਓ ਤੇਰਾ ਕੀਆ ਸਭ ਕੁਝ ਹੋਵੇ ਨਹੀਂ ਕੁਝ ਅਸਾੜਾ ਜੀਓ ਜਹ ਅੰਡਾ ਜਾ ਸੇਤਜ ਜੇਰ ਜੰਗ ਜਿਹਦੇ ਨਾਲ ਅੰਡੇ ਪੈਦਾ ਹੋਏ ਨੇ ਅੰਡੇ ਪੈਦਾ ਅੰਡਿਆਂ ਤੋਂ ਜੀ ਪੈਦਾ ਹੁੰਦੇ ਨੇ ਜੇਰ ਤੋਂ ਜੀ ਪੈਦਾ ਹੁੰਦੇ ਨੇ ਸਵੇਤ ਪਸੀਨੇ ਤੋਂ ਜੀ ਪੈਦਾ ਹੁੰਦੇ ਨੇ ਰਾਜ ਧਰਤੀ ਤੋਂ ਜੀ ਪੈਦਾ ਧਰਤੀ ਦੇ ਚੋਂ ਉਤਪਜ ਧਰਤੀ ਬੀਜ ਦੇ ਜੰਮਦਾ ਇਹ ਖਾਣੀਆਂ ਚਾਰੇ ਖਾਣੀਆਂ ਜੇ ਪੈਦਾ ਹੋ ਰਹੀਆਂ ਨੇ ਜਿਵੇਂ ਚਾਰੇ ਖਾਣੀਆਂ ਨੇ ਜਿਵੇਂ ਪੈਦਾ ਹੋ ਰਿਹਾ ਸਭ ਕੁਝ ਇਹ ਤੇਰੀ ਵਜ੍ਹਾ ਨਾਲ ਤੇਰਾ ਹੀ ਕੀਤਾ ਹੋਇਆ ਹਾਂ ਰਚ ਭੂਮ ਆਕਾਸ਼ ਪਤਾਲ ਜਲੰ ਤੈ ਰਚੇ ਨੇ ਭੂਮੀ ਆਕਾਸ਼ ਔਰ ਪਤਾਲ ਜਲੰ ਔਰ ਜਰਾ ਰੋਗ ਜਲੰ ਅੱਛਾ ਜਲ ਪਾਣੀ ਭੂਮ ਆਕਾਸ਼ ਤੇ ਪਾਣੀ ਇਹ ਪੈਦਾ ਕੀਤੇ ਨੇ ਪਾਣੀ ਹੋਊ ਤਾਂ ਹੀ ਉਹਦੇ ਚ ਧਰਤੀ ਚੋਂ ਕੁਝ ਪੈਦਾ ਹੋਣਾ ਧਰਤੀ ਚੋਂ ਤਾਂ ਪੈਦਾ ਪਾਣੀ ਦੇ ਬਿਨਾਂ ਹੋ ਨਹੀਂ ਸਕਦਾ ਸਰੀਰ ਤਾਂ ਚਲੋ ਬਿਨਾਂ ਪਾਣੀ ਤੇ ਹੁੰਦਾ ਹੀ ਨਹੀਂ ਪਾਣੀ ਦੇ ਬਿਨਾਂ ਕੋਈ ਸਰੀਰ ਹੁੰਦਾ ਹੀ ਨਹੀਂ ਪੌਦਾ ਵੀ ਨਹੀਂ ਹੁੰਦਾ ਪੇੜ ਵੀ ਨਹੀਂ ਹੁੰਦਾ ਅੰਡਰ ਜੇ ਵੀ ਪਾਣੀ ਦਾ ਹਰੇਕ ਜਗ੍ਹਾ ਚਾਹੀਦਾ ਨਾ ਰਚ ਪਾਵਕ ਪਾਉਣ ਪ੍ਰਚੰਡ ਬਲੀ ਰਚੀ ਪਾਵਕ ਪਾਉਣ ਪ੍ਰਚੰਡ ਬਲੀ ਅੱਗ ਰਚੀ ਹੈ ਤਾਂ ਅੱਗ ਪੈਦਾ ਕੀਤੀ ਹੈ ਪਾਉਣ ਪ੍ਰਚੰਡ ਬਲੀ ਪਾਉਣ ਵੀ ਬਹੁਤ ਪ੍ਰਚੰਡ ਬਲ ਹੈ ਪਾਉਣ ਦਾ ਬਹੁਤ ਤੇਜ਼ ਹਵਾ ਚੱਲਦੀ ਹੈ ਉਥਲ ਪੁਥਲ ਕਰ ਦਿੰਦੀ ਹੈ ਪ੍ਰਚੰਡ ਬਲ ਹੈ ਹਵਾ ਦੇ ਵਿੱਚ ਬੜੀ ਸ਼ਕਤੀ ਹੈ ਹਵਾ ਦੀ ਸ਼ਕਤੀ ਨਾਲੇ ਸਮੁੰਦਰ 'ਚ ਲਹਿਰਾਂ ਉੱਠਦੀਆਂ ਨੇ ਉਹ ਲਹਿਰਾਂ ਕਿੱਥੋਂ ਉੱਠ ਰਹੀਆਂ ਸਮੁੰਦਰ 'ਚ ਸਮੁੰਦਰ ਲਹਿਰਾਂ ਕਿੱਥੋਂ ਉੱਠਣੀਆਂ ਨੇ ਸੁਨਾਮੀ ਲਹਿਰਾਂ ਕਿਵੇਂ ਚੱਲਦੀਆਂ ਨੇ ਹਵਾ ਨਾਲ ਚੱਲਦੀਆਂ ਨੇ ਹਵਾ ਸਭ ਤੋਂ ਪਹਿਲੀ ਸ਼ਕਤੀ ਹੈ ਜਿਹੜੀ ਪ੍ਰਗਟ ਕੀਤੀ ਹੈ ਪਰਮੇਸ਼ਰ ਤੇ ਮਾਇਆ ਦੀ ਇਹੀ ਪ੍ਰਚੰਡ ਸ਼ਕਤੀ ਹੈ ਸਭ ਤੋਂ ਜੇ ਜੰਗਲ ਨੂੰ ਅੱਗ ਲੱਗੀ ਹੋਈ ਹਵਾ ਪੁੱਠੀ ਚੱਲ ਪਵੇ ਅੱਗ ਬੁਝਾ ਦਿੰਦੀ ਹੈ ਜੇ ਹਵਾ ਦੂਏ ਪਾਸੇ ਚਲੇ ਜਾਵੇ ਵੱਧਦੀ ਚਲੀ ਜਾਂਦੀ ਅੱਗ ਪੁੱਠੀ ਵੀ ਤਾਂ ਚੱਲ ਸਕਦੀ ਹੈ ਜਿੱਧਰੋਂ ਅੱਗ ਵੱਧ ਰਹੀ ਹੈ ਉਧਰੋਂ ਹਵਾ ਜ਼ੋਰ ਨਾਲ ਚੱਲ ਪਵੇ ਸਾਰੀ ਅੱਗ ਬੁਝਾ ਦੂ ਕਹਾਂ ਜਾਣੇ ਨਹੀਂ ਦਿੰਦੀ ਜੇ ਦੂਏ ਪਾਸੇ ਚੱਲ ਪਵੇ ਚੱਕ ਕਿਤੇ ਕਿਤੇ ਲੈ ਜੂ ਪ੍ਰਚੰਡਤਾ ਬਹੁਤ ਤਕੜੀ ਹੈ ਇਹਦੀ ਪ੍ਰਚੰਡ ਬਲੀ ਬਣ ਜਾਸ ਕੀ ਉਹ ਫਲ ਫੂਲ ਕਲੀ ਜਿਹਨੇ ਜੰਗਲ ਬਣਾਏ ਨੇ ਬਣ ਫਲ ਵੀ ਬਣਾਏ ਨੇ ਫੁੱਲ ਵੀ ਬਣਾਏ ਨੇ ਕਲੀਆਂ ਵੀ ਬਣਾਈਆਂ ਨੇ ਜੰਗਲ 'ਚ ਪਹਿਲਾਂ ਕਲੀ ਬਣੂ ਫਿਰ ਫੁੱਲ ਖਿੜੂ ਫਿਰ ਫਲ ਲੱਗੂ ਉਹ ਨਹੀਂ ਬਣਾਏ ਨੇ ਫਿਰ ਜਾਨਵਰ ਖਾਂਦੇ ਨੇ ਉਹਨਾਂ ਨੂੰ ਭੂਮ ਮੇਰ ਆਕਾਸ਼ ਨਿਵਾਸ ਸ਼ਤੰ ਉਹਦਾ ਧਰਤੀ ਤੇ ਸਾਰੇ ਜਗ੍ਹਾ ਨਿਵਾਸ ਹੈ ਉਸ ਹੁਕਮ ਦਾ ਸਾਰੀ ਜਗ੍ਹਾ ਨਿਵਾਸ ਵੀ ਹੈ ਹਰ ਜਗ੍ਹਾ ਹੈ ਉਹ ਕਿਉਂਕਿ ਹੁਕਮ ਨੇ ਰਚੇ ਨੇ ਨਾ ਇਹ ਰਚਨਾ ਸਾਰੀ ਹੁਕਮ ਦੀ ਹੈ ਹੁਕਮ ਹਰ ਜਗ੍ਹਾ ਮੌਜੂਦ ਵੀ ਹੈ
ਪਰਬਤਾਂ ਤੇ ਧਰਤੀ ਤੇ ਸਭ ਜਗ੍ਹਾ ਹੁਕਮ ਨਿਵਾਸ ਵੀ ਰੱਖਦਾ ਹਰ ਜਗ੍ਹਾ। ਰਚੀ ਰੋਜ਼ ਇਕਾਦਸ਼ ਚੰਦਰ ਬ੍ਰਤੰ। ਰਚੀ ਰੋਜੀ ਸਾਰਿਆਂ ਨੂੰ ਰੋਜੀ। ਰਚੀ ਰੋਜ਼ ਇਕਾਦਸ਼ ਚੰਦਰ ਬ੍ਰਤੰ। ਰੋਜੀ ਸਾਰਿਆਂ ਨੂੰ ਰੋਜੀ ਮਿਲਦੀ ਨਾ, ਖਾਣ ਨੂੰ ਮਿਲਦਾ। ਇਕਾਦਸ਼ੀ ਚੰਦਰ ਵਰਤ ਇਕਾਦਸ਼ੀ ਨਹੀਂ ਹੈ ਤੇ ਵਰਤ, ਇਹ ਵੀ ਬੁੱਧੀ ਦੀ ਕਾਢ ਹੈ, ਅਕਲ ਦੀ ਉਹ ਕਾਢ ਹੈ ਨਾ। ਅਕਲ ਦੀ ਅੰਦਰੋਂ ਹੀ ਸੋਝੀ ਦਿੱਤੀ ਹੈ ਤੈਨੂੰ। ਇਕਾਦਸ਼ੀ ਦੇ ਇਕਾਦਸ਼ੀ ਕਹਿੰਦੇ ਨੇ ਨਾ, ਕਾਸਤੀ ਸ਼ੁਰੂ ਕਰੀ, ਚੰਦਰਮੇ ਨਾਲ ਸੰਬੰਧਿਤ ਹੈ। ਇਹਦੇ ਵਰਤ ਬਣਾਏ ਨੇ ਸਾਰੇ। ਦੁਤੀ ਚੰਦ ਦਿਨੀ ਸਹਿ ਦੀਪ ਦਈ। ਦੁਤੀ ਚੰਦ ਦਿਨੀ ਸਹਿ ਦੀਪ ਦਈ। ਦੋ ਦੀਵੇ ਦਿੱਤੇ ਨੇ, ਇੱਕ ਚੰਦਰਮਾ ਦਾ ਦੀਵਾ, ਇੱਕ ਸੂਰਜ ਦਾ। ਦਿਨ ਦਾ ਜਿਹਦਾ ਦਿਨ ਬਣਦਾ ਹੈ, ਦਿਨ ਬਣਦਾ ਸੂਰਜ ਨਾ, ਇੱਕ ਚੰਦਰਮਾ ਹੈਗਾ ਹੀ ਹੈਗਾ। ਇਹ ਦੋ ਦੀਵੇ ਦਿੱਤੇ ਨੇ ਸੰਸਾਰ ਨੂੰ। ਜੈ ਪਾਵਕ ਪ੍ਰਾਣ ਪ੍ਰਚੰਡਮਈ। ਪਾਵਕ ਪਾਉਣ, ਜੈ ਪਾਵਕ ਪੌਣ ਪ੍ਰਚੰਡਮਈ। ਹਾਂ, ਜਿਹਨੇ ਪਾਵਕ ਅੱਗ ਹਵਾ ਦਿੱਤੀ ਹੈ ਬਹੁਤ ਪ੍ਰਚੰਡ ਬਈ, ਉਹ ਅਸਲ ਦੇ ਵਿੱਚ ਪਿੱਛੇ ਜਿਹੜਾ ਸੂਰਜ ਕਿਹਾ ਨਾ, ਉਹਦੇ ਨਾਲ ਇਹਦਾ ਲਿੰਕ ਹੈ। ਪਹਿਲਾਂ ਵੀ ਕਹਿ ਚੁੱਕੇ ਪ੍ਰਚੰਡ। ਪੌਣ ਦੀ ਪ੍ਰਚੰਡਤਾ ਦਾ ਸੰਬੰਧ ਸੂਰਜ ਨਾਲ ਦੱਸ ਰਹੇ ਨੇ ਇਹ। ਹਵਾ ਦੀ ਤੇਜ਼ੀ ਜਿਹੜੀ ਚੱਲਣ ਦਾ ਕਾਰਨ ਸੂਰਜ ਹੈ। ਪਾਵਕ ਪੌਣ ਪ੍ਰਚੰਡਮਈ। ਹਾਂ, ਐਵੇਂ ਨਹੀਂ ਹਵਾ ਚੱਲਦੀ ਹੈ। ਕਿਸੇ ਪਾਸੇ ਸੂਰਜ ਦੀ ਗਰਮੀ ਤੇਜ਼ ਹੋ ਜਾਂਦੀ ਹੈ, ਉੱਥੇ ਦੀ ਹਵਾ ਉੱਤੇ ਨੂੰ ਚੜ ਜਾਂਦੀ ਹੈ। ਦੂਏ ਪਾਸੇ ਤੇਜ਼ੀ ਨਾਲ ਹਵਾ ਆਉਂਦੀ ਹੈ ਉੱਥੇ ਜਗ੍ਹਾ ਲੈਣ ਨੂੰ। ਹਵਾ ਦੇ ਚੱਲਣ ਦਾ ਕਾਰਨ ਦੱਸਦੇ ਨੇ ਕੀ ਹੈ। ਹਵਾ ਨੂੰ ਪ੍ਰਚੰਡਤਾ ਦਿੰਦਾ ਸੂਰਜ। ਐ ਨਹੀਂ ਜਲਦੀ ਹਵਾ ਆਪਣੇ ਆਪੇ। ਹਵਾ ਦੇ ਚੱਲਣ ਦੇ ਵੀ ਕਾਰਨ ਨੇ ਕੁਛ। ਜੇ ਇਹ ਨਾਲ ਆਪਾਂ ਰੋਕ ਦਈਏ ਫਿਰ ਨਹੀਂ ਤੇਲ ਖਿੱਚਦਾ। ਜੇ ਚੱਲ ਪੈਂਦਾ ਟਾਂਕੀ 'ਚ ਆਪੇ ਖਿੱਚੀ ਜਾਂਦਾ ਤੇਲ। ਫਿਰ ਕਾਹਦੇ ਖਿੱਚਦਾ? ਕਨੈਕਸ਼ਨ ਇਸ ਤਰੀਕੇ ਦਾ, ਖਿੱਚੂਗਾ ਤਾਂ ਜੇ ਚੱਲੂ। ਜੇ ਗਾਂ ਫੂਕੂ, ਜੇ ਕਹਾਂ ਨਹੀਂ ਫੁਕਦਾ ਤਾਂ ਖਿੱਚੂਗਾ ਤੇ। ਜਿਵੇਂ ਸੂਰਜ ਜੇ ਹੈ ਤਾਂ ਹਵਾ ਤੇਜ਼ ਹੌਲੀ ਤਾਂ ਚੱਲਦੀ ਹੈ ਹਵਾ। ਧੁੱਪ ਹੁੰਦੀ ਹੈ ਨਾ, ਬੱਦਲ ਜਾਂਦੇ ਨੇ ਇੱਧਰ ਉੱਧਰ, ਉਹ ਵੀ ਸੂਰਜ ਦੀ ਗਰਮੀ ਨਾਲ ਜਾਂਦੇ ਨੇ। ਜਿੱਥੇ ਸੂਰਜ ਦੀ ਜ਼ਿਆਦਾ ਗਰਮੀ ਹੁੰਦੀ ਹੈ ਨਾ, ਉੱਥੇ ਵੈਕੂਮ ਪੈਦਾ ਹੋ ਜਾਂਦਾ। ਕਹਿੰਦੇ ਨੇ ਨਾ ਸੂਰਜ ਦਾ ਉਹ ਚੱਕਰਵਾਤ ਪੈਦਾ ਹੋ ਗਿਆ। ਚੱਕਰਵਾਤ ਪੈਦਾ ਸੂਰਜ ਕਰਦਾ। ਅਲਗਾ ਤੋਂ ਹਵਾ ਆਉਂਦੀ ਹੈ, ਫਿਰ ਉਹਦੀ ਜਗ੍ਹਾ ਲੈਣ ਵਾਸਤੇ ਜਦ ਹਵਾ ਖਿੱਚ ਲੈਂਦਾ ਉੱਤੇ ਨੂੰ, ਉੱਡ ਜਾਂਦੀ ਹੈ। ਹਵਾ ਗਰਮ ਹੋ ਕੇ ਉੱਤੇ ਨੂੰ, ਹਵਾ ਗਰਮ ਹੋ ਕੇ ਉੱਤੇ ਨੂੰ ਉੱਡਦੀ ਹੈ। ਉਹ ਵਿਚਾਰੇ ਪਾਸੇ ਤਾਂ ਹਵਾ ਭਜਦੀ ਉਹਦੀ ਜਗ੍ਹਾ ਲੈਣ ਨੂੰ। ਉਹ ਗੱਲ ਕਹਿ ਰਹੇ ਨੇ, ਸਾਇੰਸ ਦੀ ਗੱਲ ਕਹਿ ਰਹੇ ਨੇ ਵਿੱਚ ਲਪੇਟ ਕੇ। ਇੱਥੇ ਪਹਿਲੀ ਪੰਕਤੀ ਕਹਿ ਕੇ ਦੁਬਾਰਾ ਫੇਰ ਕਹੀ ਇਹ ਸੂਰਜ ਦੀ ਕਾਰਨ ਹੁੰਦਾ ਪ੍ਰਚੰਡਤਾ ਹਵਾ ਨੂੰ ਮਿਲਦੀ। ਨਹੀਂ ਤਾਂ ਕਮਰੇ 'ਚ ਹਵਾ ਹੈ, ਇਹ ਕਹਿੰਦੇ ਨਹੀਂ ਪ੍ਰਚੰਡ ਹੈ। ਨਾ ਆਪਣੀ ਮਰਜ਼ੀ ਨਾਲ ਪ੍ਰਚੰਡ ਹੁੰਦੀ ਹੈ। ਇਹ ਮਕੈਨਿਜ਼ਮ ਹੈ ਵੀ ਇਹਦੇ ਵਿੱਚ ਭੂਕ ਨਹੀਂ ਮਾਰਦਾ, ਵੀ ਕਦੇ ਜ਼ੋਰ ਨਾਲ ਮਾਰ ਦਿੰਦਾ, ਕਦੇ ਹੌਲੀ ਕਰ ਦਿੰਦਾ। ਇਹਦਾ ਕਾਰਨ ਕੀ ਹੈ? ਕਾਰਨ ਉਹਦਾ ਸੂਰਜ ਹੈ। ਜੈ ਖੰਡ ਅਖੰਡ ਪ੍ਰਚੰਡ ਕੀਏ। ਜੇ ਖੰਡ ਅਖੰਡ ਪ੍ਰਚੰਡ ਕੀਏ। ਖੰਡ ਅਖੰਡ ਕੀਏ ਚਿੱਤ ਔਰ ਮਨ। ਮਨ ਖੰਡ ਹੈ, ਖੰਡ ਹੈ ਨਾ, ਅੰਸ਼ ਹੈ ਮਨ। ਉਹ ਕਬੀਰ ਤੋਂ ਰਾਮ ਕੀ ਅੰਸ਼। ਉਹ ਵੀ ਇਹਦੇ ਝੂਠ ਹੈ, ਖੰਡਨ ਕਰਨ ਵਾਲੀ ਚੀਜ਼ ਇਹ 'ਚ ਹੈ। ਇਹ 'ਚ ਨੁਕਸ ਨੇ, ਬਿਮਾਰੀਆਂ ਨੇ, ਉਹ ਦੂਰ ਕਰਦੀਆਂ ਨੇ। ਅਖੰਡ ਪ੍ਰਚੰਡ ਕੀਏ। ਅਖੰਡ ਹੈਗਾ ਚਿੱਤ ਜਿਹੜਾ ਸ਼ੁੱਧ ਹੈ। ਸ਼ੁੱਧ ਚੀਜ਼ ਦਾ ਕੀ ਕਰਨਾ? ਪ੍ਰਚੰਡ ਕੀਏ। ਪ੍ਰਚੰਡ ਦੋਨੋਂ ਪ੍ਰਚੰਡ ਬਣਾਏ ਨੇ। ਦੋਨੋਂ ਪ੍ਰਚੰਡ ਨਹੀਂ, ਤਾਂ ਹੀ ਤਾਂ ਲੜਾਈ ਹੈ ਦੋਹਾਂ ਦੀ। ਦੋਏ ਪ੍ਰਚੰਡ ਨੇ, ਦੋਏ ਜੋ ਸਰੂਪ ਨੇ। ਖੰਡ ਅਖੰਡ ਪ੍ਰਚੰਡ ਕੀਏ। ਜੇ ਛਤਰ ਉਪਾਏ ਛਪਾਏ ਦੀਏ। ਜੇ ਛਤਰੀ ਉਪਾਏ ਛਪਾਏ ਦੀਏ। ਛਤਰ ਠੀਕ ਹੈ। ਜੇ ਛਤਰ ਉਪਾਏ ਛਤਰੀ ਪੈਦਾ ਕੀਤੇ ਸੀ ਬਹੁਤ। ਕਿਸੇ ਵੇਲੇ ਛਤਰੀਆਂ ਦਾ ਬੜਾ ਜ਼ੋਰ ਸੀ ਸੰਸਾਰ ਦੇ ਵਿੱਚ। ਛਪਾਏ ਦੀਏ। ਫਿਰ ਛਪਾਤੇ, ਪਰਸਰਾਮ ਭੇਜਤਾ। ਕਦੇ ਪਰਸਰਾਮ ਨੂੰ ਭੇਜ ਦੇਣਾ, ਕਦੇ ਛਤਰੀਆਂ ਨੂੰ ਪੈਦਾ ਕਰ ਦੇਣਾ।
ਹੁਣ ਛਤਰੀਆਂ ਨੂੰ ਕੋਈ ਪੁੱਛਦਾ ਨਹੀਂ। ਕਿਸੇ ਵੇਲੇ ਛਤਰੀ ਹੁੰਦੀ ਸੀ ਰਾਜ, ਏਦਾਂ ਹੀ ਹੁੰਦਾ ਰਹਿੰਦਾ ਇੱਥੇ। ਜੈ ਲੋਕ ਚਤੁਰਦਸ ਚਾਰ ਰਚੇ, ਜਿਹਨੇ 14 ਲੋਕ ਰਚੇ ਨੇ, 4 ਪ੍ਰਕਾਰ ਦੇ ਉੱਥੇ ਲੋਕ ਰਚੇ ਨੇ। 4 ਪ੍ਰਕਾਰ ਦੇ ਲੋਕਾਂ ਦੇ ਅਸਲ ਸੁਭਾਅ ਨੇ, ਇਹਨਾਂ ਨੇ ਬਣਾਤੇ ਹੋਰੇ ਕੁਛ। ਉਹ ਇਹ ਆ ਕਿੰਨਰ ਗੰਧਰਵ ਜਿਹੜੇ ਨੇ, ਉਹ ਹੋਰ ਤਰ੍ਹਾਂ ਦੀ ਗੱਲ ਸੀ, ਹੋਰ ਤਰ੍ਹਾਂ ਦੀ ਬਣਾਤੀ। ਉਹਨਾਂ ਨੇ ਕਿਹਾ ਵੀ ਜਿਹੜੇ ਲੋਕ ਬਾਣੇ ਨੇ ਨਾ ਸੁਭਾਅ ਤੌਰ ਤੇ, ਉਹਨਾਂ ਦੀ ਕੈਟਾਗਰੀ ਅਲੱਗ ਬਣਾਤੀ। ਗੱਲ ਤਾਂ ਸੀ ਆਹ, ਉਹ ਚਾਹੇ ਉੱਚੀ ਨਹੀਂ ਵੀ ਜਾਂਦਾ, ਉੱਥੇ ਕੋਈ ਰੌਲਾ ਨਹੀਂ ਸੀ। ਕਿਸੇ ਦਾ ਵੀ ਭਾਈ ਹੋਵੇ, ਕਿਸੇ ਦਾ ਵੀ ਪੁੱਤ ਹੋਵੇ, ਕਿਸੇ ਦਾ ਵੀ ਪਿਓ ਹੋਵੇ। ਜਿਹੜੇ ਆਦਮੀ ਦੂਜੇ ਦਾ ਹੱਕ ਖਾਣ ਵਾਲੇ ਸੀ ਨਾ, ਬਿਰਤੀ ਮਾੜੀ ਵਾਲੇ, ਉਹਨਾਂ ਨੂੰ ਅੱਡ ਕਰਕੇ ਵੀ ਇਹਨਾਂ ਦੇ ਹੱਥ 'ਚ ਕਦੇ ਪਾਵਰ ਨਾ ਆ ਜਾਵੇ। ਜੇ ਇਹਨਾਂ ਦੇ ਹੱਥ 'ਚ ਪਾਵਰ ਆ ਗਈ, ਇਹ ਦੁਖੀ ਕਰ ਦੇਣਗੇ ਸਾਰਿਆਂ ਨੂੰ। ਜਿਹੜਾ ਉਹ ਜਿਹੇ ਸਵਾਦ ਆਦਮੀ ਹੁੰਦਾ ਉਹਦੀ ਕੈਟਾਗਰੀ ਅੱਡ ਬਣਾ ਦਿੰਦੇ। ਉਹ ਫਿਰ ਹੌਲੀ ਨੀਚਤਾ ਤਾਂ ਇਸ ਕਰਕੇ ਸੀ ਨਾ, ਉਹਨਾਂ ਦੀ ਬਿਰਤੀ ਨੀਚ ਸੀ। ਫਿਰ ਇੱਕ ਕੈਟਾਗਰੀ ਉਹ ਬਣਾਤਾ, ਇਹ ਸਾਰੇ ਨੀਚ ਨੇ। ਉਹਨਾਂ ਦੇ ਨੀਚ ਪੈਦਾ ਹੁੰਦੇ ਤੇ ਉਹ ਉੱਚੇ ਰਹਿੰਦੇ, ਤੇ ਇਹਨਾਂ ਦੇ ਉੱਚ ਪੈਦਾ ਹੋ ਜਾਂਦੇ ਤੇ ਨੀਚੇ ਰਹਿੰਦੇ ਸੀ। ਫਿਰ ਐਂ ਬਣਾਤੇ ਇਹਨਾਂ ਨੇ ਬਾਅਦ ਚ ਆ ਕੇ। ਆਪਣਾ ਤਾਂ ਨੀਚ ਵੀ ਉੱਚਾ ਹੈ, ਉਹਨਾਂ ਦਾ ਉੱਚ ਵੀ ਨੀਚ ਹੈ, ਪਿੱਛੋਂ ਇਹ ਹੋ ਗਿਆ। ਉੱਥੇ ਤੱਕ ਠੀਕ ਸੀ ਵੀ ਬੁਰੇ ਆਦਮੀ ਦੇ ਹੱਥ 'ਚ ਪਾਵਰ ਨਾ ਆ ਜਾਵੇ। ਜਿਹੜਾ ਆਦਮੀ ਗਲਤ ਆਦਮੀ, ਉਹਦੇ ਹੱਥ 'ਚ ਪਾਵਰ ਨਾ ਆ ਜਾਵੇ, ਉੱਥੇ ਤੱਕ ਤਾਂ ਗੱਲ ਠੀਕ ਸੀ। ਉੱਥੇ ਤੱਕ ਤਾਂ ਠੀਕ ਸੀ। ਜਿਹੜਾ ਆਦਮੀ ਲੜਨ ਵਾਲਾ, ਫੌਜ ਵਾਲਾ, ਮਾਰਸ਼ਲ ਹੈ, ਦੇਖੋ ਰੱਖਿਆ ਕਰਦਾ, ਇਮਾਨਦਾਰੀ ਨਾਲ ਰੱਖਿਆ ਕਰਦਾ, ਉਹਨੂੰ ਉਸ ਛਤਰੀਆਂ ਦੀ ਕੈਟਾਗਰੀ 'ਚ ਲਓ। ਜਿਹੜਾ ਉੱਥੇ ਜਾ ਕੇ ਦੁਸ਼ਮਣਾਂ ਮਿਲ ਜਾਵੇ, ਉਹ ਤਾਂ ਬਚ ਕੇ ਰਹੋ। ਉਹ ਨੀਚ ਹੈ, ਉਹਨੂੰ ਅੱਡ ਕੱਢ ਦਿਓ, ਕਿਤੇ ਬਣਾਉਣ ਨੂੰ ਹੋਣ ਦਿਓ। ਇਹੋ ਜਿਹਾ ਸੀ ਉਹਦਾ ਸਿਸਟਮ। ਹੁਣ ਵੀ ਹੈ, ਵੈਸੇ ਹੁਣ ਵੀ ਕਰਦੀ ਹੈ ਸਰਕਾਰ, CID ਤਾਂ ਰੱਖਦੀ ਹੈ ਜਿਹੜੇ ਆਪਣੇ ਆਦਮੀ ਖਰਾਬ ਕਰਦੇ ਨੇ। ਹਾਂਜੀ। ਗਣ ਗੰਧਰਵ ਦੇਵ ਅਦੇਵ ਸਚੇ, ਗਣ ਗੰਧਰਵ ਦੇਵ ਅਦੇਵ ਸੱਚੇ ਸਾਜੇ ਨੇ। ਦੇਵ ਤੇ ਰਾਖਸ਼, ਗਣ ਗੰਧਰਵ, ਇਹ ਤੈ ਸਾਜੇ ਨੇ। ਅਣਧੂਤ ਅਭੂਤ ਅਛੂਤ ਮਤੰ, ਅਣਭੂਤ ਅਣਧੂਤ ਅਣਧੂਤ ਅਭੂਤ ਅਭੂਤ ਅਛੂਤ ਮਤੰ, ਅਛੂਤ ਮਤੰ। ਮੱਤਾਂ ਵੀ ਉਹਨਾਂ ਦੀ ਅੱਡੋ ਅੱਡ ਬਣਾਈਆਂ ਨੇ। ਮੱਤਾਂ ਵੀ ਅੱਡ ਅੱਡ, ਸੁਭਾਅ ਵੀ ਅੱਡ ਅੱਡ ਬਣਾ ਰਹੇ ਉਹਨਾਂ ਦੇ। ਅਣਭੂਤ ਨੇ, ਅਛੂਤ ਮਤੰ। ਮਾਇਆ ਤੋਂ ਪਰੇ ਦੀ ਬਾਤ ਹੈ, ਕਿਸੇ ਦੀ ਮਾਇਆ ਤੋਂ ਪਰੇ ਹੀ ਖੋਜ ਦਾ। ਮਾਇਆ ਦਾ ਕੋਈ ਸੰਬੰਧ ਨਹੀਂ। ਅਨਗਾਦ ਅਵਿਆਦ ਅਨਾਦ ਗਤੰ, ਅਣਗਾਦ, ਜਿਹੜਾ ਅਗਾਧ ਹੋਵੇ, ਅਗਾਧ ਵੀ ਕਹਿੰਦੇ ਨੇ ਨਾ, ਬੁੱਧੀ ਤੋਂ ਪਰੇ ਹੋਵੇ। ਅਵਿਆਦ ਅਵਿਆਦ, ਵਿਆਦੀ ਨਾ ਹੋਵੇ, ਜਿਹਦੇ ਅੰਦਰ ਵਿਆਦੀ ਹੁੰਦੀ ਹੈ, ਜਿਹਦੇ ਅੰਦਰ ਔਗਣ ਬਦਲ, ਔਗਣ ਦੇ ਬਦਲ ਨੂੰ ਵਿਆਦ ਕਹਿੰਦੇ ਨੇ। ਅਨਾਦਿ ਗਤੰ, ਅਨਾਦਿ ਗਤੰ, ਉਹਨਾਂ ਦੀ ਅਨਾਦਿ ਗਤੰ ਹੁੰਦੀ ਹੈ। ਇੱਕ ਹੁੰਦਾ ਅਨਾਦ, ਇੱਕ ਹੁੰਦਾ ਆਦ। ਜਿਹਦਾ ਆਦ ਨਾ ਹੋਵੇ ਉਹ ਅਨਾਦ ਹੈ। ਜਿਹਦਾ ਆਦ ਨਹੀਂ ਹੈ ਨਾ, ਉਹ ਅਨਾਦ ਹੈ। ਅਨਾਦ ਗਤੰ ਹੈ ਉਹਦੀ। ਅਨਾਦ ਗਤੰ ਉਹ ਹੈ, ਉਹਨਾਂ ਨੇ ਅਨਾਦ ਨਾਲ ਜਾ ਲੜਨਾ। ਅਨਾਦ ਵਰਗਾ ਸੁਭਾਅ, ਗਾਤਾ ਸੁਭਾਅ ਨੂੰ ਕਹਿੰਦੇ ਨੇ। ਗਤ ਤਾਂ ਸੁਭਾਅ ਦੀ ਉਹ ਗੱਲ ਹੈ, ਗਤ ਹੋਰ ਕੀ ਹੈ। ਤੁਮਰੀ ਗਤ ਮੈਂ ਤੁਮ ਹੀ ਜਾਣੀ। ਅਨਾਦ ਦੀ ਗਤ ਹੈ, ਜੈਸੀ ਅਨਾਦ ਦੀ ਹਾਲਤ ਹੈ, ਜਿਹੀ ਅਨਾਦ ਦੀ ਵਰਤੀ ਹੈ, ਉਹ ਹੀ ਉਹਨਾਂ ਦੀ ਵਰਤੀ ਹੁੰਦੀ। ਸੁਭਾਅ ਹੈ ਅਨਾਦ ਦਾ। ਜਿਹਦਾ ਆਦ ਨਹੀਂ, ਉਹ ਆਪ ਅਨਾਦ ਹੈ। ਜਿਹੜਾ ਅਨਾਦ ਹੈ, ਉਹ ਨਾ ਵੱਧਦਾ ਨਾ ਘਟਦਾ। ਜਿਹੜਾ ਵੱਧਦਾ ਘਟਦਾ, ਉਹ ਅਨਾਦ ਨਹੀਂ ਹੋ ਸਕਦਾ। ਇਹਦਾ ਮਤਲਬ ਉਹਦਾ ਆਦ ਹੈ। ਜਿਹੜੀ ਹੈ ਜੋ ਆਤਮਾ ਗਿਆਨ ਲੈ ਰਹੀ ਹੈ ਨਾ, ਉਹ ਅਨਾਦ ਨਹੀਂ ਹੋਈ ਅਜੇ।
ਰਾਹੋ ਟੋਟਾ ਅਨਾਦ ਜਦ ਹੋ ਗਿਆ, ਜਦ ਉਹ ਪੂਰਾ ਹੋ ਗਿਆ, ਅਣਖੇਦ ਪੂਰਾ ਹੋ ਕੇ ਅਨਾਦ ਹੈ, ਅਧੂਰਾ ਅਨਾਦ ਨਹੀਂ ਹੈ। ਅਣਖੇਦ ਅਭੇਦ ਅਛੇਦ ਨਰੰ ਅਣਭੇਦ ਅਖੇਦ ਅਛੇਦ ਨਰਮ। ਅਣਭੇਦ ਭੇਦ ਤੋਂ ਪਰੇ ਜਿਹਦਾ ਕੋਈ ਭੇਦ ਨਾ ਹੋਵੇ। ਅਛੇਦ ਅਛੇਦ ਜਿਹੜਾ ਛੇਦਿਆ ਨਹੀਂ ਜਾ ਸਕਦਾ। ਨਰੰ ਤੂੰ ਐਸਾ ਨਾ ਰਹੇ ਤੇਰਾ ਕਿਸੇ ਨੂੰ ਭੇਦ ਨਹੀਂ। ਐ ਨਹੀਂ ਸਮਝ ਆਉਂਦੀ ਵੀ ਕਿਉਂ ਕਰਦਾ, ਕਿਤੇ ਪੈਦਾ ਕਰਦਾ ਕਿਤੇ ਨਾਸ ਕਰੀ ਜਾਂਦਾ। ਇਹ ਸਮਝ ਨਹੀਂ ਆਉਂਦੀ ਨਾਸ ਕਾਹਦੇ ਕਰਦਾ, ਪੈਦਾ ਤਾਂ ਕੀਤੀ ਸੀ ਚੀਜ਼। ਉਹ ਹੈਰਾਨ ਹੁੰਦੇ ਨੇ ਵੀ ਆਹ ਕਾਹਦੇ ਕਰਤਾ, ਐ ਕਰਤਾ। ਉਹ ਵੀ ਕੋਈ ਗੱਲ ਹੋਊ, ਸਾਨੂੰ ਨਹੀਂ ਪਤਾ। ਇਸ ਕਰਕੇ ਆਦਮੀ ਦਾ ਸਾਡੀ ਸਮਝ ਨਹੀਂ ਆ ਰਹੀ ਗੱਲ। ਗੱਲ ਤਾਂ ਠੀਕ ਹੈ, ਬਾਅਦ 'ਚ ਪਤਾ ਲੱਗਦਾ ਵੀ ਠੀਕ ਹੈ ਸੀ। ਪਹਿਲਾਂ ਐਂ ਲੱਗਦਾ ਵੀ ਆਹ ਕੰਮ ਹੋ ਗਿਆ, ਇਹ ਮਾੜਾ ਹੋ ਗਿਆ। ਬਾਅਦ 'ਚ ਪਤਾ ਲੱਗਦਾ ਨਹੀਂ ਇਹ ਠੀਕ ਹੋਏ। ਪਿੱਛੋਂ ਤਾਂ ਪਤਾ ਲੱਗ ਜਾਂਦਾ ਵੀ ਠੀਕ ਹੈ ਸੀ, ਉਦੋਂ ਐਂ ਲੱਗਦਾ ਵੀ ਠੀਕ ਨਹੀਂ ਹੈਗਾ। ਇਹਦਾ ਮਤਲਬ ਭੇਦ ਹੈ ਨਹੀਂ ਸੀ। ਭੇਦ ਹੋਵੇ ਤਾਂ ਪਹਿਲਾਂ ਹੀ ਦੱਸ ਦੇਵੇ ਕੋਈ, ਨਹੀਂ ਵੀ ਇਹ ਠੀਕ ਹੈ, ਇੱਦਾਂ ਹੀ ਹੋਣਾ ਚਾਹੀਦਾ ਸੀ। ਆਦਮੀ ਦੀ ਬੁੱਧੀ ਤੋਂ ਪਰੇ ਦੀ ਗੱਲ ਹੈ। ਜੇ ਚਾਰ ਚਤਰ ਦਿਸ ਚੱਕਰ ਫਿਰੰ, ਜਿਹਦਾ ਚੱਕਰ ਕਾਲ ਹੁਕਮ ਦਾ, ਜਿਹਦਾ ਹੁਕਮ 14 ਲੋਕਾਂ 'ਚ ਫਿਰਦਾ ਹੈ। ਹੁਕਮ ਆਇਆ ਕਾਲ ਚੱਕਰ ਕੋਲ, ਉਹ ਕਾਲ ਚੱਕਰ ਕਹਿੰਦੇ ਨੇ। ਯਾਰ ਅਸੀਂ ਹੁਕਮ ਕਹਿੰਦੇ ਹਾਂ, ਹੁਕਮ ਕਹਿ ਦਿਓ ਚਾਹੇ ਕਾਲ ਚੱਕਰ ਕਹਿ ਦਿਓ, ਕੋਈ ਗੱਲ। ਹੁਣ ਇੱਥੇ ਵਿਦਵਾਨਾਂ ਨੂੰ ਨਹੀਂ ਪਤਾ, ਜਿਨ੍ਹਾਂ ਨੇ ਸਿਰਫ ਕੁਝ ਕਿਤਾਬਾਂ ਪੜ੍ਹੀਆਂ ਨੇ ਸਾਡੇ ਵਿਦਵਾਨਾਂ ਦੀਆਂ, ਯੂਨੀਵਰਸਿਟੀਆਂ ਦੇ ਲਿਖੀਆਂ ਹੋਈਆਂ। ਇਹ ਪੰਡਤ ਵਾਲੇ ਟੀਕੇ ਪੜ੍ਹੇ ਨੇ, ਪੰਡਤ ਵਾਲੇ। ਉਹਨਾਂ ਨੇ ਕਾਲ ਚੱਕਰ ਪੜ੍ਹਿਆ। ਉਹ ਕਾਲ ਚੱਕਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਹੁਕਮ ਵੀ ਇਹ ਸੀ। ਉਸ ਨਾਲ ਲੜਾਈ ਜਾਂਦੇ ਨੇ ਵੀ ਹੁਕਮ ਕਾਲ ਲਈ ਹੁੰਦਾ। ਜੇ ਤਾਂ ਉਹ ਗੁਰਬਾਣੀ ਪੜ੍ਹਨ, ਇਹਦੇ ਨਾਲ ਜੁੜਨ, ਫਿਰ ਤਾਂ ਉਹਨੂੰ ਸਮਝ ਆਵੇ ਵੀ ਕਾਲ ਚੱਕਰ ਹੁਕਮ ਹੁੰਦਾ। ਉਹ ਜਮਣ ਮਰਨਾ ਹੁਕਮ ਹੈ, ਕਾਲ ਚੱਕਰ ਇਹੀ ਔਰ ਕਾਲ ਨਹੀਂ। ਕਹਿਦਾ ਦਿੱਤਾ ਤੂੰ ਤਿੰਨਾਂ ਕਾਲਾਂ 'ਚ ਪਹਿਲਾਂ, ਤਿੰਨ ਕਾਲ, ਬਲਕਿ ਤਿੰਨਾਂ ਕਾਲਾਂ 'ਚ ਤਿੰਨੇ ਕਾਲ ਤੂੰ ਹੀ ਹੈ। ਤੇ ਕਹਿਆ ਨਹੀਂ ਪਹਿਲਾਂ ਵੀ ਤਿੰਨ ਕਾਲ ਜਿਹੜੇ ਨੇ ਬਣਾਏ ਹੋਏ, ਭੂਤ ਭਵਿੱਖਤ ਵਰਤਮਾਨ, ਇਹ ਤੂੰ ਹੀ ਹੈ। ਹੁਕਮ ਹੈ ਤਿੰਨੇ ਕਾਲ, ਹੋਰ ਕੁਛ ਨਹੀਂ ਹੈ। ਕਾਲ ਕੋਈ ਨਹੀਂ। ਤਿੰਨਾਂ ਕਾਲਾਂ 'ਚ ਸਭ ਦਾ ਕਾਲ ਤੂੰ ਹੀ ਹੈ। ਤੂੰ ਹੀ ਬਣਾਉਣਾ, ਤੂੰ ਹੀ ਮਾਰਦਾ, ਤੂੰ ਹੀ ਪਾਲਣਾ ਕਰਦਾ। ਇਹੀ ਕਾਲ ਨੇ, ਹੋਰ ਕਾਲ ਕੀ ਨੇ? ਉਹਦਾ ਲੰਘ ਗਿਆ ਸਮਾਂ, ਉਹ ਭੂਤਕਾਲ ਹੋ ਗਿਆ। ਆਉਣ ਵਾਲਾ ਭਵਿੱਖਤਾ, ਹੋਣ ਵਾਲਾ ਵਰਤਮਾਨ, ਸਮਾਂ ਤਾਂ ਇੱਕੋ ਹੀ ਹੈ। ਉਹ ਲੱਜ ਲਾ ਕੇ ਚੱਲਿਆ ਸੀ ਖੂਹ 'ਚ ਫਰਾਤੀ, ਜਿੰਨੀ ਕੁ ਤਾਂ ਖੂਹ ਤੱਕ ਗਈ ਹੈ ਉਹਨੀ ਉਦੜ ਗਈ, ਬਾਕੀ ਜੋ ਪਈ ਹੈ ਉਵੇਂ ਸਾਰੀ ਥੋੜੀ ਉਦੜ ਗਈ। ਕੁਝ ਰੇੜੇ ਤੇ ਹੈ, ਕੁਝ ਗਾਹਾਂ ਚਲੀ ਗਈ ਥੱਲੇ ਖੂਹ 'ਚ। ਉਹ ਰੇੜੇ ਤੇ ਜਿਹੜੀ ਉਹਦਾ ਪ੍ਰੈਜੈਂਟ ਹੈ, ਜਿਹੜੀ ਰੇੜੇ ਤੇ ਹੱਥ 'ਚ ਆਪਣੇ, ਉਹ ਤਾਂ ਪ੍ਰੈਜੈਂਟ 'ਚ ਹੈ। ਉਹ ਜਿਹੜੀ ਖੂਹ 'ਚ ਨੂੰ ਚਲੀ ਗਈ ਉੱਥੇ ਭੂਤ ਬਣ ਗਈ, ਜਿਹੜੀ ਜੋ ਲੱਜ ਇਕੱਠੀ ਪਈ ਉਹ ਬਹੁਤ ਲੰਬੀ ਹੈ, ਅਜੋ ਆਈਓ ਨਹੀਂ, ਉਹ ਭਵਿੱਖਤਾ। ਉਸ ਲੱਜ ਦਾ ਤੇ ਟੋਟੇ ਨੇ, ਲੱਜ ਤਾਂ ਇੱਕੋ ਹੀ ਹੈ। ਜੇ ਉਹੀ ਚੇਨ ਮੁੜ ਕੇ ਫੇਰ ਆ ਜਾਵੇ, ਚੇਨ ਵੀ ਤਾਂ ਹੁੰਦੀ ਆਪਣੇ ਗੋਲ, ਚੇਨਾਂ ਚੱਲਦੀਆਂ ਨੇ, ਉਹੀ ਮੁੜ ਕੇ ਫੇਰ ਆ ਜਾਂਦੀ ਹੈ। ਭਜਣੀ ਨੰਗੀ, ਕੁਝ ਹੱਥ 'ਚ ਹੈ, ਕੁਝ ਨੰਗੀ, ਕੁਝ ਜੋੜਨ ਵਾਲੀ ਹੈ। ਇੱਕੋ ਹੀ ਹੈ ਅਸਲ ਦੇ ਵਿੱਚ। ਇੱਕ ਦੇ ਤਿੰਨ ਸਾਨੂੰ ਲੱਗਦੇ ਨੇ। ਹੁਣ ਚੇਨ ਇੱਕੋ ਚੱਲਦੀ ਹੁੰਦੀ ਆਪਣੇ ਮੋਟਰਸਾਈਕਲਾਂ ਤੇ, ਹੋਰ ਉਹੀ ਘੁਮਾਈ ਜਾਂਦੀ ਹੈ। ਐਸਾ ਹੀ ਕਾਲ ਦਾ ਚੱਕਰ ਹੈ। ਚੱਕਰ ਤਾਂ ਹੀ ਲਿਖਿਆ, ਚੱਕਰ ਹੁੰਦਾ ਇੱਕ ਹੈ। ਉਹ ਚੱਕਰ ਇੱਕੋ ਹੁੰਦਾ ਕਾਲ ਦਾ, ਤਾਂ ਹੀ ਚੱਕਰ ਲਿਖਿਆ। ਉਹੀ ਚੱਕਰ ਫਿਰ ਮੁੜ ਕੇ ਆ ਜਾਂਦਾ। ਗੱਡੇ ਦਾ ਪਹੀਆ ਹੁੰਦਾ, ਆਪਣਾ ਕਾਰ ਦਾ ਚੱਕਰ ਟਾਇਰ ਹੁੰਦਾ, ਚੱਕਾ ਹੁੰਦਾ, ਉਹੀ ਘੁਮਾਈ ਜਾਂਦਾ। ਉਹਨਾਂ ਅੱਗੇ ਰਹਿੰਦਾ ਕਰੋੜਾਂ ਮੀਲਾਂ ਦੀ ਸਫ਼ਰ ਕੱਢ ਦਿੰਦਾ। ਉਹਨਾਂ ਅੱਗੇ ਚੱਕਰੇ ਚੱਲੀ ਜਾਣਾ, ਫਾਸਲਾ ਤੈਅ ਹੋਈ ਜਾਂਦਾ। ਐ ਇਹ ਗੱਲ। ਹਾਂਜੀ, ਜੈ ਰਾਗ ਨਾ ਰੰਗ ਨਾ ਰੇਖ ਰੁਗੰ, ਜਿਹਦਾ ਕੋਈ ਨਾ ਰਾਗ ਹੈ, ਨਾ ਰੰਗ ਹੈ, ਨਾ ਰੇਖ ਹੈ, ਨਾ ਰੁਗੰ, ਨਾ ਕੋਈ ਉਹਨੂੰ ਰੋਗ ਹੈ।
ਰੋਗ ਵੀ ਨਹੀਂ ਕੋਈ। ਰੋਗ ਮਤਲਬ ਹੈ ਸਰੀਰਕ ਰੋਗ ਦੀ ਨਹੀਂ ਗੱਲ ਹੁੰਦੀ ਹੈ, ਨਾ ਰੰਗ ਸਰੀਰ ਦੀ ਗੱਲ, ਆਤਮਾ ਦੀ ਗੱਲ। ਆਤਮਾ ਜੇ ਕਿਸੇ ਹੋਰ ਰੰਗ ਦੇ ਵਿੱਚ ਨਹੀਂ ਤਾਂ ਰੋਗ ਦੇ ਵਿੱਚ ਵੀ ਨਹੀਂ ਹੈ। ਔਗਣ ਨਹੀਂ ਕੋਈ। ਔਗਣ ਬਦਲੂ ਰੰਗ ਬਦਲ ਜਾਣ, ਔਗਣ ਦਾ ਰੰਗ ਵੀ ਬਦਲ ਜਾਂਦਾ। ਜੇ ਔਗਣ ਹੋਊ ਤਾਂ ਰੰਗ ਬਦਲ ਜਾਣਾ ਉਹਦਾ। ਜੈ ਸੋਗ ਨਾ ਭੋਗ ਨਾ ਜੋਗ ਜੁਗਮ। ਸੋਗ ਨਹੀਂ ਭੋਗ ਨਹੀਂ ਕੋਈ। ਸੋਗ ਭੋਗਾਂ ਕਰਕੇ ਹੀ ਹੁੰਦਾ, ਨਾ ਕੋਈ ਜੋਗ ਹੈ ਨਾ ਜੋਗ ਜੁਗਮ। ਨਾ ਕਿਸੇ ਨਾਲ ਜੋਗ ਵਾਸਤੇ ਜੋੜਨ ਦੀ ਲੋੜ ਹੈ ਉਹਨੂੰ। ਉਹਨੂੰ ਜਦ ਸੁੱਖ ਹੈ ਜੁੜੀ ਦਾ ਹੁੰਦਾ ਕਿਸੇ ਦੇ ਸਹਾਰੇ ਆਸਰੇ ਵਾਸਤੇ, ਉਹਨੂੰ ਜੁੜਨ ਦੀ ਲੋੜ ਨਹੀਂ ਕਿਸੇ ਨਾਲ। ਜਿਵੇਂ ਜੋਗੀ ਹੈ ਨਾ, ਜੋਗੀ ਕਹਿੰਦੇ ਨੇ ਅਸੀਂ ਨਾਥ ਹੈਗੇ, ਅਸੀਂ ਜੋਗੀ, ਪਰ ਜੁੜਨਾ ਕਿਸੇ ਹੋਰ ਨਾਲ। ਤੁਸੀਂ ਕਾਹਦੇ ਜੋਗੀ ਹੋਏ ਫਿਰ ਜੁੜਨਾ? ਜੋਗੀ ਤਾਂ ਉਹ ਹੈ ਜੀ ਨਾ ਤੁਸੀਂ ਜੁੜਨਾ। ਜੋਗੀ ਹੁੰਦਾ ਜੁੜਿਆ ਹੋਇਆ, ਅਸਲ ਦੇ ਵਿੱਚ ਜੁੜਨ ਵਾਲਾ ਜੋਗੀ ਨਹੀਂ ਹੈ। ਜਿਹਨੇ ਜੋ ਜੁੜਨਾ ਜੋਗੀ ਕਿੱਥੇ, ਉਹ ਤਾਂ ਵਿਯੋਗੀ ਹੈ। ਵਿਯੋਗੀ ਜੋਗੀ ਕਹੀ ਜਾਂਦੇ ਨੇ ਆਪਣੇ ਆਪ ਨੂੰ। ਉਹ ਜਿਹਨੇ ਜੁੜਨਾ ਕਿਉਂ ਹੈ? ਵਿਯੋਗੀ ਹੈ। ਉਹ ਕਹਿੰਦੇ ਨੇ ਅਸੀਂ ਜੋਗੀਆਂ ਹੈਗੇ, ਵਿਯੋਗੀ। ਜਿਹੜਾ ਜੁੜਿਆ ਹੋਇਆ ਤਾਂ ਜੋਗੀ ਹੈ। ਉਹ ਜਗ ਜੋਗੀ ਤਾਂ ਆਪ ਹੈ। ਉਹ ਜਗ ਨਾਲ ਜਿਹੜਾ ਜੁੜਿਆ ਹੋਇਆ ਹੈ। ਕੇਸੋ ਜਗ ਜੋਗੀ ਹੈ। ਕਈ ਕਬੀਰ ਕੇਸੋ ਜਗ ਜੋਗੀ। ਕੇਸੋ ਹੈ ਜਗ ਜੋਗੀ। ਸਾਰੇ ਜਗ ਨਾਲ ਜਿਹੜਾ ਜੁੜਿਆ ਹੈ ਜੋਗੀ ਤਾਂ ਉਹ ਹੈ। ਜਿਹੜਾ ਜੁੜਿਆ ਹੀ ਨਹੀਂ ਹੋਇਆ ਉਹ ਤਾਂ ਵਿਯੋਗੀ ਹੈ। ਜੇ ਜੋਗੀ ਕਿੱਥੇ? ਉਹ ਵਿਯੋਗੀ ਜੋਗੀ। ਰੋਜ਼ ਤਾਂ ਤੁਸੀਂ ਸਮਾਧੀ ਲਾਉਣੇ ਕਾਹਦੇ ਵਾਸਤੇ? ਜੋਗ ਵਾਸਤੇ, ਜੁੜਨ ਵਾਸਤੇ। ਕਹਿੰਦੇ ਅਸੀਂ ਜੋਗੀ ਹਾਂ, ਉਹ ਵਿਯੋਗੀ ਹੈ। ਜੋਗੀ ਕਾਨੂੰਨ ਹੈ। ਜੇ ਜੋਗੀ ਹੋ ਸਮਾਧੀ ਲਾਉਣ ਦੀ ਕੀ ਲੋੜ ਹੈ? ਐਵੇਂ ਸੰਤ ਨੇ। ਜੇ ਤੁਹਾਨੂੰ ਸ਼ਾਂਤੀਆਂ ਵਾਲਾ ਕਿਹਦੀ ਫਿਰਦੇ ਹੋ ਫਿਰ? ਅਸੰਤ ਹੋ ਤੁਸੀਂ, ਹੈ ਜੋ ਸੰਤ ਨਹੀਂ ਹੋ। ਸੰਤ ਹੋਣ ਵਾਸਤੇ ਹੀ ਮਾਲਾ ਫੇਰਦੇ ਹੋ। ਕਹਿੰਦੇ ਅਸੀਂ ਸੰਤਾ ਹੈਗੇ ਨੇ ਅਸੰਤ। ਅਸ਼ਾਂਤੀ ਆ ਤੁਹਾਡੇ ਅੰਦਰ ਤਾਂ ਮਾਲਾ ਫੇਰਦੇ ਹੋ। ਜਦੋਂ ਸ਼ਾਂਤੀ ਆ ਗਈ ਮਾਲਾ ਪਰੇ ਮਾਰੋਗੇ ਭਗਾ ਕੇ। ਮਾਲਾ ਤੇ ਫਿਰ ਕੀ ਲੈਣਾ? ਪੌੜੀ ਚੜੀ ਜਾਂਦੇ ਹੋ, ਕਹਿੰਦੇ ਅਸੀਂ ਸਿਖਰ ਖੜੇ ਹਾਂ। ਖੜੇ ਪੌੜੀ ਤੇ ਖੜੇ ਨੇ। ਪੌੜੀ ਤੇ ਖੜੇ ਡੰਡੇ ਤਾਂ ਚੜ੍ਹਦਾ ਆ, ਉਹ ਥੱਲੇ ਉਤਰਦਾ। ਫਿਰ ਪੌੜੀ ਤੇ ਕੀ ਕਰਾਉਣਾ ਜੇ ਸਿਰੇ ਪਹੁੰਚ ਗਏ ਤੁਸੀਂ? ਮਾਲਾ ਤਾਂ ਥੋੜੀ ਪੌੜੀ ਹੈ ਜੇ। ਉਹ ਚੇਨ ਚੱਲਦੀ ਹੈ, ਉਹ ਨਜ਼ਰੇ ਚੱਲਦੀ ਹੈ, ਚੱਕਾ ਘੁੰਮਦਾ ਜੇ ਨਜ਼ਰ ਮੰਜ਼ਲ ਨਹੀਂ ਆਈ। ਜੇ ਮੰਜ਼ਲ ਆ ਗਈ ਚੱਕਾ ਕਾਹਤੇ ਘੁੰਮਦਾ? ਮਾਲਾ ਕਾਹਤੇ ਘੁੰਮਦੀ ਹੈ ਤੁਹਾਡੀ? ਉਹ ਜੇ ਸਿਰੇ ਪਹੁੰਚ ਗਏ ਮਾਲਾ ਦਾ ਛੱਡ ਦਿਓ, ਫਿਰ ਗੱਡੀ ਫਿਰ ਵੀ ਚੱਲੀ ਜਾਂਦੀ ਹੈ, ਚੱਕਾ ਫਿਰ ਵੀ ਚੱਲਦਾ, ਸਿਰੇ ਪਹੁੰਚ ਵੀ ਗਏ। ਜਾਂ ਤਾਂ ਆਪ ਮੂਰਖ ਨੇ ਇਹ ਲੋਕ। ਤਾਂ ਵਿਚਾਰਿਆਂ ਦਾ ਕੋਈ ਰੌਲਾ ਹੀ ਨਹੀਂ, ਉਹ ਤਾਂ ਮੂਰਖ ਹੈਗੇ ਹੀ ਨੇ। ਜਿਹੜੇ ਸ਼ਰਧਾ ਰੱਖਦੇ ਨੇ ਨਾ ਤੇ ਉਹਨਾਂ ਦਾ ਸਮਝ ਨਹੀਂ। ਪਰ ਇਹਨੂੰ ਪੁੱਛੋ ਤੁਸੀਂ ਮੂਰਖ ਕੋਈ ਸਿਆਣਾ ਬੰਦਾ ਦੇਖ ਲੂ, ਜਾਂ ਫਿਰ ਗੱਡੀ ਜੈਕ ਲਾ ਕੇ ਤੁਸੀਂ ਟਾਇਰ ਘੁਮਾਏ ਹੋਏ ਨੇ। ਗੱਡੀ ਦੇ ਜੈਕ ਲੱਗਿਆ ਹੋਇਆ, ਇੰਜਣ ਚੱਲਦਾ, ਟਾਇਰ ਵੀ ਪਿਛਲੇ ਚੱਲਦੇ ਨੇ। ਕਿਉਂ ਵੀ ਉਹ ਕਾਹਦੇ ਚਲਾਇਆ? ਮੰਜ਼ਿਲ ਤੇ ਤਾਂ ਬੈਠੇ ਹੋ, ਬੈਠੇ ਉੱਥੀ ਨੇ। ਇਹ ਤਾਂ ਉਹ ਗੱਲ ਆ ਵੀ ਜੈਕ ਲਾਤਾ ਟਾਇਰ ਚੱਲੀ ਜਾਂਦਾ। ਜਾਣਾ ਜੁਣਾ ਇਹਨਾਂ ਨੇ ਕਿਤੇ ਨਹੀਂ, ਮਾਲਾ ਚੱਲਦੀ ਹੈ, ਜੈਕ ਲਾ ਕੇ ਟਾਇਰ ਚੱਲਦਾ। ਉੱਥੇ ਬੈਠਾ ਨਹੀਂ, ਨਾ ਗਾਹਾਂ ਗਏ ਨੇ ਨਾ ਪਿਛਾਂ। ਮਾਲਾ ਤਾਂ ਐਂ ਚੱਲਦੀ ਹੈ ਜਿਵੇਂ ਜੈਕ ਲਾ ਦੇਵੇ ਪਿਛਲੇ ਪਹੀਆਂ ਨੂੰ, ਤੇ ਇੰਜਣ ਸਟਾਰਟ ਹੋਵੇ, ਪਹੀਏ ਵੀ ਚੱਲੀ ਜਾਣ, ਗੱਡੀ ਵੀ ਉੱਥੀ ਰਹੇ। ਜਾਂ ਫਿਰ ਇਹੋ ਜਿਹੀ ਗੱਲ ਹੈ ਇਹਨਾਂ ਦੀ। ਉਹ ਜਿਵੇਂ ਅਮਲੀਆਂ ਦੀ ਕਹਾਣੀ ਸੁਣਾਉਂਦੇ ਨੇ, ਹੋਟਲ ਤੇ ਜੈਕ ਲਾਇਆ ਸੀ, ਟਾਇਰ ਬਦਲ ਨੂੰ, ਗੱਡੀ ਸਟਾਰਟ ਕਰਦੀ, ਜੈਕ ਲਾਇਆ ਨਹੀਂ, ਸਟੇਰਿੰਗ ਤੇ ਬਹਿ ਕੇ ਸਟਾਰਟ ਕਰਕੇ ਸੌਂ ਗਿਆ। ਸਾਰੀ ਰਾਤ ਗੱਡੀ ਚਲੀ। ਕਹਿੰਦਾ ਕਿੱਥੇ ਆ? ਕਹਿੰਦਾ ਹੋਟਲ ਤਾਂ ਉਹੀ ਆ ਜੇ। ਮਜ਼ਾਕ ਨਹੀਂ ਕਰਦੇ ਪੋਸਦੀਆਂ ਨੂੰ। ਫਿਰ ਉਹ ਹਜੇ ਨੇ ਸੰਤ ਹੈ। ਫਿਰ ਤਾਂ ਹੈ ਉੱਥੇ ਦੇ ਉੱਥੇ ਹੀ ਮਾਲਾ ਵੀ ਫਿਰੀ ਜਾਂਦੇ ਨੇ, ਗੱਡੀ ਵੀ ਚੱਲੀ ਜਾਂਦੀ ਹੈ, ਟਾਇਰ ਵੀ ਘੁੰਮੀ ਜਾਂਦੇ ਨੇ, ਪਰ ਖੜੇ ਉੱਥੇ ਹੀ ਨੇ। ਜੇ ਉੱਥੇ ਨਾ ਹੁੰਦੇ ਕੋਈ ਦੱਸਦੇ, ਸੰਸਾਰ ਨੂੰ ਕੋਈ ਦੱਸਦੇ ਗੱਲਾਂ ਨਵੀਆਂ। ਜੇ ਕਿਤੇ ਪਹੁੰਚਦੇ ਕਿਸੇ ਹੋਰ ਦੇਸ਼ ਦੀ ਗੱਲ ਦੱਸਦੇ। ਫਿਰ ਇਹਨਾਂ ਨੇ ਖੱਟਿਆ ਕੀ? ਆਪਣੀ ਸਾਰੀ ਜ਼ਿੰਦਗੀ 'ਚ ਜਿਹੜਾ ਕੁਝ ਦੇਖਿਆ ਕਮਾਇਆ, ਉਹ ਦੱਸਣ ਕੀ ਦੇਖਿਆ, ਕੀ ਕੀਤਾ। ਜੋ ਕਹਿ ਰਹੇ ਨੇ ਪੁਰਾਣੀਆਂ ਗੱਲਾਂ ਨੇ, ਸਾਰੀਆਂ ਕਿਤਾਬੀ ਲਿਖਤਾਂ।
ਜਿਹੜੀਆਂ ਕਹਿ ਰਹੇ ਨੇ, ਇਹ ਦੱਸਣਾ ਅਸੀਂ ਨਵਾਂ ਕੀ ਦੇਖਿਆ ਉਹ ਦਿਖਾਉਣ। ਗੁਰਬਾਣੀ ਚੋਂ ਨਵਾਂ ਕੀ ਅਸੀਂ ਖੱਟਿਆ ਸਮਝਿਆ ਉਹੀ ਦੱਸ ਦੇਣ। ਕੱਖ ਪੱਲੇ ਤੁਹਾਡੇ ਹੈ ਨਹੀਂ। ਹੋਟਲ ਤੇ ਜੈਕ ਲਾ ਕੇ ਮਾਲਾ ਫੇਰੀ ਜਾਂਦੇ ਹੋ ਗੱਡੀ ਨੂੰ, ਤੇਲ ਹੋ ਨਹੀਂ ਫੂਕਦਾ। ਉਹ ਭੰਜਨ ਗੰਜਨ ਆਦ ਸਿਰੰ, ਪੂ ਭੰਜਨ ਗੰਜਨ ਆਦ ਸਿਰੰ। ਪੂ ਭੰਜਨ ਜਿਹੜੀ ਚੀਜ਼ ਬਣਾਈ ਆ ਤਾਂ ਉਹਨੂੰ ਢਾ ਵੀ ਦਿੰਦੇ, ਢਾਉਣ ਵਾਲਾ ਵੀ ਆਪੇ। ਗੰਜਨ ਆਦ ਸਿਰੰ, ਗੰਜਨ ਆਦ ਸਿਰੰ, ਜਿਹੜੇ ਹਿਰਦੇ ਬਣਾਉਣਾ ਤੂੰ, ਢਾਉਂਦਾ ਵੀ ਤੂੰ ਹੀ ਆ ਉਹਨਾਂ ਨੂੰ। ਭੰਜਨ ਵੀ ਹੈ ਆਦ ਸਿਰੰ, ਸਾਰਿਆਂ ਦੇ ਸਿਰ ਦੇ ਉੱਤੇ ਆ। ਸਾਡਾ ਜਿਹੜਾ ਹਿਰਦੇ ਦਾ ਨਿਰਮਾਣ ਹੁੰਦਾ ਨਾ, ਜੇ ਜੋਤ ਬਾਹਰ ਨਿਕਲਦੀ ਹੈ ਇਹਦੇ ਹੁਕਮ ਨਾਲ ਨਿਕਲਦੀ ਹੈ ਜੋਤ। ਜਿੰਨੇ ਏਰੀਏ ਦੇ ਵਿੱਚ ਸਾਡੀ ਜੋਤ ਫੈਲਦੀ ਹੈ ਕਿਸੇ ਆਤਮਾ ਦੀ, ਉਹਦਾ ਹਿਰਦਾ ਹੁੰਦਾ। ਜਦੋਂ ਟਾਈਮ ਖਤਮ ਹੋ ਜਾਂਦਾ ਉਹ ਜੋਤ ਫੁੱਟ ਜਾਂਦੀ ਹੈ, ਕੁਲੈਬ ਹੋ ਜਾਂਦੀ ਹੈ। ਉਹ ਆਪਾਂ ਬੱਤੀ ਆਫ ਕਰ ਦਈਏ, ਉਹ ਗੈਸ ਹੈ ਜਲਦੀ ਹੈ, ਜਲਦੀ ਹੈ, ਤੇ ਉਹ ਸੁੱਚ ਔਨ ਕਰਦੇ ਹਾਂ, ਜਾਲ ਦਿੰਦੇ ਤੀਲੀ ਲਾ ਕੇ। ਤੇ ਬੁਝਾਉਣ ਵੇਲੇ ਤਾਂ ਤੀਲੀ ਦੀ ਲੋੜ ਨਹੀਂ, ਆਫੇ ਕਰ ਦੇਣੀ ਹੈ, ਸੁੱਚ ਆਫ ਕਰਨੀ ਹੈ। ਬਸ ਸੁੱਚ ਆਫ ਕਰਤੀ, ਖਿੱਚ ਤੇਜ਼ ਜਬ ਤੇਜ਼ ਬਾਹਰ ਨਹੀਂ ਜਾਂਦਾ, ਆਫ ਹੋ ਗਈ। ਇਹ ਗੰਜਨ ਭੱਜਨ ਹੁਕਮ ਦੇ ਨਾਲ ਇਹ ਸਾਡੀ ਜੋਤ ਬਾਹਰ ਨਿਕਲਦੀ ਹੈ। ਜਿੰਨਾ ਚਿਰ ਬਾਹਰ ਨਿਕਲਦੀ ਹੈ ਸਰੀਰ ਹੁੰਦਾ, ਸਰੀਰ ਤੇ ਬਿਨਾਂ ਬਾਹਰ ਨਹੀਂ ਨਿਕਲਦੀ। ਕਮਾਈ ਵਾਸਤੇ ਨਿਕਲਦੀ ਹੈ। ਜੇ ਤਾਂ ਕੁਛ ਉਹਨਾਂ ਚਿਰ 'ਚ ਕਮਾ ਲਵੇ, ਲਾਹਾ ਲੈਣ ਆਈਏ ਸੰਸਾਰ 'ਚ, ਆਇਓ ਲਾਹਾ ਲੈਣ। ਜੇ ਲਾਹਾ ਲੈ ਲਵੇ, ਅੱਖਾਂ ਜਿੰਨਾ ਚਿਰ ਕੰਮ ਕਰਦੀਆਂ ਨੇ, ਕੰਨ ਕੰਮ ਕਰਦੇ ਨੇ, ਸਰੀਰ ਕੰਮ ਕਰਦਾ, ਕੁਛ ਲਾ ਕਮਾ ਲਵੇ, ਚੰਗੀ ਗੱਲ ਹੈ। ਜੇ ਦੇਖ ਲਓ ਹੋਰ ਰੰਗ ਤਮਾਸ਼ਿਆਂ 'ਚ ਪੈ ਗਿਆ, ਫਿਰ ਉਹ ਟਾਈਮ ਤਾਂ ਉਨਾ ਹੀ ਹੈ, ਟਾਈਮ ਤਾਂ ਬਦਲਣਾ ਕਰਨਾ ਹੈ ਨਹੀਂ। ਭੰਜਨ ਕੰਜਨ ਤਾਂ ਹੋ ਜਾਣਾ ਉਹਨਾਂ ਟਾਈਮ 'ਚ। ਤਾਂ ਕੀ ਖੱਟ ਲਿਆ, ਕੀ ਗਵਾ ਲਿਆ, ਇਹ ਤੇਰਾ ਹਿਸਾਬ ਬਾਅਦ 'ਚ ਹੋ ਜੂਗਾ। ਕੀ ਖੱਟ ਲਿਆ, ਕੀ ਗਵਾ ਲਿਆ। ਤੇਲ ਤਾਂ ਉਹਨਾਂ ਹੀ ਫੂਕਿਆ, ਤਾਂ ਪੜਿਆ ਕਿੰਨਾ। ਸਾਰੀ ਰਾਤ ਬਿਜਲੀ ਤਾਂ ਉਹਨੇ ਫੂਕੀ, ਤੇ ਪੜਿਆ ਕਿੰਨਾ। ਦੀਵਾ ਜਲ ਕੇ ਸੌਂ ਗਿਆ, ਜਾਂ ਕੁਝ ਹੋਰ ਹੀ ਕਰੀ ਗਿਆ ਪੜ੍ਹਨ ਦੀ ਬਜਾਏ। ਜਿਹੇ ਬੰਦਤ ਦੇਵ ਅਦੇਵ ਨਰੰ, ਜਿਹਨੂੰ ਬੰਦਨਾ ਕਰਦੇ ਨੇ, ਜਿਹੇ ਬੰਦਤ ਦੇਵ ਅਦੇਵ ਨਰੰ, ਜਿਹਨੂੰ ਨਮਸਕਾਰਾਂ ਕਰਦੇ ਨੇ, ਦੇਵਤੇ ਵੀ, ਰਾਖਸ਼ ਵੀ, ਨਰ ਵੀ। ਦੇਖੋ ਰਾਖਸ਼ ਵੀ ਮੰਨਦੇ ਨੇ ਉਹਨੂੰ ਕਿਸੇ ਨਾ ਕਿਸੇ ਰੂਪ 'ਚ। ਜੇ ਬੰਦਤ ਦੇਵ ਅਦੇਵ ਨਰੰ, ਨਰ ਵਿਚਾਲੇ ਆ ਜਾਂਦੇ ਨੇ ਦੋਹਾਂ ਦੇ। ਨਰਾਂ ਤਾਂ ਜਿਹੜਾ ਮਰਜ਼ੀ ਲੈ ਜਾਓ ਭਰਤੀ ਕਰਕੇ, ਅੱਤਵਾਦੀ ਵੀ ਲੈ ਜਾਂਦੇ ਨੇ ਆਦਮੀਆਂ ਨੂੰ ਭਰਤੀ ਕਰਕੇ, ਪਬਲਿਕ 'ਚੋਂ ਲੈ ਕੇ ਜਾਂਦੇ ਨੇ, ਅੱਤਵਾਦੀ ਵੀ ਲੈ ਜਾਂਦੇ ਨੇ, ਸਰਕਾਰਾਂ ਵੀ ਲੈ ਜਾਂਦੀਆਂ ਨੇ। ਉਹ ਤਾਂ ਵਿਚਾਲੇ ਨੇ। ਕੱਚਾ ਮਾਲ ਹੈ ਨਰੰਗ, ਤਾਂ ਕੱਚਾ ਮਾਲ ਹੈ, ਕੋਈ ਲੈ ਜਾਓ। ਫੌਜ ਵੀ ਚਲੇ ਜਾਂਦੇ ਨੇ, ਅੱਤਵਾਦੀ ਵੀ ਲੈ ਜਾਂਦੇ ਨੇ। ਉਹ ਰਾਖਸ਼ ਅੱਤਵਾਦੀਆਂ ਵਾਲੀ ਉਹ ਗੱਲ ਹੈ, ਹੋਰ ਕੀ ਹੈ। ਉਸ ਵੇਲੇ ਦੀ ਸਰਕਾਰ ਤੋਂ ਵਿਰੋਧੀ, ਕਈ ਵਾਰ ਸਰਕਾਰ ਵੀ ਅੱਤਵਾਦੀਆਂ ਦੀ ਹੁੰਦੀ ਹੈ, ਅੱਤਵਾਦੀਆਂ ਵਰਗੀ ਹੁੰਦੀ ਹੈ। ਖੁਦ ਸਰਕਾਰ ਅੱਤਵਾਦ ਵਰਗੀ ਬਣ ਜਾਂਦੀ ਹੈ ਕਈ ਵਾਰ। ਇੱਥੇ ਕੁਝ ਨਹੀਂ ਪਤਾ ਲੱਗਦਾ, ਮਿੰਟਾਂ 'ਚ ਰੰਗਤ ਬਦਲ ਜਾਂਦੀ ਹੈ ਆਦਮੀ ਦੀ। ਆਦਮੀ ਦਾ ਕੀ ਹੈ, ਕਰੋਧ 'ਚ ਆ ਗਿਆ, ਅੱਤਵਾਦੀ ਬਣ ਗਿਆ। ਪੁਲਿਸ ਵਾਲੇ ਵੀ ਬਣ ਜਾਂਦੇ ਨੇ, ਕਈ ਵਾਰ ਫੌਜ ਵਾਲੇ ਵੀ ਬਣ ਜਾਂਦੇ ਨੇ। ਫੌਜ ਵਾਲਿਆਂ ਤੇ ਕਿਤੇ ਕੇਸ ਨਹੀਂ ਚੱਲਦੇ, ਫਿਰ ਗੁੱਸੇ 'ਚ ਆ ਕੇ ਆਦਮੀ ਦਾ ਸੁਭਾਅ ਹੈ ਜਾਤੀ ਕਰੇ ਦਿੰਦਾ। ਗੁੱਸੇ 'ਚ ਆ ਕੇ ਜਾਤੀ ਹੋ ਜਾਂਦੀ, ਉਹ ਤੇ ਜਾਤੀ ਹੋ ਜਾਂਦੀ, ਪਿੱਛੋਂ ਫਿਰ ਉਹ ਰੌਲਾ ਪੈਂਦਾ। ਉਹੀ ਆਦਮੀ ਆ, ਆਦਮੀ ਉਹਨੇ ਆਖਰ ਨੂੰ ਸਾਰੇ ਹੀ। ਕ੍ਰੋਧ ਕਿਸੇ ਦੀ ਵੀ ਮੱਤ ਮਾਰ ਦਿੰਦਾ, ਜਾਤੀ ਹੋ ਜਾਂਦੀ ਆਦਮੀ ਤੇ। ਫਿਰ ਪਾਵਰ ਕੋਲ ਹੁੰਦੀ ਹੈ ਜਦ। ਬੜੀ ਮੁਸ਼ਕਲ ਗੱਲ ਹੈ ਕਿ ਪਾਵਰ ਕੋਲ ਹੋਵੇ, ਜਾਤੀ ਨਾ ਹੋਵੇ। ਔਖੀ ਗੱਲ ਹੈ। ਬੁੱਧੀ ਉਹਦੀ ਕਾਬੂ ਰੱਖੇ, ਜ਼ਬਤ ਵਿੱਚ ਰਹਿ ਕੇ ਕੰਮ ਕਰੇ। ਔਖਾ ਹੈ ਇਹ।
ਜੇ ਕਰਦੇ ਨੇ ਚੰਗੇ ਨੇ ਸਿਆਣੇ ਨੇ। ਗਣ ਕਿੰਨਰ ਜੱਚ ਭੁਜੰਗ ਰਚੇ, ਗਣ ਕਿੰਨਰ ਜੱਚ ਭੁਜੰਗ ਰਚੇ। ਕਿੰਨਰ ਗਣ ਜੱਚ ਭੁਜੰਗ ਸਾਰੇ ਰਚੇ ਨੇ। ਸ਼ਿਵ ਜੀ ਦੇ ਜਿਹੜੇ ਭਗਤ ਨੇ ਉਹ ਵੀ ਇਹ ਜਿਹੜੇ ਦੇਵਤਿਆਂ ਵਾਲੀ ਕੈਟਾਗਰੀ ਦੇ ਨੇ ਗੰਧਰਵ, ਉਹ ਵੀ ਉਹਨੇ ਰਚੇ ਨੇ ਸਾਰੇ। ਇਹ ਨਹੀਂ ਹੈ ਵੱਖਰੀ ਵੀ ਸ਼ਿਵ ਜੀ ਨੇ ਬਣਾਏ ਨੇ, ਉਹ ਕਿਸੇ ਵਿਸ਼ਨੂੰ ਨੇ ਬਣਾਏ ਨੇ। ਉਹ ਕਹਿੰਦੇ ਨੇ ਨਾ, ਉਹ ਕਹਿੰਦੇ ਨੇ ਸਾਰੀ ਸ੍ਰਿਸ਼ਟੀ ਵਿਸ਼ਨੂੰ ਨੇ ਬਣਾਈ ਹੈ, ਉਹ ਕਹਿੰਦੇ ਸ਼ਿਵ ਜੀ ਨੇ ਬਣਾਈ ਹੈ। ਉਹ ਦੋਹਾਂ ਨੂੰ ਕੱਟੀ ਜਾਂਦੇ ਨੇ, ਦੋਹਾਂ ਦੇ ਹੀ ਪਰਮੇਸ਼ਰ ਨੇ ਬਣਾਏ ਨੇ। ਪਿਛਲੀ ਫਿਲਾਸਫੀ ਇਹ ਹੈ। ਉਹ ਕਹਿੰਦੇ ਨੇ ਸ੍ਰਿਸ਼ਟੀ ਬਣੀ ਹੈ ਵਿਸ਼ਨੂੰ ਤੋਂ, ਉਹ ਕਹਿੰਦੇ ਨੇ ਬਣੀ ਹੈ ਸ਼ਿਵ ਜੀ ਤੋਂ। ਉਹਨਾਂ ਦੀ ਲੜਾਈ ਹੈ। ਉਹ ਕਹਿੰਦੇ ਨੇ ਵੀ ਚਾਹੇ ਸ਼ਿਵ ਜੀ ਦੇ ਨੇ ਚਾਹੇ ਦੇਵਤੇ ਨੇ, ਦੋਏ ਪਰਮੇਸ਼ਰ ਨੇ ਬਣਾਏ ਨੇ। ਆਹ ਗੱਲ ਹੈ ਅਸਲ ਦੇ ਵਿੱਚ ਜਿਹੜੀ ਚੱਲਦੀ ਹੈ। ਆਮ ਆਦਮੀ ਨੂੰ ਔੜ ਜਿਹੀ ਲੱਗਦੀ ਹੈ ਵੀ ਇੱਕੋ ਹੀ ਗੱਲ ਫੇਰ ਮੁੜ ਕਹੀ ਜਾਂਦੇ ਨੇ, ਕੋਈ ਗੱਲ ਮੁੜ ਕਹੀ ਜਾਂਦੇ। ਬੜਾ ਭਾਰੀ ਝਗੜਾ ਹੈ ਸ਼ਿਵ ਪੁਰਾਣ ਔਰ ਵਿਸ਼ਨੂੰ ਪੁਰਾਣ ਦਾ। ਉਹਦਾ ਝਗੜਾ ਲੋਕਾਂ ਦੇ ਦਿਮਾਗ 'ਚ ਫਸਿਆ ਹੋਇਆ ਨਾ। ਸਾਡੇ ਤਾਂ ਹੈ ਨਹੀਂ ਸਿੱਖਾਂ ਦੇ, ਅਸੀਂ ਕਿਹੜਾ ਪੁਰਾਣ ਸੁਣੇ ਨੇ। ਜਿਨ੍ਹਾਂ ਨੇ ਉਦੋਂ ਸੁਣਿਆ ਹੋਇਆ ਤਾਂ ਖੜੇ ਤੇ ਨਾ ਇੱਥੇ ਉਹਨਾਂ ਦਾ ਲਾ ਰਹੇ ਨੇ ਰੰਗ। ਇਹ ਸਾਨੂੰ ਐਂ ਲੱਗਦਾ ਵੀ ਉਹੀ ਗੱਲ ਕਹੀ ਜਾਂਦੇ ਨੇ। ਕੀ ਮਤਲਬ ਹੈ ਇਹਦਾ? ਸਾਡੇ ਤੋਂ ਰੰਗ ਹੈ ਨਹੀਂ ਚੜਿਆ ਹੋਇਆ। ਹਾਂ, ਜੇ ਤੁਹਾਡੇ ਨਾਲ ਕੋਈ ਚਰਚਾ ਕਰੂ ਬਾਹਰੋਂ ਸ਼ਿਵ ਪੁਰਾਣ ਵਾਲਾ ਵਿਸ਼ਨੂੰ ਪੁਰਾਣ ਵਾਲਾ, ਫਿਰ ਤੁਹਾਡੇ ਇਹ ਹਥਿਆਰ ਨੇ, ਫਿਰ ਸਾਡੇ ਕੋਲ ਇਹ ਹਥਿਆਰ ਨੇ। ਜੇ ਕੋਈ ਕਹੇ ਵਿਸ਼ਨੂੰ ਦਾ ਅਵਤਾਰ ਸੀ ਜੀ ਦਸਮ ਪਾਤਸ਼ਾਹ ਤਾਂ, ਜਾਂ ਗੁਰੂ ਨਾਨਕ ਦਾ ਵਿਸ਼ਨੂੰ ਦਾ ਅਵਤਾਰ ਸੀ, ਫਿਰ ਅਸੀਂ ਕਹਿ ਸਕਦੇ ਬਿਲਕੁਲ ਗਲਤ ਹੈ, ਵਿਸ਼ਨੂੰ ਤੋਂ ਖਿਲਾਫ ਹੈ। ਜੇ ਕੋਈ ਬ੍ਰਹਮਾ ਦਾ ਅਵਤਾਰ ਕਹੇ ਨਾਨਕ ਨੂੰ, ਅਸੀਂ ਕਹਾਂ ਬਿਲਕੁਲ ਗਲਤ ਹੈ। ਆਹ ਦੇਖੋ, ਆਹ ਲਿਖਦਾ ਉਹ ਇਹ ਗੱਲ ਹੈ ਅਸਲ 'ਚ। ਉਹ ਆਪਣਾ ਰੰਗ ਚਾੜਨ ਦੀ ਕੋਸ਼ਿਸ਼ ਕਰਨ, ਆਪਣੀ ਸਾਈਡ ਨੂੰ ਖਿੱਚਣ। ਕੋਈ ਕਹੇ ਜੀ ਉਹ ਤਾਂ ਸ਼ਿਵ ਜੀ ਦਾ ਅਵਤਾਰ ਸੀ, ਸ਼ਿਵ ਦੇ ਭਗਤਾਂ ਨਾਲੇ ਚਰਚਾ ਹੋਈ ਹੈ। ਗੁਰੂ ਨਾਨਕ ਨੇ ਪੰਡਤ ਨੂੰ ਤਾਂ ਘਾਸੇ ਨਹੀਂ ਕਰੀ ਹੈ। ਪੰਡਤਾਂ ਤਾਂ ਇੰਨੀ ਉਹ ਗੱਲ ਸੀ, ਮਾਸ ਕਰ ਮੂਰਖ ਝਗੜੇ ਵਾਲੀ ਉਹ ਗੱਲ ਹੈ, ਜ਼ਿਆਦਾ ਤਾਂ ਹੋਈ ਉਹ ਨਹੀਂ ਗੱਲ। ਫਿਰ ਅਸੀਂ ਕਹਾਂਗੇ ਨਾ, ਇਹ ਵੀ ਗੱਲ ਗਲਤ ਹੈ। ਸ਼ਿਵ ਜੀ ਦਾ ਵੀ ਅਵਤਾਰ ਨਹੀਂ ਹੈ, ਉਹ ਕਿਸੇ ਦਾ ਵੀ ਅਵਤਾਰ ਨਹੀਂ। ਸਮਝੇ ਜੀ, ਸੰਸਾਰੀ ਅਵਤਾਰ ਨਹੀਂ ਹੈ ਕਿਸੇ ਦੇ। ਜੇ ਅਵਤਾਰ ਹੋ ਨਰਸਿੰਘ ਅਵਤਾਰ ਹੋਏ ਨੇ। ਫਿਰ ਆਦਮੀ ਸਰੀਰ ਆਦਮੀ ਦਾ, ਆਤਮਾ ਸ਼ੇਰ ਦੀ। ਨਿਰਭੈ ਹੋ ਕੇ ਗੱਲ ਕਰਦੇ ਸੀ। ਜਿਹੜਾ ਨਿਰਭੈ ਹੋ ਕੇ ਗੱਲ ਕਰੇ ਨਰਸਿੰਘ ਅਵਤਾਰ ਹੈ ਆਦਮੀ। ਗੱਲ ਕਰਨ ਦੀ ਦਲੇਰੀ ਸ਼ੇਰ ਵਾਲੀ ਹੈ। ਨਾ ਸ਼ਿਵ ਜੀ ਦਾ ਡਰ, ਨਾ ਵਿਸ਼ਨੂੰ ਦਾ ਡਰ। ਦੇਵੀ ਦੇਵਤਿਆਂ ਦੀ ਭੈ ਤੋਂ ਮੁਕਤ ਹੋ ਕੇ ਜਿਹੜਾ ਗੱਲ ਕਰਦਾ ਹੈ, ਉਹ ਸ਼ਿਵ ਜੀ ਦਾ ਅਵਤਾਰ ਨਹੀਂ ਹੈ, ਨਾ ਵਿਸ਼ਨੂੰ ਦਾ ਅਵਤਾਰ ਹੈ। ਸ਼ਿਵ ਜੀ ਦਾ ਅਵਤਾਰ ਹੋਊਗਾ, ਸ਼ਿਵ ਤੇ ਡਰੂਗਾ। ਸ਼ਿਵ ਦਾ ਅਵਤਾਰ ਦਾ ਹੁੰਦਾ ਸ਼ਿਵ ਤੋਂ ਦੂਏ ਨੰਬਰ ਤੇ ਹੋਊ। ਉਹ ਅਵਤਾਰ ਦੂਏ ਨੰਬਰ ਦਾ ਹੁੰਦਾ। ਸ਼ਿਵ ਤਾਂ ਹੈ, ਉਹ ਹੈ। ਉਹਦਾ ਅਵਤਾਰ ਹੋਣਾ, ਉਹਦਾ ਚੇਲਾ ਹੋਣਾ, ਉਹਦੇ ਵਾਲੀ ਗੱਲ ਹੈ ਕਹਿਣੀ। ਉਹਦੇ ਵਾਲੀ ਗੱਲ ਨੂੰ ਸੱਚ ਬਣਾਉਣਾ ਆ ਕੇ, ਉਹ ਅਵਤਾਰ ਹੁੰਦਾ। ਇਹ ਨਰਸਿੰਘ ਅਵਤਾਰ ਹੈ। ਸਿੰਘ ਤਾਂ ਹੀ ਲਾਇਆ ਨਾਲ ਦਸਮ ਪਾਤਸ਼ਾਹ ਨੇ। ਉਹ ਨਾਰਾ ਆਦਮੀ ਹੈ, ਗੱਲ ਕਰਦਾ ਸਿੰਘ ਵਾਲੀ। ਨਿਰਭੈ ਹੋ ਕੇ ਗੱਲ ਕਰਦਾ ਸੱਚ ਦੀ। ਸੱਚ ਬਗੈਰ ਨਿਰਭੈ ਹੋਏ ਤੇ ਬੋਲਿਆ ਨਹੀਂ ਜਾ ਸਕਦਾ। ਰਹਿਤ ਕਿਸੇ ਦੀ ਨਹੀਂ, ਸੱਚ ਕਹਿਣਾ। ਤਰਫਦਾਰੀ ਕਿਸੇ ਦੀ ਨਹੀਂ, ਸੱਚ ਕਹਿਣਾ। ਇਮਾਨਦਾਰੀ ਨਾਲ ਕਹਿਣਾ ਸੱਚ। ਹਾਂ, ਗਲਤੀ ਲੱਗ ਸਕਦੀ ਹੈ, ਉਹ ਕੋਈ ਗੱਲ ਕੱਚੀ ਨਿਕਲ ਸਕਦੀ ਹੈ ਕਿਸੇ ਵੇਲੇ ਭੁਲੇਖੇ ਨਾਲ। ਉਹਨੂੰ ਕਿਹਾ ਬਾਹਰੋਂ ਭੁੱਲ ਚੁੱਕ ਬੋਲਦੇ ਵੀ ਘਰੇ ਖਰੇ ਹਰ ਪਾਣ। ਕੋਈ ਬੋਲਣ ਲੱਗਿਆ ਸੀ ਕੁਛ, ਕਹਿਤਾ ਕੁਛ, ਨਿਕਲ ਗਿਆ ਕੁਛ। ਉਹ ਬਾਹਰੋਂ ਭੁੱਲ ਚੁੱਕ ਬੋਲਿਆ, ਕਹਿੰਦਾ ਨਹੀਂ ਮੈਂ ਮੇਰਾ ਕਹਿਣਾ ਤਾਂ ਆਹ ਮਤਲਬ ਸੀ, ਆਹ ਨਹੀਂ ਸੀ। ਮੂੰਹ ਤੋਂ ਗੱਲ ਨਿਕਲ ਗਈ। ਆਦਮੀ ਹੈ ਨਾ, ਜ਼ੁਬਾਨ ਸਲਿੱਪ ਕਰ ਜਾਂਦੀ ਹੈ। ਉਹਨੂੰ ਕਹੇ ਬਾਹਰੋਂ ਭੁੱਲ ਚੁੱਕ ਬੋਲਦੇ, ਮੂੰਹ ਦੇ ਵਿੱਚੋਂ ਹੀ ਜ਼ੁਬਾਨ ਸਲਿੱਪ ਕਰੀ, ਅੰਦਰੋਂ ਨਹੀਂ ਸੀ ਗੱਲ। ਅੰਦਰੋਂ ਭਾਵਨਾ ਗੱਲ ਕਹਿਣ ਦੀ ਨਹੀਂ ਸੀ। ਹਾਂ, ਮਣੀ ਮਾਣਕ ਮੋਤੀ ਲਾਲ ਸੁਚੇ। ਹਾਂ, ਉਹ ਕੌਣ ਨੇ? ਮਣੀ ਮਾਣਕ ਮੋਤੀ ਲਾਲ ਸੁੱਚੇ। ਜੇ ਮਨ ਮੋਤੀ ਹੈ, ਮਨ ਮਾਣਕ ਹੈ, ਤਾਂ ਉਹ ਚਿੱਤ ਲਾਲ ਹੈ। ਫਿਰ ਸੁੱਚੇ ਨੇ ਦੋਏ, ਸੁੱਚੇ, ਝੂਠ ਨਹੀਂ ਰਹੀ।
ਅਨਭੰਜ ਪ੍ਰਭਾ ਅਣਗੰਜ ਬ੍ਰਿਤੰ। ਬਸ ਫੇਰ ਅਨਪੰਜ ਪ੍ਰਭਾ ਹੁੰਦੀ ਹੈ। ਜਦੋਂ ਮਨ ਮਾਨਕ ਹੋ ਜਵੇ ਨਾ, ਸੁੱਚਾ ਹੋ ਜਵੇ ਮੋਤੀ, ਅਰਚਿਤ ਹੋਵੇ ਲਾਲ, ਮੇਰੇ ਲਾਲ ਜੀ ਉਹ ਤੇਰਾ ਅੰਤ ਨਾ ਜਾਣਾ, ਅਨਭੰਜ ਪ੍ਰਭਾ। ਫੇਰ ਉਹਨਾਂ ਦੀ ਪ੍ਰਭਾ ਜਿਹੜੀ ਅਨਪੰਜ ਹੋ ਜਾਂਦੀ ਹੈ। ਫੇਰ ਉਹਨਾਂ ਦੀ ਜਿਹੜੀ ਹੈ ਨਾ ਗਿਆਨ, ਉੱਤੇ ਪ੍ਰਭਾਵ ਨਹੀਂ ਕਿਸੇ ਦਾ ਪੈਂਦਾ। ਕਿਸੇ ਵੀ ਗ੍ਰੰਥ ਦਾ ਪ੍ਰਭਾਵ ਪੈਂਦਾ ਹੀ ਨਹੀਂ ਹੈ। ਸੰਸਾਰੀ ਬੁੱਧੀ ਦਾ ਉੱਤੇ ਪ੍ਰਭਾਵ ਪੈਂਦਾ ਹੀ ਨਹੀਂ। ਸੰਸਾਰੀ ਦੇਵੀ ਦੇਵਤਿਆਂ ਦਾ ਪ੍ਰਭਾਵ ਉੱਤੇ ਪੈਂਦਾ ਹੀ ਨਹੀਂ ਹੈ। ਭੈ ਦਾ ਪ੍ਰਭਾਵ ਉੱਤੇ ਪੈਂਦਾ ਹੀ ਨਹੀਂ। ਬਹੁਤ ਦਾ ਪ੍ਰਭਾਵ ਉੱਤੇ ਪੈਂਦਾ ਹੀ ਨਹੀਂ। ਅਣਗੰਜ ਬ੍ਰਿਤੰ, ਉਹਦੀ ਬਿਰਤੀ ਹੁੰਦੀ ਹੈ। ਬਿਰਤੀ ਜਿਹੜੀ ਹੈ ਡੋਲ ਹੋ ਜਾਂਦੀ ਹੈ ਨਾ। ਅਣਗੰਜ ਗੰਜ ਤੋੜਨ ਵਾਲੀ ਨਹੀਂ ਰਹਿੰਦੀ। ਬਿਰਤੀ ਨੂੰ ਕੋਈ ਤੋੜ ਨਹੀਂ ਸਕਦਾ। ਦੇਖੋ ਭੈ ਬਿਰਤੀ ਤੋੜ ਦਿੰਦੀ ਹੈ। ਸਾਹਿਬਜ਼ਾਦਿਆਂ ਦੀ ਬਿਰਤੀ ਕਿਉਂ ਨਹੀਂ ਟੁੱਟੀ? ਵੱਧ ਤੋਂ ਵੱਧ ਭੈ ਮੌਤ ਦਾ ਹੋਊ, ਹੋਰ ਕਾਹਦਾ ਹੋਊ? ਘਰ ਤਾਂ ਪਹਿਲਾਂ ਹੀ ਛੱਡਿਆ ਸੀ। ਉਹ ਘਰ-ਬਾਰ ਤਾਂ ਪਹਿਲਾਂ ਹੀ ਛੱਡਿਆ ਸੀ। ਬਾਕੀ ਨੇ ਕਿ ਮਾਇਆ ਦੀ ਖੱਚਰ ਉਹ ਪਹਿਲਾਂ ਹੀ ਦੇਤੀ ਸੀ ਉਹਨੂੰ ਵੀ ਤੂੰ ਮਾਇਆ ਦੀ ਖੱਚਰ ਤੂੰ ਹੀ ਰੱਖ ਲੈ। ਤਾਂ ਇੱਥੇ ਆ ਕੇ ਕੀ ਰਹਿ ਗਿਆ ਸੀ? ਇੱਥੇ ਆ ਕੇ ਰਹਿ ਗਿਆ ਸੀ ਅਸੂਲ ਔਰ ਸਰੀਰ। ਅਸੂਲ ਔਰ ਸਰੀਰ ਰਹਿ ਗਏ ਸੀ ਫਤਿਹਗੜ੍ਹ। ਤਾਂ ਹੋਰ ਕੀ ਰਹਿ ਗਿਆ ਸੀ? ਇੱਕ ਬਿਰਤੀ, ਇੱਕ ਸਰੀਰ। ਬਿਰਤੀ ਰੱਖਣੀ ਹੈ ਅਡੋਲ ਕਿ ਸਰੀਰ ਰੱਖਣਾ? ਕੁਛ ਚਿਰ ਵਾਸਤੇ ਬਸ ਸਵਾਲ ਇੱਥੇ ਹੀ ਖੜਾ ਸੀ। ਲਾਈਨ ਰੱਖਣੀ ਹੈ ਸੱਚ ਵਾਲੀ ਹੈ, ਸਰੀਰ ਬਚਾਉਣਾ ਝੂਠ ਵਾਲਾ। ਸਰੀਰ ਜਿਹੜਾ ਨਾ ਰਹਿਣ ਵਾਲਾ ਹੈ, ਥੋੜੇ ਦੇਰ ਵਾਸਤੇ, ਪਤਾ ਨਹੀਂ ਦੂਆ ਸਾਹ ਹੋਣਾ, ਖਤੀਆ ਹੋਣਾ, ਨਹੀਂ ਹੋਣਾ। ਇਹ ਰੱਖਣਾ ਹੈ ਕਿ ਸੱਚ ਰੱਖਣਾ? ਕਹਿੰਦਾ ਸੱਚ ਰੱਖਣਾ, ਦੀ ਲੋੜ ਨਹੀਂ ਹੈ। ਬਸ ਇੱਥੇ ਹੀ ਫੈਸਲਾ ਸੀ। ਹੋਰ ਫੈਸਲਾ ਕਿਹੜੀ ਗੱਲ ਤੇ ਖੜਾ ਸੀ? ਕੌਡੀ ਚਾਹੀਦੀ ਹੈ, ਹੀਰਾ ਚਾਹੀਦਾ। ਹੀਰਾ ਚਾਹੀਦਾ, ਕੌਡੀ ਚਾਹੀਦੀ ਹੈ। ਹੀਰੇ ਦੀ ਜਿਹਨੂੰ ਪਛਾਣਨਾ, ਹੀਰਾ ਕਦੋਂ ਛੱਡਦਾ ਕੌਡੀ ਬਦਲੇ? ਉਹ ਜਿਹਨੂੰ ਨਹੀਂ ਪਛਾਣਨਾ ਉਹ ਚਾਹੇ ਛੱਡੇ। ਜਿਹਨੂੰ ਪਛਾਣਨਾ ਕਦੋਂ ਛੱਡਦਾ? ਉਹਨਾਂ ਨੂੰ ਪਛਾਣ ਸੀਗੀ। ਉਹਨਾਂ ਦਾ ਫੈਸਲਾ ਤਾਂ ਫਿਰ ਉਹੀ ਹੋਣਾ ਸੀ। ਜਿਹਨੂੰ ਪਛਾਣਨਾ ਉਹਦਾ ਫੈਸਲਾ ਉਹੀ ਹੋਣਾ। ਜੈ ਪਾਰ ਨ ਪਾਵਤ ਪੂਰ ਮਤੰ। ਜੇ ਪਾਰ ਨ ਪਾਵਤ ਪੂਰ ਮਤੰ, ਪੂਰੀਆਂ ਮੱਤਾਂ ਵਾਲੇ ਵੀ ਜਿਹਨੂੰ ਇਹ ਕਹਿ ਦਿੰਦੇ ਨੇ ਵੀ ਇਹਦਾ ਪਾਰ ਨਹੀਂ ਪਾਇਆ ਜਾ ਸਕਦਾ। ਪਰਲਾ ਕਿਨਾਰਾ ਨਹੀਂ ਦੀਂਦਾ ਇਹਦਾ, ਕਦੋਂ ਇਹਨੇ ਮਰਨਾ? ਜੋਤ ਨੇ, ਜੋਤ ਦਾ ਪਰਲਾ ਪਾਸਾ ਹੈ। ਮਤਲਬ ਉਹਨਾਂ ਨੇ ਵੀ ਇਹੀ ਕਿਹਾ, ਪੂਰੀ ਮੱਤ ਵਾਲੇ ਨੇ ਵੀ ਇਹੀ ਕਿਹਾ। ਅਧੂਰੀ ਮੱਤ ਵਾਲਿਆਂ ਨੇ ਸੁਣੀ ਸੁਣਾਈ ਗੱਲ ਕਹੀ ਆ ਉਹਨਾਂ ਦੀ। ਅਧੂਰੀ ਮੱਤ ਵਾਲਿਆਂ ਨੇ ਦੇਖ ਕੇ ਨਹੀਂ ਕੁਛ ਕਿਹਾ, ਸੁਣਿਆ ਸੁਣਾਇਆ। ਕਹਿਤੀ ਸੁਣੀ। ਜਿਹੜੀਆਂ ਸੁਣਦੇ ਆ ਨਾ ਲੋਕਾਂ ਹੋਈਆਂ ਦੂਜੀਆਂ ਮੱਤਾਂ ਵਾਲਿਆਂ ਤੇ, ਕਹਿੰਦੇ ਨੇ ਆਤਮਾ ਅਮਰ ਹੈ, ਸਾਰੇ ਹੀ ਕਹਿੰਦੇ ਨੇ। ਉਹ ਸੁਣੀ ਸੁਣਾਈ ਗੱਲ ਕਹੀ ਜਾਂਦੇ ਨੇ ਸਾਰੇ। ਦੇਖੀ ਉਹਨਾਂ ਨੇ, ਜੇ ਦੇਖੀਏ ਤਾਂ ਦਰਸ਼ਨ ਕਰਾਉਣ। ਨਾਨਕ ਗੁਰਮੁਖ ਦੇਖ ਦਿਖਾਏ। ਦੇਖੀ ਦੀ ਗੱਲ ਕਰੋ, ਸੁਣੀ ਦੀ ਗੱਲ ਨਾ ਕਰੋ। ਗੁਰਬਾਣੀ ਕੀ ਹੈ? ਸੋ ਬੋਲਣਾ ਜੋ ਪੇਖੇ ਅੱਖੀ। ਭਗਤ ਉਹ ਹੈ ਜਿਹੜਾ ਅੱਖੀ ਦੇਖ ਕੇ ਗੱਲ ਕਰੇ। ਅੱਖੀ ਦੇਖੂਗਾ ਫਰਕ ਪਊਗਾ। ਉਹ ਸਮੇਂ ਗੱਲ ਹੋਰ ਸੀ, ਅੱਜ ਸਮੇਂ ਗੱਲ ਹੋਰ ਹੈ। ਗੱਲ ਨੂੰ ਹੁਣ ਦੇ ਸੰਦਰਭ ਦੇ ਵਿੱਚ ਅਰਥਾ ਕੇ ਦਿਖਾਵੇ। ਅੱਜ ਦੇ ਸੰਦਰਭ ਵਿੱਚ ਪ੍ਰਮਾਣ ਨਵੇਂ ਦਵੇ। ਉਹ ਦਿੱਤੇ ਹੋਏ ਨੇ, ਉਹ ਉਦੋਂ ਸੀ ਉਹਨਾਂ ਨੂੰ ਦੀਦੇ। ਤੈਨੂੰ ਕੀ ਦੀਦਾ ਅੱਜ? ਉਦੋਂ ਕੁਛ ਹੋਰ ਦੀਦਾ ਸੀ। ਸਵੇਰ ਨੂੰ ਕੁਛ ਹੋਰ ਦੀਦਾ, ਦੁਪਹਿਰ ਨੂੰ ਕੁਛ ਹੋਰ ਦੀਦਾ, ਸ਼ਾਮ ਨੂੰ ਕੁਛ ਹੋਰ ਦੀਦਾ, ਦੂਏ ਦਿਨ ਕੁਛ ਹੋਰ ਦੇਖਣਾ। ਅੱਜ ਦੇਖ ਤੈਨੂੰ ਕੀ ਦੀਦਾ ਉਹ ਦੱਸ। ਅਨਖੰਡ ਸਰੂਪ ਅਡੰਡ ਪ੍ਰਭਾ। ਅਨਖੰਡ ਸਰੂਪ, ਸਰੂਪ ਕੀ? ਅਨਖੰਡ ਹੈ। ਖੰਡਾ ਨਹੀਂ ਕੀਤਾ ਜਾ ਸਕਦਾ। ਭੈ ਨਾਲ ਖੰਡਾ ਨਹੀਂ ਹੋ ਸਕਦਾ ਹੈ। ਜ਼ਬਾਨ ਨਹੀਂ ਤਿਲ ਮਿਲਾਉਂਦੀ। ਮੌਤ ਦਾ ਫੇਸ ਕਰਕੇ ਵੀ ਜ਼ਬਾਨ ਉਵੇਂ ਹੀ ਹੈ ਜਿਵੇਂ ਪਹਿਲਾਂ ਚੱਲਦੀ ਸੀ ਨਾ। ਧਰੂਹ ਦੀ, ਪ੍ਰਹਲਾਦ ਦੀ ਉਵੇਂ ਚੱਲਦੀ ਸੀ। ਸਾਹਿਬਜ਼ਾਦਿਆਂ ਦੀ ਉਵੇਂ ਚੱਲਦੀ ਸੀ। ਕੋਈ ਪ੍ਰਭਾਵ ਨਹੀਂ ਉਹਦੇ ਤੇ। ਅਨਡੰਡ ਪ੍ਰਭਾ। ਪ੍ਰਭਾ ਅਨਡੰਡ ਹੈ।
ਉਹਦੀ ਜੋਤ ਹੈ ਉਹ ਤਾਂ ਕੋਈ ਇਫੈਕਟ ਨਹੀਂ ਹੋਇਆ ਹੋਇਆ, ਮੱਧਮ ਨਹੀਂ ਹੋਈ ਜੋਤ, ਪ੍ਰੈਸ਼ਰ 'ਚ ਨਹੀਂ ਆਇਆ। ਪ੍ਰੈਸ਼ਰ 'ਚ ਆ ਜਾਣਾ ਅਨਡਲਡ ਪ੍ਰਭਾ, ਪ੍ਰੈਸ਼ਰ 'ਚ ਆ ਜਾਣਾ, ਪ੍ਰੈਸ਼ਰਾਈਜ਼ ਨਹੀਂ ਹੋ ਸਕੇ ਬਿਲਕੁਲ ਵੀ ਸਾਹਿਬਜ਼ਾਦੇ। ਚਲੋ ਬੜਿਆਂ ਨੇ ਤਾਂ ਕੀ ਹੋਣਾ, ਤਾਂ ਇਹ ਵੀ ਨਹੀਂ ਹੋਏ। ਉਹਨਾਂ ਕੋਲ ਤਾਂ ਫੌਜਾਂ ਸੀ, ਘੋੜੇ ਤੇ ਹਥਿਆਰ ਤੇ ਲੜਦੇ ਤੇ, ਇਹਨਾਂ ਕੋਲ ਤਾਂ ਕੁਝ ਵੀ ਨਹੀਂ, ਇਹ ਨਹੀਂ ਹੋਏ, ਪ੍ਰੈਸ਼ਰਾਈਜ਼ ਨਹੀਂ ਹੋ ਸਕਦੇ। ਖੋਪਰੀਆਂ ਲਾ ਲਈਆਂ, ਪ੍ਰੈਸ਼ਰਾਈਜ਼ ਨਹੀਂ ਹੋਏ। ਬੰਦ ਕਟਾ ਲਏ, ਪ੍ਰੈਸ਼ਰਾਈਜ਼ ਨਹੀਂ ਹੋਇਆ ਕੋਈ ਵੀ। ਉਹ ਅਨੰਦ ਪ੍ਰਭਾ। ਜੈ ਜੰਪਤ ਵੇਦ ਪੁਰਾਣ ਸਭਾ, ਸਾਰੇ ਹੀ ਜਪਦੇ ਨੇ ਵੇਦ ਪੁਰਾਣ, ਜੈ ਜੈਕਾਰ ਕਰਦੇ ਨੇ। ਉਹ ਵੇਦ ਪੁਰਾਣ ਜਿਹੜੇ ਜਪਦੇ ਨੇ ਨਾ ਪੁਰਾਣ, ਉਹ ਸੁਣੀ ਸੁਣਾਈ ਜਪਦੇ ਨੇ। ਸੁਣੀ ਸੁਣਾਈ ਗੱਲ ਕਹੀ ਜਾਂਦੇ ਨੇ, ਜਪ ਰਹੇ ਨੇ, ਜੋ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ। ਜੰਪਤ, ਜੈ ਜੰਪਤ ਵੇਦ ਪੁਰਾਣ ਸਭਾ, ਉਹ ਵੀ ਜੈ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ। ਉਹਦੇ ਵਿੱਚ ਮੰਨਦੇ ਨੇ ਉਹ ਸੁਪਰੀਮ ਪਾਵਰ ਬਾਰੇ ਦੱਸਿਆ ਕੋਈ ਨਹੀਂ ਪੁਰਾਣਾਂ ਦੇ ਵਿੱਚ ਹੋਇਆ। ਹਾਂ ਜੈ ਜੈਕਾਰ ਉਹ ਵੀ ਕਰ ਦਿੰਦੇ ਨੇ ਸੁਣੀ ਸੁਣਾਈ ਹੋਈ ਗੱਲ ਦੀ। ਜੈ ਵੇਦ ਕਤੇਬ ਅਨੰਤ ਕਹੈ, ਹਾਂ ਜਿਹਨੇ ਵੇਦ ਔਰ ਕਤੇਬ ਨੇ ਜਿਹਨੂੰ ਅਨੰਤ ਕਿਹਾ, ਵੀ ਉਹਦਾ ਅੰਤ ਕਦੇ ਨਹੀਂ ਹੈ, ਵਰਦਾ ਹੀ ਨਹੀਂ ਹੈ, ਅਨੰਤ ਦਾ ਉਹਦਾ ਵਰਦਾ ਹੀ ਨਹੀਂ ਹੈ। ਸੁਤ ਸਿੰਧ ਅਦੋ ਮੁਖ ਤਾਪ ਤਪੈ, ਸੁਤ ਸਿੰਧ ਅਦੋ ਮੁਖ ਤਾਪ ਤਪੈ, ਤਾਪ ਤਪੈ, ਸਿੰਧ ਅਦੋ ਮੁਖ, ਸੁਤ ਸਿੰਧ ਅਦੋ ਮੁਖ ਤਾਪ ਤਪੈ, ਤਾਪ ਤਪੈ। ਜਿਹਦੀ ਤਪੱਸਿਆ ਕਰ ਰਹੇ ਨੇ, ਚੰਦਰਮਾ ਸੁੱਤ ਸਿੰਧ ਨੂੰ ਚੰਦਰਮੇ ਨੂੰ ਕਹਿ ਦਿੰਦੇ ਨੇ ਇਹ ਅਸਲ ਦੇ ਵਿੱਚ। ਸਿੰਧ ਸਾਗਰ ਨੂੰ ਕਹਿੰਦੇ ਨੇ, ਸਿੰਧ ਸੂਰਜ ਵੀ ਕਹਿ ਦਿੰਦੇ ਨੇ। ਜਿਹੜਾ ਸੁਖ ਸਾਗਰ ਹੈ ਨਾ, ਇਹਦਾ ਨਾਮ ਇੱਕ ਸੁਖ ਸਾਗਰ ਵੀ ਹੈ ਬ੍ਰਹਮ ਗਿਆਨ ਦਾ ਨਾਮ। ਸੁਖ ਸਾਗਰ ਕਿਹਾ ਨਾ, ਭਵ ਸਾਗਰ ਸੁਖ ਸਾਗਰ ਮੈਂ। ਇਹ ਤੋਂ ਪੈਦਾ ਕੀ ਹੁੰਦਾ, ਚਿੱਤ ਨੇ ਬਣਨਾ ਸੁਖ ਸਾਗਰ ਤਾਂ ਨਾ, ਸਤਿਗੁਰ ਨੇ ਬਣਨਾ। ਉਹਦਾ ਸੁੱਤ ਹੁੰਦਾ ਚੰਦਰਮਾ ਮਨ। ਚੰਦਰਮਾ ਸੂਰਜ ਤੋਂ ਰੋਸ਼ਨੀ ਲੈਂਦਾ ਨਾ, ਜਿਹੜਾ ਇਹ ਤਾਂ ਰੋਸ਼ਨੀ ਲੈਣ ਵਾਲਾ ਸੁੱਤ ਹੁੰਦਾ। ਸੁੱਤ ਸਿੰਧ ਅਦੋ ਮੁਖ ਤਾਪ ਤਪੈ, ਅਦੋ ਮੁਖ ਤਾਪ ਤਪੈ। ਇਹ ਜਿਹੜੇ ਭਗਤੀ ਕਰਨ ਵਾਲੇ ਲੋਕ ਨੇ ਨਾ, ਇਮਾਨਦਾਰੀ ਨਾਲ, ਸ਼ਾਂਤਮਈ ਤਰੀਕੇ ਨਾਲ, ਇਹ ਚੰਦਰਮੇ ਦਾ ਅਵਤਾਰ ਨੇ। ਕੋਈ 14 ਕਲਾ, ਕੋਈ 12 ਕਲਾ ਕਹਿੰਦੇ ਨੇ ਸੰਪੂਰਨ, ਉਹ ਚੰਦਰਮੇ ਨਾਲ ਮਿਲਾਈਆਂ ਹੋਈਆਂ ਨੇ ਕਲਾ। ਜਿਹੜੇ ਲੋਕ ਸ਼ਾਂਤੀ ਨਾਲ ਭਗਤੀ ਕਰਨ ਵਾਲੇ ਨੇ, ਜੋ ਪਹੁੰਚੇ ਨਹੀਂ ਆ ਕਿਤੇ, ਉਹ ਸੰਸਾਰੀ ਨੇ, ਜੋ ਜੀਵ ਸਮਝ ਰਹੇ ਨੇ, ਜਿੱਦੇ ਸਿੱਖ ਨੇ, ਜਿੱਦੇ ਇਹ ਚੰਦਰਮੇ ਦਾ ਸਰੂਪ ਹੈ। ਅਜੇ ਜਿੰਨੀ ਕਿਸੇ ਨੇ ਰੋਸ਼ਨੀ ਪ੍ਰਾਪਤ ਕਰ ਲਈ, ਉਹਦੀ ਉਹ ਸ਼ਾਂਤੀ ਉਹਦੇ ਅੰਦਰ ਹੈ। ਸੂਰਜ ਦੀ ਗਰਮੀ ਹੋ ਜਾਂਦੀ ਹੁੰਦੀ ਹੈ, ਸੂਰਜ ਚਾਹੇ ਸ਼ਾਮ ਨੂੰ ਹੋਵੇ, ਗਰਮੀ ਹੁੰਦੀ ਉਹ 'ਚ। ਜਿਹੜੇ ਤਪ 'ਚ ਗਰਮੀ ਹੈ ਨਾ, ਜਿਹੜੇ ਗਿਆਨ 'ਚ ਗਰਮੀ ਹੈ, ਉਹ ਕਰ ਕੁਝ। ਜਿਹੜਾ ਗਿਆਨ ਠੰਡਾ ਹੈ, ਉਹ ਗਿਆਨ ਸਹੀ ਹੈ। ਉਹ ਆਪਣੇ ਆਪ ਨੂੰ ਦੀਵਾ ਮੰਨ ਕੇ ਚੱਲੇ। ਦੀਵਾ ਮੰਨ ਕੇ ਚੱਲਣਾ ਜਿਵੇਂ ਸਗੌਰਾ ਹੋਇਆ ਨਾ, ਉਹਦੇ ਨਾਲ ਸ਼ਾਂਤੀ ਮਿਲਦੀ ਹੈ। ਜਿਹੜਾ ਗਿਆਨ ਦੇ ਨਾਲ ਹੰਕਾਰ ਹੋਈ ਜਾਵੇ, ਉਹਦੇ ਨਾਲ ਹਉਮੈ ਵੱਧਦੀ ਹੈ, ਬੇਚੈਨੀ ਵੱਧਦੀ ਹੈ। ਉਹ ਕਾਲੇ ਬਖਾਨੇ ਦੀ ਹਉਮੈ ਵਧੀ ਹੋਈ ਸੀ, ਹੋਰ ਕੀ ਸੀ। ਕਹਿੰਦੇ ਜਿਹੜਾ ਗੱਲ ਵੀ ਕਰਦਾ ਤਾਂ ਗਾਲਾਂ ਕੱਢਣ ਲੱਗ ਜਾਂਦਾ ਸੀ ਉਹਨੂੰ। ਉਹਦੀ ਗੱਲ ਕੱਟਣ ਵਾਲੀ ਉਹਦੇ ਕੋਲ ਥਾ, ਵਿਚਾਰੇ ਕੋ ਕੀ ਹੈ, ਕੀ ਉਹਦੇ ਕੋਲ ਕੁਛ ਵੀ ਨਹੀਂ। ਉਹ ਤਾਂ ਉਹਨੂੰ ਪਤਾ ਨਹੀਂ ਕਿਵੇਂ ਗਿੱਦੜ ਮੁਕਾ ਕੇ ਥਿਆ ਗਿਆ। ਗਿੱਦੜ ਕਹਿੰਦਾ ਮੈਨੂੰ ਆ ਕੇ ਕੀ ਆ, ਕਹਿੰਦਾ ਇਹ ਸਰਦਾਰੀ ਹੈ ਮੈਨੂੰ ਮਿਲੀ ਹੋਈ ਪਿੰਡ ਦੀ। ਉਹਦਾ ਉਹ ਕੀਤਾ ਉਹਨੇ। 12 ਸਾਲ ਕਹਿੰਦਾ ਮੈਂ ਪੜ੍ਹਦਾ, ਮੈਨੂੰ ਉਹ 12 ਸਾਲ ਤੈਨੂੰ ਕੀ ਪਤਾ ਲੱਗ ਜੂ। ਸਾਰੀ ਜ਼ਿੰਦਗੀ ਨਿਕਲ ਗਈ ਬੰਦਿਆਂ ਦੀ, ਪੜ੍ਹਦਿਆਂ ਦੀ, ਪਤਾ ਨਹੀਂ ਲੱਗਿਆ ਉਹਨਾਂ ਨੂੰ ਕੁਛ ਵੀ। ਨਾਲੇ ਜਿਹੜਾ ਤੈ ਟੀਕਾ ਪੜ੍ਹੇ, ਉਹ ਤਾਂ ਟੀਕਾ ਕਾਰ ਨੂੰ ਨਹੀਂ ਪਤਾ ਲੱਗਿਆ ਕਾਸੇ ਦਾ। ਸਾਹਿਬ ਸਾਨੂੰ ਖੁਦ ਨਹੀਂ ਪਤਾ ਕੀ ਗੱਲ ਹੈ। ਪਹਿਲੀ ਗੱਲ ਤਾਂ ਸਾਹਿਬ ਸਾਨੂੰ ਨਕਲੇ ਕੀਤੀ ਹੈ, ਟੀਕਾ ਕੀਤਾ ਹੀ ਨਹੀਂ। ਸਾਹਿਬ ਸਾਨੂੰ ਟੀਕਾ ਪੜ੍ਹ ਕੇ ਮੈਨੂੰ ਕੋਈ ਸਾਬਤ ਕਰ ਦੇਵੇ ਵੀ ਇਹਦੇ 'ਚ ਬ੍ਰਹਮ ਗਿਆਨ ਦੀ ਕੋਈ ਗੱਲ ਹੈ।
ਸਭ ਦਾ ਟੀਕਾ ਹੀ ਸਾਰਾ ਹਿੰਦੂ ਮਤ ਹੈ, ਟੀਕਾ ਹੀ ਗੁਰਮਤ ਤੋਂ ਖਿਲਾਫ ਹੈ ਸਾਰਾ ਹੀ। ਉਹ ਕਹਿੰਦਾ ਮੈਨੂੰ ਪਤਾ ਲੱਗ ਗਿਆ, ਬੜਾ ਝੂਠਾ ਸੀ, ਅਸਲ ਸਾਜ਼ਿਸ਼ ਸੀ, ਸਾਜ਼ਿਸ਼ ਦੇ ਅਧੀਨ ਕਰ ਰਿਹਾ ਸੀ ਉਹ ਕੁਝ ਸਭ ਕੁਝ। ਕਈ ਕਲਪਣ ਲੋ ਤਪ ਤਾਪ ਕਰੈ, ਕੋਈ ਕਲਪਣ ਲੋ ਤਪ ਤਾਪ ਕਰੈ, ਤਪ ਤਾਪ ਕਰਾਂ। ਕਲਪਣ ਹੁੰਦਾ ਕੋਈ 1000 ਕਰੋੜ ਵਰਸ ਦਾ ਇੱਕ ਦਿਨ ਹੁੰਦਾ, ਕਹਿੰਦੇ ਬ੍ਰਹਮਾ ਦਾ, ਉਹਨੂੰ ਕਲਪ ਕਹਿੰਦੇ ਨੇ, ਉਹਨੂੰ ਕਲਪ ਕਹਿੰਦੇ ਨੇ। ਸ਼ਾਇਦ 240,000 ਕਰੋੜ ਹੈ ਸਾਲ ਦਾ ਇੱਕ ਦਿਨ, ਉਹਨੂੰ ਇੱਕ ਕਲਪ ਕਹਿੰਦੇ ਨੇ। ਕਈ ਕਲਪਾਂ ਦਾ ਕਹਿੰਦੇ ਤਪ ਤਾਪ ਕਰਦੇ ਰਹੇ ਉਹ ਲਾਲੋ ਸਾਹਿਬ, ਗਿਣਤੀ ਤੋਂ ਪਰੇ। ਬ੍ਰਹਮਾ ਦਾ ਇੱਕ ਦਿਨ ਦਾ ਮਤਲਬ ਹੈ ਜਿੰਨਾ ਚਿਰ ਜ਼ਿੰਦਗੀ ਦੇ ਵਿੱਚ ਸਾਰਾ ਜਿੰਨਾ ਅਸੀਂ ਜਨਮ ਲਏ ਨੇ ਨਾ, ਜਿੰਨੇ ਜਨਮ ਲਏ ਨੇ, ਜਦੋਂ ਦੀ ਵੀ ਸ੍ਰਿਸ਼ਟੀ ਸਾਜੀ ਹੈ ਇੱਕ ਰਾਤ ਹੈ। ਜਦੋਂ ਤੋਂ ਰਾਮ ਗਰਭ ਚ ਆਇਆ ਇਹਦੇ ਵਾਸਤੇ ਇੱਕ ਰਾਤ ਹੈ। ਇਹ ਰਾਤ ਹੈ ਸੁੱਤਿਆਂ ਰਹਿਣ ਬਿਹਾਣੀ, ਹਰ ਜੀਵਨ ਰਾਤ ਚ ਲੁਕ ਜਾਂਦਾ। ਦੂਜਿਆਂ ਵਾਸਤੇ ਰਾਤ ਹੈ, ਜਿਹੜੇ ਜਿਉਂਦੇ ਨੇ ਹੈ ਤਾਂ ਰਾਤ ਹੈ ਨਾ, ਇਹ ਐ ਰਾਤ ਵਧੀ ਹੋਈ ਹੈ। ਕਈ ਕਲਪਣ ਲੋ ਤਪ ਤਾਪ ਕਰੈ, ਕਈ ਕਲਪਣ ਲੋ ਤਪ ਤਾਪ ਕਰੇ। ਜਿਹੜੇ ਐਤਕੀ ਨਹੀਂ ਜਾਗੇ, ਅਗਲੇ ਜੇ ਬਾਹਰ ਸ੍ਰਿਸ਼ਟੀ ਪੈਦਾ ਹੋਊ ਜਾਗਣਾ ਫਿਰ ਵੀ ਨਹੀਂ ਉਹਨਾਂ ਨੇ ਕਈਆਂ ਨੇ। ਅਸਲ 'ਚ ਕੋਈ ਜਾਗ ਪਏ ਸਹਿਜ ਅਵਸਥਾ ਜਾਓਗੇ, ਕੁਛ ਹੋਏ ਨਹੀਂ। ਜੇ ਸੁਣ ਸਮਾਂ ਲਗਾਇਆ ਸੀ ਨਾ, ਜਿਹੜਾ ਜਾਗ ਪਏ ਉਹਦੇ ਜਾਗ ਪਏ ਦੋਹਾਂ ਨੂੰ ਜਗਾਉਣ ਲੱਗੇ ਨੇ। ਆ ਰਚਨਾ ਤਾਂ ਰਚੀ, ਜਿਹੜੇ ਜਾਗ ਬਣਨਗੇ ਜੇ ਫਿਰ ਸੁਣ ਸਮਾਧ ਹੋ ਗਏ ਫਿਰ ਅਗਾਂਹ ਨੂੰ ਸ਼ੁਰੂ ਹੋਊਗਾ ਕੰਮ। ਇਸ ਤਰੀਕੇ ਨਾਲ ਕਈ ਕਲਪਨ ਸੇ ਹੋਇਆ ਕਹਿੰਦੇ ਨੇ। ਕਈਆਂ ਨੇ ਜਾਗਣਾ ਹੀ ਨਹੀਂ ਹੈ, ਦੁਬਾਰਾ ਸੁਣ ਸਮਾਧ, ਦੁਬਾਰਾ ਸਾਰਾ ਦਿਨ ਸੁੱਤੇ ਰਹਿਣਾ ਤੇ ਸੱਚ ਖਾਣ ਵਾਸਤੇ ਦਿਨ ਹੋ ਗਿਆ ਨਾ, ਇਹਨਾਂ ਵਾਸਤੇ ਰਾਤ ਹੋ ਗਈ। ਉਹ ਦਿਨ ਵਾਲੇ ਜਗਾ ਰਹੇ ਨੇ ਜਿਨ੍ਹਾਂ ਦੇ ਅੰਦਰ ਰਾਤ ਹੈ, ਸੁੱਤੇ ਪਏ ਨੇ। ਆਏ ਜੇ ਦਿਨ ਸਾਰਾ ਜਾਗੇ ਨਹੀਂ, ਤਪ ਤਾਪ ਕਰਦੇ ਨੇ ਜ਼ਰੂਰ, ਜਾਗੇ ਹੈ ਨਹੀਂ। ਤਪ ਤਾਪ ਸਾਰੇ ਕਰਦੇ ਨੇ, ਜਾਗੇ ਹੈ ਨਹੀਂ। ਬਾਲਾ ਫੇਰੀ ਜਾਂਦੇ, ਜਾਗੇ ਹੈ ਨਹੀਂ। ਸਮਾਧੀ ਲਾਈ ਜਾਂਦੇ ਨੇ, ਜਾਗੇ ਹੈ ਨਹੀਂ। ਬਾਕੀ ਜੁਨੀਆਂ 'ਚ ਆਦਮੀ ਨੂੰ ਛੱਡ ਕੇ ਬਾਕੀ ਜੁਨੀਆਂ ਸਭ ਜਾਗੇ ਰਹੇ ਨੇ, ਜਾਗਣ ਦੀ ਵੱਲ ਨੂੰ ਜਾ ਰਹੇ ਨੇ। ਜਿਹੜੇ ਜਾਗੇ ਹੈ ਨਹੀਂ, ਜੇ ਫੇਰ ਕਿਤੇ ਸੁੰਦ ਸਮਾਧ ਹੋ ਗਿਆ ਨਾ, ਉਹ ਸਮਾਂ ਆ ਗਿਆ ਮਹਾਪਰਲੇ ਦਾ, ਫਿਰ ਤਾਂ ਕਿਸੇ ਨੇ ਵੀ ਨਹੀਂ ਜਾਗਣਾ, ਸਾਰਿਆਂ ਨੇ ਸੋਚਣਾ। ਫਿਰ ਤਾਂ ਆਨੰਦ 'ਚ ਇਹਨਾਂ ਨੂੰ ਡਿਸਟਰਬ ਨਹੀਂ ਕਰਨਾ ਕਿਸੇ ਨੇ, ਫਿਰ ਨਹੀਂ ਕੋਈ ਡਿਸਟਰਬ ਕਰਦਾ। ਫਿਰ ਨਹੀਂ ਕਿਸੇ ਨੇ ਸਵੇਰੇ ਉੱਠ ਕੇ ਸਪੀਕਰ ਵਜਾਉਣੇ ਵੀ ਜਾਗੋ, ਫਿਰ ਤਾਂ ਆਨੰਦ 'ਚ ਰਹਿਣਗੇ ਉਹਨਾਂ ਚਿਰ। ਹੋਰ ਅਗਲੀ ਸਵੇਰੇ ਉੱਠ ਕੇ ਕਮ ਤੋਂ ਕਮ ਇਹਨਾਂ ਨੇ ਜ਼ਰੂਰ ਨਹੀਂ ਜਾਗਣਾ। ਜੇ ਹੋਰ ਜਾਗ ਪਏ ਤਾਂ ਇਹ ਨਹੀਂ ਜਾਗਦੇ, ਇਹਨਾਂ 'ਚ ਕੋਈ ਨਹੀਂ ਜਾਗਦਾ। ਉਹਨਾਂ 'ਚੋਂ ਸੁੱਤੇ ਹੋਰ ਰਹਿ ਜਾਣਾ ਲੱਗ ਗੱਲ ਹੈ, ਇਹਨਾਂ 'ਚੋਂ ਨਹੀਂ ਕੋਈ ਜਾਗਦਾ। ਫਿਰ ਇਹਨਾਂ ਨੂੰ ਫੇਰ ਜਗਣ ਲੱਗ ਜਾਣਾ। ਆ ਇਸ ਨੂੰ ਕਹਿੰਦੇ ਨੇ ਕਈ ਕਲਪ। ਨਹੀਂ ਨੈਕ ਕਿਰਪਾ ਨਿਧਿ ਪਾਨ ਕਪਰੈ। ਅੱਛਾ, ਉਹ ਤਾਂ ਕਹਿੰਦੇ ਨੇ ਹਿੰਦੂ ਮਤ ਦੀ ਮੈਂ ਗੱਲ ਸੁਣਾਈ ਹੈ, ਜਿਹੜੇ ਉਹ ਕਹਿੰਦੇ ਨੇ ਕਲਪ। ਸਾਡੀ ਗੁਰਮਤ ਦੀ ਅਰਥ ਕੀ ਨੇ? ਉਹ ਹਿੰਦੂ ਮਤ ਦੇ ਅਰਥ ਨੇ ਜਿਹੜੇ ਦੱਸੇ ਨੇ ਪਹਿਲਾਂ ਕਲਪ ਦੇ। ਸਾਡੇ ਕੀ ਨੇ? ਕਈ ਕਲਪਣ ਲੋ ਤਪ ਤਾਪ ਕਰੈ। ਆ ਜਿਹੜੇ ਤਪ ਤਾਪ ਕਰਨੇ ਕਲਪੀਆਂ ਹੋਈਆਂ ਮੱਤਾਂ ਨੇ ਸਾਡੀਆਂ, ਆਪਣੀ ਆਪਣੀ ਮੱਤਾਂ ਕਲਪੀ ਹੋਈ ਲੋਕਾਂ ਨੇ। ਕਾਲਪਨਕ ਮੱਤਾਂ ਦੇ ਤਪ ਤਾਪ ਕਰਦੇ ਨੇ, ਕਈ ਕਰਦੇ ਨਹੀਂ। ਮਨਮੱਤਾਂ ਦੇ ਕਾਲਪਨਕ ਮੱਤਾਂ ਨੇ, ਉਹ ਕਰਦੇ ਨੇ, ਕਰੀ ਜਾਂਦੇ ਨੇ। ਸਾਡੇ ਗੁਰਮਤ ਦੇ ਅਰਥ ਹੀ ਨੇ ਫਰਜ਼ੀ ਮੱਤਾਂ। ਉਹ ਮਨਮਤ ਕਲਪਣੀ ਹੋਈ ਮੱਤ ਕਹਿੰਦੇ ਨੇ। ਕਾਲਪਨਿਕ ਮੱਤਾਂ ਦੇ ਤਪ ਤਾਪ ਕਰਦੇ ਨੇ ਕਈ।
ਨਹੀਂ ਨਾਇਕ ਕਿਰਪਾ ਨਿਧੀ ਪਾਣ ਪਰ ਹੈ। ਪਰ ਕਿਰਪਾ ਨਿਧੀ ਦੀ ਜਿਹੜੀ ਹੈ ਨਾ ਪਰਮੇਸ਼ਰ ਦੀ, ਥੋੜੀ ਜਿਹੀ ਵੀ ਇਹਨਾਂ ਤੇ ਕਿਰਪਾ ਨਹੀਂ ਪ੍ਰਾਪਤ ਕਰ ਸਕੇ, ਕਿਉਂ ਮਤ ਕਾਲਪਨਿਕ ਹੈ। ਪਰਮੇਸ਼ਰ ਦੀ ਥੋੜੀ ਜਿਹੀ ਵੀ ਕਿਰਪਾ ਹਾਸਲ ਨਹੀਂ ਕਰ ਸਕਦੇ ਉਹ ਕਾਲਪਨਿਕ ਮਤਾਂ ਵਾਲੇ, ਤਪ ਜਿੰਨਾ ਮਰਜ਼ੀ ਕਰੀ ਜਾਣ। ਇਹਨਾਂ ਨੇ ਟਾਇਰ ਜੈਕ ਲਾ ਕੇ ਚੱਕ ਕੇ ਨਾ ਉਹ ਕਰਿਆ ਹੋਇਆ ਵਾਲਾ ਫੇਰਦੇ ਨੇ, ਉਹਨਾਂ ਤੇ ਘਬੋਰਾ ਕਿਰਪਾ ਨਹੀਂ ਹੋਣੀ, ਨਾ ਕਿਸੇ ਤੇ ਹੋਈ ਅੱਜ ਤੱਕ। ਜੇ ਹੋਇਆ ਦੱਸ ਦੇਣ ਕੀ ਕੀਤਾ ਫਿਰ ਕਿਰਪਾ ਨਾਲ ਤਾਂ ਬਾਣੀ ਰੱਖਦਾ ਹੁੰਦਾ, ਇਹ ਤੇ ਹੋ ਜਾਂਦੀ। ਗੁਰੂ ਅਮਰਦਾਸ ਤੇ ਕਿਰਪਾ ਹੋਈ ਹੈ, ਮਾਲਾ ਤੇ ਕਬੀਰ ਤੇ ਹੋਈ ਹੈ, ਉਹਨਾਂ ਨੇ ਕੋਈ ਦੱਸਿਆ, ਤੁਸੀਂ ਦੱਸੋ ਕੀ ਹੈ। ਤੁਸੀਂ ਇਹ ਬਾਣੀ ਦੇ ਅਰਥੇ ਕਰ ਦਿਓ, ਨਵੀਂ ਲਿਖਣ ਦੀ ਛੱਡੋ ਗੱਲ। ਹਾਂ ਤੁਹਾਡੇ ਤੇ ਕਿਰਪਾ ਹੀ ਹੋਈ ਹੈ, ਜਿਹੜੀ ਮਾਇਆ ਵਰਤੀ ਹੈ ਤੁਹਾਨੂੰ, ਇਹ ਕਿਰਪਾ ਨਹੀਂ, ਇਹ ਸਰਾਫ ਹੈ। ਇਹ ਮਾਇਆ ਆ ਜਾਣੀ ਦਾ ਸਰਾਫ ਹੈ, ਕਿਰਪਾ ਨਹੀਂ ਹੈਗੀ। ਜੇ ਤੁਸੀਂ ਵਿਖਿਆ ਦੀ ਵਰਖਾ ਨੂੰ ਕਿਰਪਾ ਸਮਝਦੇ ਹੋ, ਇਹ ਵਿਖਿਆ ਦੀ ਵਰਖਾ ਹੈ, ਅੰਮ੍ਰਿਤ ਦੀ ਵਰਖਾ ਨਹੀਂ ਹੈ ਮਾਇਆ ਆਉਣੀ। ਕਿੰਨੇ ਲੋਕ ਤੁਹਾਨੂੰ ਪੁੱਛਦੇ ਨੇ ਕਿੰਨੀ ਮਾਇਆ, ਇਹ ਵਿਖਿਆ ਦੀ ਵਰਖਾ ਹੈ। ਵਿਖਿਆ ਦੇ ਥੱਲੇ ਦਬ ਗਏ ਤੁਸੀਂ, ਇਹਦਾ ਮਤਲਬ ਬਹੁਤ ਦੇਰ ਦੇ ਵਿੱਚ ਵਿਖਿਆ ਤਾਂ ਹੋਊਗੀ, ਇਹ ਬਹੁਤ ਥੱਲੇ ਚਲੇ ਗਏ ਸਭ। ਇਹ ਤਾਂ ਵਿਖਿਆ ਦੀ ਵਰਖਾ ਹੈ ਤੁਹਾਡੇ ਤੇ ਹੋ ਰਹੀ। ਜੇ ਫੋਕਟ ਧਰਮ ਸਭੇ ਤਜ ਹੈ। ਜਿਹੜੇ ਸਾਰੇ ਫੋਕਟ ਧਰਮ ਤਜ ਦਿੰਦੇ ਨੇ ਸੰਸਾਰ ਦੇ, ਇਹ ਸਾਰੇ ਫੋਕਟ ਧਰਮ ਨੇ ਵਿਖਿਆ ਦੀ ਵਰਖਾ ਵਾਲੇ, ਜਿਹੜੇ ਮਹਾਂਪੁਰਖ ਕਹੀ ਜਾਂਦੇ ਆਪਣੇ ਆਪ ਨੂੰ। ਆਹ ਦੇਖ ਲਓ ਪੰਕਤੀ ਆ ਗਈ, ਫੋਕਟ ਦਾ ਇਹ ਫੋਕਟ ਧਰਮ ਨੇ ਸਾਰੇ, ਜਿਹੜਾ ਇਹ ਤਜ ਦਿੰਦਾ। ਇੱਕ ਚਿੱਤ ਕਿਰਪਾਨਿਤ ਕੋ ਜਪ ਹੈ। ਇੱਕ ਚਿੱਤ ਹੋ ਕੇ ਕਿਰਪਾਨਿਤ ਨੂੰ ਜਪਦਾ ਹੈ। ਜੇ ਦਊਗਾ ਜੋ ਦੇਵੇ ਸੋ ਖਾਏ, ਜਿਹੜਾ ਕੋ ਦੇ ਦੇਗਾ ਉਹ ਖਾ ਲਾਂਗੇ। ਕਬੀਰ ਕਹਿੰਦਾ ਜੌ ਕੀ ਭੂਸੀ ਖਾਏ। ਮੈਨੂੰ ਜੌਆਂ ਦਾ ਆਟਾ ਬਣਾ ਮਿਲਿਆ ਨਾ, ਮੈਂ ਜੌਆਂ ਦਾ ਛਾਣ ਜਿਹੜਾ ਹੁੰਦਾ ਪੂਰਾ ਉਹ ਖਾ ਕੇ ਗੁਜ਼ਾਰਾ ਕਰ ਲੂੰ, ਪਰ ਭਗਤ ਰਾਮ ਦੀ ਨਹੀਂ ਛੱਡਦਾ, ਮੈਂ ਤੇਰਾ ਪੱਲਾ ਨਹੀਂ ਛੱਡਦਾ। ਆਟਾ ਬਣਾ ਮਿਲਿਆ ਜੇ ਜੌਆਂ ਦਾ ਬੂਰਾ ਤਾਂ ਹੁੰਦਾ ਨਾ, ਉਹ ਤਾਂ ਸਸਤਾ ਹੁੰਦਾ ਨਾ, ਕਹਿੰਦਾ ਉਹ ਖਾ ਕੇ ਗੁਜ਼ਾਰਾ ਕਰ ਲੂਗਾ। ਚੌਕੀ ਭੂਸੀ ਖਾਏ, ਸਾਖਤ ਸੰਗ ਨਾ ਜਾਉ, ਸਾਖਤ ਸੰਗ ਨਹੀਂ ਜਾਂਦਾ, ਭਗਤੀ ਨਹੀਂ ਆ ਛੱਡਦਾ। ਜਿਹੜੀ ਮੈਂ ਅੱਗੇ ਮਾਲਾ ਫੇਰਦਾ ਸੀ ਨਾ, ਕਹਿੰਦਾ ਮੈਂ ਰਿੱਧੀ ਸਿੱਧੀ ਮਿਲ ਜੂਗੀ, ਉੱਧਰ ਨਹੀਂ ਜਾਂਦਾ। ਸਮਝਿਆ ਨਹੀਂ? ਜੇ ਫੋਕਟ ਧਰਮ ਸਭੇ ਤਜ ਹੈ, ਇੱਕ ਚਿੱਤ ਕਿਰਪਾਨਿਤ ਕੋ ਜਪ ਹੈ। ਔਰ ਇੱਕ ਚਿੱਤ ਹੋ ਕੇ ਕਿਰਪਾਨਿਤ ਦਾ ਜਾਪ ਕਰਦੇ ਨੇ, ਜਾਣਨ ਦੀ ਗੱਲ ਕਰਦੇ ਨੇ। ਇੱਕ ਚਿੱਤ ਹੋ ਕੇ ਕਿਰਪਾਨਿਤ ਵੱਲ ਨੂੰ ਵੱਧਦੇ ਨੇ। ਤੇ ਉਹ ਜਾਂ ਭਵ ਸਾਗਰ ਕੋ ਤਰ ਹੈ, ਉਹੀ ਇਸ ਭਵ ਸਾਗਰ ਨੂੰ ਤਰਦੇ ਨੇ। ਹੋਰ ਇਸ ਭਵ ਸਾਗਰ ਨੂੰ ਕੋਈ ਨਹੀਂ ਤਰ ਸਕਦਾ। ਭਵ ਸਾਗਰ ਤਰਨ ਵਾਲੇ ਹੀ ਸਾਰਾ ਧਿਆਨ ਹੈ ਉਹਨਾਂ ਦਾ, ਮਾਇਆ ਵੱਲ, ਖਾਣ ਪੀਣ ਵੱਲ। ਹੋਰ ਕਿਸੇ ਸਾਡੀ ਗੱਲ ਨੂੰ ਕੌਣ ਮੰਨਦਾ ਕੌਣ ਨਹੀਂ ਮੰਨਦਾ, ਕੌਣ ਸੁਣਦਾ ਕੌਣ ਨਹੀਂ ਸੁਣਦਾ, ਸਾਡੇ ਹੋਰ ਕਿੰਨੇ ਬੰਦੇ ਨੇ ਕਿੰਨੇ ਨਹੀਂ ਹਨ, ਇਹਦਾ ਉਹਨਾਂ ਨੂੰ ਕੋਈ ਮਤਲਬ ਨਹੀਂ। ਇਸ ਗੱਲ ਤੇ ਕਿਹਨੂੰ ਇਹ ਚੰਗੀ ਲੱਗਦੀ ਗੱਲ, ਕਿਹਨੂੰ ਨਹੀਂ ਚੰਗੀ ਲੱਗਦੀ, ਇਹਨਾਂ ਗੱਲਾਂ ਤੇ ਕੋਈ ਮਤਲਬ ਨਹੀਂ। ਕਿੰਨੇ ਆਦਮੀ ਸਾਡੇ ਨਾਲ ਟੁੱਟਦੇ ਨੇ, ਕਿੰਨੇ ਆਦਮੀ ਸਾਨੂੰ ਬੁਰਾ ਸਮਝਦੇ ਨੇ, ਸਾਡੀ ਇੱਜ਼ਤ ਵੱਧਦੀ ਹੈ ਘਟਦੀ ਹੈ, ਕੋਈ ਮਤਲਬ ਨਹੀਂ ਇਸ ਗੱਲ ਤੱਕ। ਉਹ ਆਪਣਾ ਇਮਾਨਦਾਰੀ ਨਾਲ ਆਪਣੇ ਰਾਹ ਚੱਲਦੇ ਨੇ, ਜੋ ਗੁਰਬਾਣੀ ਕਹਿੰਦੀ ਹੈ। ਗੁਰਬਾਣੀ ਨੂੰ ਇਮਾਨਦਾਰੀ ਨਾਲ ਮੰਨਦੇ ਨੇ, ਗੁਰਬਾਣੀ ਦੀ ਇਮਾਨਦਾਰੀ ਨਾਲ ਗੱਲ ਕਰਦੇ ਨੇ, ਗੁਰਬਾਣੀ ਅਨੁਸਾਰ ਇਮਾਨਦਾਰੀ ਨਾਲ ਚੱਲਦੇ ਨੇ। ਉਹ ਆਪਣੇ ਵਾਸਤੇ ਚੱਲਦੇ ਨੇ, ਕਿਸੇ ਵਾਸਤੇ ਨਹੀਂ ਚੱਲਦੇ। ਉਹਨਾਂ ਨੇ ਭਵ ਸਾਗਰ ਤਰਨਾ, ਉਹਨਾਂ ਨੂੰ ਕੀ ਲੱਗੇ ਕਿਸੇ ਤੇ। ਉਹੀ ਸਿਰਫ ਭਵ ਸਾਗਰ ਨੂੰ ਤਰਦੇ ਨੇ, ਬਾਕੀ ਕੋਈ ਨਹੀਂ ਤਰਦਾ। ਕੋਈ ਕੁਛ ਕਰੀ ਜਾਵੇ, ਕੋਈ ਨਕਲ ਕਰੀ ਜਾਵੇ ਉਹਦੀ, ਦਰਬਾਰ ਸਾਹਿਬ ਦਾ ਹੋਰ ਬਣਾਉਣਾ ਅਸੀਂ ਆਪਣਾ ਪੈਸੇ, ਇਹ ਸਭ ਮਾਇਆ ਦੀਆਂ ਖੇਡਾਂ ਨੇ। ਸਰੀਕੇਬਾਜੀ ਕਹਿ ਲਓ, ਮਾਇਆ ਦੀ ਖੇਡ ਕਹਿ ਲਓ। ਇਹ ਭਵ ਭੂਲ ਨਾ ਦੇਹ ਪੁਨਰ ਧਰ ਹੈ। ਉਹ ਭੁੱਲ ਕੇ ਵੀ ਸੰਸਾਰ 'ਚ ਦੁਬਾਰਾ ਦੇਹ ਨਹੀਂ ਧਰਦੇ, ਜਨਮ ਲੈਂਦੇ। ਐਸ ਭਵ ਸਾਗਰ ਦੇ ਵਿੱਚ ਭੁੱਲ ਕੇ ਵੀ ਦੁਬਾਰਾ ਨਹੀਂ, ਉਹ ਹੁਣ ਤਾਂ ਮਸਾਂ ਨਿਕਲੇ ਨੇ। ਉਹ ਤਾਂ ਇੱਧਰ ਨੂੰ ਪੈਰ ਕਰਕੇ ਵੀ ਨਹੀਂ ਸੌਂਦੇ। ਉਹ ਨਹੀਂ ਮਾਇਆ, ਮਾਇਆ ਤਾਂ ਮਾਇਆ, ਉਹ ਇਹਨੂੰ ਚੱਕਣਾ ਨਹੀਂ ਚਾਹੁੰਦੇ।
ਸ਼ਰੀਫ ਆਦਮੀ ਜੇਲ੍ਹ 'ਚ ਜਦ ਆਉਂਦਾ ਨਾ ਛੁੱਟ ਕੇ, ਜੇ ਜੇਲ੍ਹ 'ਚ ਕਿਤੇ ਚਲਿਆ ਜਾਵੇ, ਉੱਥੇ ਕੋਈ ਗਲਤੀ ਹੋ ਜਵੇ, ਤਾਂ ਉੱਥੇ ਮੱਥਾ ਟੇਕ ਕਹਿੰਦੇ ਵੀ ਪ੍ਰਮਾਤਮਾ ਇੱਧਰ ਫੇਰ ਨਾ ਲਾਏ ਕਿਤੇ ਮੈਨੂੰ। ਉਹ ਤਾਂ ਇਹ ਕਹਿੰਦੇ ਨੇ ਵੀ ਇੱਧਰ ਨੂੰ ਫੇਰ ਨਾ ਲਾਏ, ਮੇਰਾ ਮੂੰਹ ਇੱਧਰ ਨੂੰ ਨਾ ਕਰਦੀ ਕਿਤੇ। ਉਹ ਤਾਂ ਇਹ ਕਹਿ ਕੇ ਆਉਂਦੇ ਨੇ, ਇੱਥੋਂ ਜਾਂਦੇ ਨੇ। ਉਹ ਤਾਂ ਕਹਿੰਦੇ ਨੇ ਇੱਥੋਂ ਲੈ ਜਾ, ਫੇਰ ਕਿੱਥੇ, ਹੁਣ ਤਾਂ ਮਸਾ ਖੜਾ ਛੁੱਟਿਆ। ਆ ਜਿਹੜੇ ਮਾਇਆ ਨੂੰ ਚਿੰਬੜੇ ਹੋਏ ਨੇ ਨਾ, ਉਹਨਾਂ ਨੇ ਜਾਣਾ ਕਿੱਥੇ ਹੈ? ਉਹਨਾਂ ਦਾ ਮਸਾ, ਉਹਨਾਂ ਦਾ ਜੀ ਲੱਗਿਆ ਹੋਇਆ ਉਰੇ। ਜਿੰਨੀ ਸੰਗਤ ਉਹਨਾਂ ਨੇ ਜ਼ਿਆਦਾ ਇਕੱਠੀ ਕਰੀ ਹੈ, ਉਹਨਾਂ ਨੇ ਕਿੱਥੇ ਜਾਣਾ? ਉਹ ਤਾਂ ਕਹਿੰਦੇ ਨੇ ਕੰਬਲ ਸਾਡੇ ਇੱਥੇ ਹੀ ਰੱਖਿਓ, ਸੀ ਫੇਰ ਆਏ ਜੇ ਛੱਡ ਵੀ ਦੇਣ। ਉਹਨਾਂ ਦੀ ਤਾਂ ਪਾਰਟੀ ਬਣੀ ਹੁੰਦੀ ਹੈ ਉੱਥੇ ਜੇਲ੍ਹ 'ਚ। ਉਹ ਨਹੀਂ ਜਿਹੜੇ ਘਰ ਹੁੰਦਾ ਉਹਨਾਂ ਦਾ। ਇੱਕ ਨਾਮ ਬਿਨਾ ਨਹੀਂ ਕੋਟ ਵਰਤੀ, ਇੱਕ ਨਾਮ ਬਿਨਾ ਨਹੀਂ ਕੋਟ ਵਰਤੀ। ਨਾਮ ਤੋਂ ਬਿਨਾ ਕਰੋੜਾਂ ਪ੍ਰਕਾਰ ਦੇ ਤੁਹਾਡੇ ਸਾਧਨ ਹੋਣ, ਕੋਈ ਛਡਾ ਨਹੀਂ ਸਕਦਾ ਇੱਥੋਂ। ਹੋਰ ਕਰੋੜਾਂ ਪ੍ਰਕਾਰ ਦੇ ਜਪ ਤਪ ਕੁਛ ਵੀ ਕਰ ਲੋ, ਨਹੀਂ ਛਡਾ ਸਕਦਾ ਤੁਹਾਨੂੰ ਕੋਈ। ਕਰੋੜਾਂ ਇੰਤਜ਼ਾਮ ਕਰ ਲੋ, ਨਹੀਂ ਛੁੱਟ ਸਕਦਾ। ਕੱਲਾ ਨਾਮ ਛਡਾ ਦੂਗਾ। ਇਮ ਵੇਦ ਉਚਾਰਤ ਸਾਰ ਸੁਤੀ। ਇਵੇਂ ਹੀ ਵੇਦ ਦੀ ਗੱਲ, ਵੇਦ ਉਚਾਰਨ ਕਰਦਾ, ਇਵੇਂ ਹੀ ਗੁਰਮਤ ਸਾਰ ਸੁਤੀ, ਗੁਰਮਤ ਨੂੰ ਕਹਿੰਦੇ ਨੇ। ਇਮ ਵੇਦ ਉਚਾਰਤ ਸਾਰ ਸੁਤੀ, ਵੇਦ ਦੀ ਜਿਹੜੀ ਮੱਤ ਹੈ ਉਹੀ ਇਹ ਗੁਰਮਤ ਹੈ। ਜਿਨ੍ਹਾਂ ਨੂੰ ਵੇਦ ਤੋਂ ਅਲਰਜੀ ਹੈ, ਆ ਤਾਂ ਹੁਣ ਐਸ ਬਾਣੀ ਤੋਂ ਤਾਂ ਅਲਰਜੀ ਨਹੀਂ, ਉਹਨਾਂ ਨੂੰ ਗੁਰਬਾਣੀ ਜਿਹੜੀ ਦਸਮ ਦੀ ਹੈ, ਇਹਨੂੰ ਤਾਂ ਮੰਨਦੇ ਨੇ ਦਸਮ ਪਾਤਸ਼ਾਹ ਦੀ ਹੈ। ਇਹ ਤਾਂ ਵੇਦ ਬਾਰ-ਬਾਰ ਆਈ ਜਾਂਦਾ ਇਹਦੇ ਵਿੱਚ। ਗੁਰਬਾਣੀ ਵੇਦ ਬਾਣੀ ਹੈ। ਵੇਦ ਵਿੱਚ ਨਾਮ ਸੀਗਾ, ਨਾਮ ਧੁਰ ਤੋਂ ਹੀ ਚਲਿਆ ਆਇਆ। ਸਿਰਫ ਸਿਮਰਤ ਸ਼ਾਸਤਰ ਜ਼ਿਆਦਾ ਆਏ ਨੇ, ਉਹਨਾਂ ਨੇ ਉਲਟੇ ਰਸਤੇ ਪਾਇਆ। ਸਾਡੇ ਜਿਹੜਾ ਇਤਿਹਾਸ ਲਿਖਿਆ ਉਹਨੇ ਉਲਟੇ ਰਸਤੇ ਪਾਇਆ। ਭਾਈ ਗੁਰਦਾਸ ਦੇ ਨਾਂ ਤੇ ਜਿਹੜੀਆਂ 12 ਲਿਖੀਆਂ, ਭਾਈ ਗੁਰਦਾਸ ਦੀ ਕੋਈ ਵਾਰ ਨਹੀਂ, ਉਹਦੇ ਨਾਂ ਤੇ ਜਿਹੜੀਆਂ 12 ਲਿਖੀਆਂ ਉਹਨਾਂ ਨੇ ਉਲਟੇ ਰਸਤੇ ਪਾਇਆ। ਗੁਰਬਾਣੀ ਔਰ ਵੇਦ ਬਾਣੀ ਇੱਕੋ ਹੀ ਗੱਲ ਹੈ। ਕਈ ਪਲਟਾਂ 'ਚ ਹੈ। ਕਬੀਰ ਨੇ ਜਿਹੜੀ ਪੜ੍ਹੀ ਉਹ ਸੰਸਕ੍ਰਿਤ ਨਹੀਂ ਸੀ, ਹੈ ਉਹ ਵੀ ਵੇਦ ਬਾਣੀ। ਗੁਰਬਾਣੀ ਵੇਦ ਬਾਣੀ ਹੋਈ ਹੈ। ਇਹ ਸਰਸਵਤੀ ਹੈ। ਸਰਸਵਤੀ ਕਹਿੰਦੇ ਨੇ ਜਿਹਦੇ 'ਚ ਸਰਬ ਸ੍ਰੇਸ਼ਟ ਰਸ ਹੋਵੇ, ਨਾਮ ਰਸ ਹੋਵੇ, ਸਰਸਵਤੀ ਹੈ। ਸਾਰ ਸੁਤੀ, ਸਾਰ ਗਿਆਨ ਹੋਵੇ, ਜਿਹ 'ਚ ਦੁਨੀਆ ਦਾ ਸਾਰ ਗਿਆਨ ਹੋਵੇ, ਜਿਹ 'ਚ ਆਤਮ ਗਿਆਨ ਹੋਵੇ, ਸਾਰ ਸੁਤੀ ਹੁੰਦਾ। ਜੋ ਵਾਰਸ ਕੇ ਚਸਕੇ ਰਸ ਹੈ, ਜੋ ਵਾਰਸ ਕੇ ਚਸਕੇ ਰਸ ਹੈ, ਜਿਨ੍ਹਾਂ ਨੂੰ ਉਸ ਨਾਮ ਦੇ ਰਸ ਦਾ ਚਸਕਾ ਪੈ ਗਿਆ ਨਾ, ਤੇ ਉਹ ਭੂਲ ਨਾ ਕਾਲ ਫੰਦਾ ਫਸ ਹੈ। ਉਹ ਭੁੱਲ ਕੇ ਵੀ ਕਾਲ ਦੇ ਫੰਦੇ 'ਚ ਨਹੀਂ ਪੈ ਸਕਦੇ। ਕਾਲ ਦੇ ਫੰਦੇ 'ਚ ਕੀ ਹੈ? ਮਾਇਆ ਵਾਲਾ ਚੋਗਾ ਕਾਲ ਦੇ ਫੰਦੇ 'ਚ ਹੈ। ਚੋਗਾ ਚੁੱਕਦੇ ਨੇ ਸੰਤ ਰਿੱਧੀਆਂ ਸਿੱਧੀਆਂ ਦਾ, ਚੋਗਾ ਦਾ ਦੀਦਾ, ਇਹਨਾਂ ਨੂੰ ਜਾਲ ਨਹੀਂ ਦੀਦਾ, ਫੰਦਾ ਨਹੀਂ ਦੀਦਾ। ਬਸ ਇੰਨਾ ਫਰਕ ਹੈ। ਜਿਹੜੇ ਦੂਏ ਨੇ ਉਹਨਾਂ ਨੂੰ ਚੋਗਾ ਵੀ ਦੀਦਾ, ਉਹਨਾਂ ਨੂੰ ਫੰਦਾ ਪਹਿਲਾਂ ਦੀਦਾ। ਫੰਦਾ ਉੱਤੇ ਹੈ, ਚੋਗਾ ਥੱਲੇ ਹੈ। ਜੇ ਪੰਛੀ ਨੂੰ ਚੋਗਾ ਦੇਖੇ, ਜਾਲ ਨਾ ਦੇਖੇ, ਫਿਰ ਫਸ ਜਾਂਦਾ। ਜਿਹੜੇ ਪੰਛੀ ਨੂੰ ਜਾਲ ਨਹੀਂ ਜਵੇ, ਜਾਲ ਬਰੀਕ ਨਾ ਬਣਾਇਆ ਹੁੰਦਾ ਤਾਂ ਕਿ ਫਸਣ। ਜਿਹੜਾ ਜਾਲ ਹੈ ਭਰਮ ਦਾ, ਭਰਮ ਦਾ ਜਾਲ ਹੈ, ਜਮ ਦਾ ਜਾਲ ਹੈ। ਭਰਮ ਦਾ ਜਾਲ ਉੱਤੇ ਹੈ, ਥੱਲੇ ਹੈ ਚੋਗਾ ਪਿਆ ਹੈ ਸੰਸਾਰ ਦਾ। ਜਿਹੜਾ ਚੋਗੇ ਤੈਨੂੰ ਪਊਗਾ ਨਾ ਭੱਜ ਕੇ ਉੱਤੋਂ ਉੜਦਾ ਉੜਦਾ, ਸਮਝੋ ਫਸ ਗਿਆ ਜਾਲ 'ਚ। ਚੋਗਾ ਦਾ ਫਿਰ ਉਹਨੇ ਕੀ ਖਾਣਾ? ਜਾਲ ਨਹੀਂ ਫੜ ਲੈਣਾ, ਉਹਨੂੰ ਛੱਡਦਾ ਹੀ ਨਹੀਂ। ਚੂਹਾ ਫਸ ਜਾਂਦਾ ਜਦ ਨਾ ਪਿੰਜਰੇ 'ਚ, ਖਾਣ ਦਾ ਜਾਂਦਾ ਜਿਹੜਾ ਵਿੱਚ ਪਿਆ ਹੁੰਦਾ ਰਾਸ਼ਨ, ਉਹਨੂੰ ਜਦ ਦੇਖਦਾ ਮੈਂ ਫਸ ਗਿਆ, ਖਾਣਾ ਭੁੱਲ ਜਾਂਦਾ। ਫਿਰ ਨਹੀਂ ਨਿਕਲਦਾ ਉਹਦੇ। ਫਿਰ ਮੌਤ ਦੀ ਹੈ ਨਾ ਪੂਰੇ। ਤਾਂ ਮੌਤ ਦੀ ਘੜੀ ਨੇੜੇ ਨੂੰ ਆਉਂਦੀ ਹੈ, ਫਿਰ ਤਾਂ ਭੁੱਖ ਮਰ ਜਾਂਦੀ ਹੈ। ਜਿਹੜਾ ਜਾਗਦਾ ਨਾ, ਜਾਗਦਾ ਉਹਨੂੰ ਦੀਦਾ
ਜਮਦਾ ਜਾਲ। ਇਹਨਾਂ ਸੁੱਤਿਆਂ ਨੂੰ ਕੀ ਦੇਖਣਾ? ਇਹਨਾਂ ਨੂੰ ਕੀ, ਇਹ ਤਾਂ ਭਾਲਦੇ ਨੇ। ਸੰਤ ਤਾਂ ਬਣੇ ਤਾਂ ਨੇ, ਚੋਗੇ ਵਾਸਤੇ ਬਣੇ ਨੇ ਸੰਤ, ਹੋਰ ਕਾਹਦੇ ਵਾਸਤੇ ਬਣੇ ਨੇ? ਇਹਨਾਂ ਨੇ ਕੀ ਲੈਣਾ ਇੱਥੋਂ? ਨਾਮ ਤਿਆਰ ਹੋਰ ਤੇ ਉਹ ਰਸਤੇ ਰਸ ਇਹਨਾਂ ਨੂੰ ਕਿਹਨੇ ਦੱਸਿਆ? ਉਹ ਤਾਂ ਜਿਹੜਾ ਰਸ ਕਰਕੇ ਸੰਤ ਬਣੇ ਉਹੀ ਰਸ ਭਾਲਦਾ ਹੁੰਦਾ। ਰਸ ਵਾਸਤੇ ਹੀ ਸੰਤ ਬਣੇ ਉਹ ਭਾਲਦਾ ਹੁੰਦਾ। ਜਿਹੜਾ ਰਸ ਵਾਸਤੇ ਨਾ ਬਣੇ ਉਹ ਇਹਨਾਂ ਵਾਲੇ ਫਿਰ ਕੰਮ ਥੋੜ੍ਹੀ ਕਰਦਾ, ਢੋਲਕੀਆਂ ਥੋੜ੍ਹੀ ਕੁੱਟਦਾ। ਉਹ ਉਹਨਾਂ ਨੇ ਕੀ ਲੋੜ ਹੈ ਢੋਲਕੀਆਂ ਕੁੱਟਣ ਦੀ? ਉਹਦੇ ਵਿੱਚ ਕਦੇ ਰਸ ਰੱਖਿਆ ਹੋਇਆ ਉਹ ਢੋਲਕੀਆਂ ਕੁੱਟਣ 'ਚ? ਉਹ 'ਚ ਨਹੀਂ ਹੈਗਾ। ਉਹ ਤਾਂ ਰਾਹ ਜੇ ਤਾਂ ਪਹਿਲਾਂ ਕਿਸੇ ਨੂੰ ਮਿਲਿਆ ਹੋਵੇ ਢੋਲਕੀਆਂ ਕੁੱਟਣ ਵਾਲੇ ਨੂੰ, ਫਿਰ ਤਾਂ ਜਾਣ ਉੱਧਰ ਨੂੰ। ਪਹਿਲਾਂ ਤਾਂ ਮਿਲਿਆ ਕਿਸੇ ਨੂੰ ਨਹੀਂ, ਇਹ ਕਾਸ ਨੂੰ ਗਏ ਉੱਧਰ ਨੂੰ? ਜੋ ਉਹਨਾਂ ਕੋਲ ਦੀਆਂ ਕਾਰਾਂ ਉਹ ਲੈਣ ਗਏ, ਜੋ ਉਹਨਾਂ ਨੂੰ ਮਿਲੇ ਉਹ ਲੈਣ ਗਏ, ਜੋ ਉਹਨਾਂ ਡੇਰੇ ਬਣਾਏ ਸੰਗਤ ਉਹ ਲੈਣ ਗਏ ਤੇ ਉਹ ਉਹਨਾਂ ਨੂੰ ਮਿਲ ਗਿਆ। ਜੋ ਬਾਹਰ ਰਸ ਕੇ, ਜੋ ਵਾਹ ਰਸ ਕੇ ਚਸਕੇ ਰਸ ਹੈ, ਜਿਨ੍ਹਾਂ ਨੂੰ ਉਸ ਰਸ ਦਾ ਚਸਕਾ ਪੈ ਜਾਂਦਾ ਉਹ ਰਸੇ ਪੀਂਦੇ ਨੇ। ਫਿਰ ਉਹ ਦੂਆ ਰਸ ਨਹੀਂ ਪੀਂਦੇ। ਨਾਮ ਰਸ ਨੂੰ ਛੱਡ ਕੇ ਮਾਇਆ ਦਾ ਕੋਈ ਰਸ ਉਹਨਾਂ ਵਾਸਤੇ ਕੋਈ ਮਾਇਨੇ ਨਹੀਂ ਰੱਖਦਾ। ਤੇ ਉਹ ਭੂਲ ਨਾ ਕਾਲ ਫੰਦਾ ਫਸ ਹੈ। ਉਹ ਭੁੱਲ ਕੇ ਵੀ ਕਾਲ ਦੇ ਫੰਦੇ ਨਹੀਂ ਫਸਦੇ। ਇਹ ਰਸਨਾ ਕੀ ਕਹਿੰਦੇ ਗੁਰੂ ਨਾਨਕ ਦੇਵ ਜੀ? ਇਹ ਰਸਨਾ ਤੂੰ ਅਨਰਸ ਰਾਜ ਰਹੀ, ਤੂੰ ਅਨਰਸ ਰਾਜ ਰਹੀ। ਆਪਣੀ ਰਸਨਾ ਨੂੰ ਸੰਬੋਧਨ ਕਰਦੇ ਨੇ। ਔਰ ਰਸਨਾ ਜੀਵ ਨਹੀਂ ਹੁੰਦੀ, ਰਸਨਾ ਹੁੰਦੀ ਅਕਲ। ਸੰਬੋਧਨ ਜੀਵ ਨੂੰ ਕਰੀ ਜਾਂਦਾ। ਜੀਵ ਦਾ ਜਿਹੜਾ ਕੋ ਪਾ ਦੋਗੇ ਉਹਦੇ ਨਾਲ ਪੂਛ। ਪਹਿਲਾਂ ਜੀ ਕਰਦਾ, ਮੇਰਾ ਜੀ ਕਰਦਾ ਖਾਣ ਨੂੰ, ਜੀਵ ਨਹੀਂ ਕਰਦੀ। ਉਹ ਜੀ ਹੈ, ਉਹਨੂੰ ਉਹ ਰਸਨਾ ਹੈ। ਕਹਿੰਦਾ ਮੇਰਾ ਫਲਾਨੀ ਚੀਜ਼ ਖਾਣ ਨੂੰ ਜੀ ਕਰਦਾ, ਉਹ ਹੈ ਰਸਨਾ। ਜਿਹੜਾ ਜੀ ਹੈ, ਜੀਵ ਆਵੇ ਰਸਨਾ। ਇਹ ਰਸਨਾ ਤੂੰ ਅਨਰਸ ਰਾਜ ਰਹੀ। ਤੂੰ ਤਾਂ ਹੋਰ ਰਸਾਂ 'ਚ ਰਚੀ ਹੋਈ ਹੈ। ਤੇਰੀ ਪਿਆਸ ਨਾ ਜਾਏ, ਇਸੇ ਕਰਕੇ ਤਾਂ ਤੇਰੀ ਪਿਆਸ ਨਹੀਂ ਜਾ ਰਹੀ। ਇਸੇ ਕਰਕੇ ਤਾਂ ਤੇਰੇ ਅੰਦਰ ਤ੍ਰਿਸ਼ਨਾ ਵੱਧ ਗਈ। ਪਿਆਸ ਨਾ ਜਾਏ ਹੋਰ ਤਾਂ ਕਿਤੇ। ਇਹ ਪਿਆਸ ਜਾਣੀ ਹੋਣੀ ਤੇਰੀ ਕਿਤੇ। ਜਦ ਫੈਲਾ ਸਾਰੇ ਸੰਸਾਰ 'ਚ ਸਾਰੀਆਂ ਜੂਨੀਆਂ ਭੁਗਤ ਲੀਆਂ, ਕਿਹੜਾ ਰਸ ਇਹਨਾਂ ਤਾਂ ਖਾਧਾ ਨਹੀਂ। ਬਿਸ਼ਟਾ ਦੇ ਵਿੱਚ ਤੈਂ ਰਸ ਸਾਰੇ ਖਾ ਲਏ, ਬਿਸ਼ਟਾ ਦਾ ਕੀੜਾ ਹੋ ਕੇ। ਕਿਹੜਾ ਰਸ ਜਿਹੜਾ ਖਾਧਾ ਨਹੀਂ? ਫਲ ਫਰੂਟ ਹਰੇਕ 'ਚ ਆਦਮੀ ਬਣ ਕੇ ਨਹੀਂ ਖਾਧਾ, ਤਾਂ ਕੀੜਾ ਬਣ ਕੇ ਤਾਂ ਖਾਧਾ ਨਾ। ਹਰ ਫਲ 'ਚ ਕੀੜੇ ਪੈਂਦੇ ਨੇ, ਹਰ ਫਰੂਟ 'ਚ ਕੀੜੇ ਪੈਂਦੇ ਨੇ। ਜੇ ਆਦਮੀ ਬਣ ਕੇ ਨਹੀਂ ਮਿਲਿਆ, ਉਹ ਕੀੜੇ ਦੇ ਜਨਮ 'ਚ ਤਾਂ ਮਿਲੇ ਹੋਊ ਨਾ। ਹਰ ਦਰਖਤ ਤੇ ਕੀੜੇ ਹੁੰਦੇ ਨੇ। ਸਾਰੇ ਰਸ ਸੰਸਾਰ ਦੇ ਚਗਾਉਣੇ ਨੇ ਜੀਵ ਨੂੰ, ਚਾਹੇ ਕਿਸੇ ਰੂਪ ਚਗਾਏ ਹੋਣ। ਤਾਂ ਇੰਨੀਆਂ ਜੁਦੀਆਂ ਨੇ। ਹਰ ਪੱਤੇ ਦਾ ਰਸ ਇਹਨੂੰ, ਹਰ ਕੈਟਾਗਰੀ ਦਾ ਰਸ ਇਹਨੇ ਚੂਸਿਆ। ਫਿਰ ਪਿਆਸ ਤਾਂ ਦੀ ਗਈ ਨਹੀਂ, ਜਾਊਗੇ ਕਿਵੇਂ? ਜਿੱਚ ਹਰ ਰਸ ਪੱਲੇ ਨਾ ਪਾਏ। ਜਿੱਚਰ ਹਰ ਰਸ ਪੱਲੇ ਨਾ ਪਾਏ। ਜਿੰਨਾ ਚਿਰ ਹਰ ਰਸ ਪੱਲੇ ਨਹੀਂ ਪੈਂਦਾ, ਪਿਆਸ ਨਹੀਂ ਜਾਣੀ। ਗੁਰੂ ਅਮਰਦਾਸ ਜੀ ਕਹਿੰਦੇ ਨੇ ਉਹਨਾਂ ਦੀ ਗਈ ਸੀ ਤਾਂ ਕਹਿੰਦੇ ਨੇ, ਪਹਿਲਾਂ ਗਈ ਨਹੀਂ ਸੀ। ਸਮਝ ਆਈ? ਉਹ ਦੱਸੀ ਜਿੱਚਰ ਹਰ ਰਸ ਪੱਲੇ ਨਾ ਪਾਏ। ਹਰ ਰਸ ਪਾਏ ਪੱਲੇ। ਪਹਿਲਾਂ ਤਾਂ ਹਰ ਰਸ ਪੱਲੇ ਪਵੇ ਕਿਤੋਂ, ਸਮਝ ਆਵੇ ਕਿਤੋਂ, ਕੋਈ ਦੇਣੇ ਵਾਲਾ ਹੋਵੇ ਕਿਤੋਂ ਲੱਭੇ, ਫਿਰ ਪੀਏ ਹਰ ਰਸ। ਨਾਮ ਪਹਿਲਾਂ ਤਾਂ ਸੁਣ ਲਵੇ, ਫਿਰ ਪੀ ਲਵੇ। ਜੇ ਕੋ ਖਾਵੇ, ਜੇ ਕੋ ਪੁੱਛੇ ਗੁਰਬਾਣੀ ਨੂੰ, ਤਿਸਕਾ ਹੋਇਆ ਧਾਰੋ। ਫਿਰ ਪੀਏ ਹਰ ਰਸ, ਬੌੜ ਨਾ ਤ੍ਰਿਸ਼ਨਾ ਲਾਗੇ ਆਏ। ਫਿਰ ਤੇਰੇ ਲਾਗੇ ਤ੍ਰਿਸ਼ਨਾ ਕਿਵੇਂ ਆਜੂ? ਫਿਰ ਉਹ ਦੂਏ ਰਸਾਂ ਨੂੰ ਖਾਊ, ਫਿਰ ਦੂਏ ਰਸਾਂ ਨੂੰ ਪੁੱਛੂ। ਪਰ ਆਹ ਗੱਲ ਸੀ ਇੱਥੇ ਕਹੀ। ਭੁੱਲ ਕੇ ਵੀ ਨਹੀਂ ਫਸਦਾ। ਬੌੜ ਨਾ ਤ੍ਰਿਸ਼ਨਾ ਲਾਗੇ ਆਏ, ਕਹੇ ਨਾਨਕ। ਹੋਰ ਅਨ ਸਭ ਵਿਸਰੇ ਜਾਂ ਹਰ ਵਸੈ ਮਨ ਆਏ। ਹਰ ਵਸੈ ਜਾਂ ਹਰ ਵਸੈ ਮਨ ਆਏ। ਜੋ ਹਰ ਮਨ ਦੇ ਵਿੱਚ ਆ ਕੇ ਬਸ ਜਾਂਦਾ ਹੈ, ਜਾਂ ਸ਼ਬਦ ਅੰਦਰ ਪ੍ਰਗਟ ਹੋ ਜਾਂਦਾ ਹੈ, ਫਿਰ ਜਿਹੜਾ ਉਹ ਰਸ ਹੈ ਉਹ ਫਿਰ ਬਸ ਸੌ ਰਸ ਸਭ ਵਿਸਰ ਜਾਂਦੇ ਨੇ ਸਾਰੇ। ਫਿਰ ਨਹੀਂ ਕੋਈ ਹੋਰ ਰਸ ਰਹਿ ਜਾਂਦਾ। ਇਹੀ ਗੱਲ ਇੱਥੇ ਕਹੀ ਹੋਈ ਹੈ ਸਾਰੀ, ਉਹ ਜਿਹੜੀ ਆਦ ਵਿੱਚ ਕਹੀ ਹੋਈ ਹੈ। ਹਰ ਗੱਲ ਆਦ ਦੇ ਨਾਲ ਮਿਲਦੀ ਹੈ, ਪਰ ਮਿਲਦੀ ਹੈ ਤਾਂ ਜੇ
ਬੁੱਧ ਪ੍ਰਗਾਸ ਹੋਵੇ। ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਉਹਨਾਂ ਦਾ ਵਿਚਾਰਿਆਂ ਨੇ ਕੀ ਮਿਲਣੀ ਹੈ ਕੀ ਮਿਲਾਉਣੀ ਹੈ ਉਹਨਾਂ ਨੇ।